शेरे पंजाब 600 AM ते निघा हार्दिक स्वागत है। मैं तुहाडा मेजबान हरजीत सिंह गिल। 10:12 होए ने ते 13 सितंबर का दिन वारा 2023 का बुधवार है। 28 हो गया भादों ते नानक संमत 555। निघा हार्दिक स्वागत है जी। लांगे पंजाब नूं देश पंजाब दे झरोखे चों सरदार नवकिरन सिंह पत्ती नाल पत्ती सेखवां बरनाले दी गुੱਠ चों करांगे गलबात। 11 ਤੋਂ 12 ਵਜੇ ਤੱਕ ਸਰਦਾਰ ਗਗਨਦੀਪ ਸਿੰਘ ਦੇ ਨਾਲ ਦੁਆਰਾ ਫੇਰ ਅੱਜ ਗੱਲਬਾਤ ਹੋਏਗੀ। ਰੁਝੇਵੇਂ ਬਹੁਤ ਨੇ ਸਰਦਾਰ ਸਾਹਿਬ ਦੇ, ਸਮਾਂ ਉਹਨਾਂ ਨੇ ਦਿੱਤਾ ਹੋਇਆ, ਪਰ ਕਈ ਵਾਰ ਕਿਉਂਕਿ 3 ਘੰਟੇ ਦਾ ਫਰਕ ਹੈ ਓਨਟਾਰੀਓ ਦੇ ਵਿੱਚ ਨੇ, ਕੋਸ਼ਿਸ਼ ਕਰਾਂਗੇ ਆ ਗਏ ਤਾਂ ਬਾਹ ਭਲੀ, ਨਹੀਂ ਫਿਰ ਜੇ ਹਰਿਆਣੇ 'ਚ ਵਾਪਸ ਚਲੇ ਗਏ ਜਦ ਪੰਜਾਬ 'ਚ ਚੰਡੀਗੜ੍ਹੋਂ ਫੇਰ ਗੱਲਬਾਤ ਹੋ ਜਾਏਗੀ। ਕਹਾਣੀ ਬਾਈ ਜੱਗੀ ਗੁੱਸੇ ਦੀ ਅੱਜ ਸੁਣਾਵਾਂਗਾ ਕਿਉਂਕਿ ਰਿਕਾਰਡਡ ਤੁਹਾਡੇ ਫਿੱਟ ਨਹੀਂ ਬਹਿੰਦੀ। ਉਹ ਕਹਿੰਦਾ ਬਈ ਬੱਕਰਾ ਜਾਨ ਤੋਂ ਗਿਆ, ਖਾਣ ਵਾਲੇ ਨੂੰ ਸਵਾਦ ਨਾ ਆਇਆ। ਫਿਰ ਸਭ ਤੋਂ ਪਹਿਲਾਂ ਬਾਈ ਜਗਦੀਪ ਕਹਿੰਦਾ ਵਿਨੀਪੈਗ ਤੋਂ ਗੱਲ ਨਹੀਂ ਬਣੀ, ਊਂ ਤਾਂ ਵਧੀਆ। 4 204 0600 ਆਨ 에ਅਰ ਨੰਬਰ ਹੈ ਤੇ 604 729 1224 ਪਹਿਲੇ ਨੰਬਰ ਤੇ ਹੀ WhatsApp ਹੈ। 6042040600 ਉੱਥੇ WhatsApp ਦਾ ਨੰਬਰ ਹੈ, ਉੱਥੇ ਸੁਨੇਹਾ ਭੇਜਿਓ। ਮੈਂ ਪੜ੍ਹ ਕੇ ਤੁਹਾਡਾ ਨਾਂ ਲੈ ਕੇ ਨਾਂ ਜੇ ਲਿਖਦਿਆ ਕਰੋ ਫਿਰ ਮੈਂ ਸੁਣਾ ਦਿਆ ਕਰੂੰ। ਜੇ ਮੇਰੇ ਨਾਲ ਹੀ ਗੱਲ ਕਰਦੇ ਹੋ ਫਿਰ ਠੀਕ ਹੈ, ਕੋਈ ਗੱਲਬਾਤ ਜਿਹੜੀ ਚੱਲ ਰਹੀ ਹੈ ਉਹਦੇ 'ਤੇ ਤੁਸੀਂ ਗੱਲ ਕਰਨੀ ਹੈ ਤਾਂ ਦੱਸ ਸਕਦੇ ਹੋ। ਗੱਲ 'ਚ ਗੱਲ ਹੈ, ਜਿਵੇਂ ਮੇਹਰ ਮਿੱਤਲ ਕਹਿੰਦਾ ਲੌਂਗ ਦੇ ਲਿਸ਼ਕਾਰੇ 'ਤੇ ਜਾਂ ਖੂਹ 'ਤੇ ਨੂੰ ਜਾਂਦਾ, ਕਹਿੰਦਾ ਗੱਲ ਤਾਂ ਮੌਕੇ ਦੀ ਚੱਲਦੀ ਹੈ। ਬੰਤੋਂ ਗੱਲ ਕਰਦੀ ਸੀ ਉਹਦੀ, ਕਹਿੰਦੀ ਕੁੱਬਾ ਗੇੜੇ ਮਾਰਦਾ ਨਹੀਂ ਹਟਦਾ। ਮੈਂ ਵੀ ਸਿੱਧੀ ਹੋ ਗਈ ਫਿਰ ਉਹਨੂੰ, ਕਹਿੰਦਾ ਕੁੜੀਆਂ ਵਿਆਹ ਤੋਂ ਪਹਿਲਾਂ ਬੋਲਦੀਆਂ ਹੁੰਦੀਆਂ ਨੇ, ਇੱਕ ਵਾਰ ਵਿਆਹ ਹੋ ਲੈਣ ਦੇ। ਕੁਝ ਆਸ਼ਕਾਨਾ ਖਮਾਰ ਵੀ, ਕੁਝ ਸ਼ਾਇਰਾਨਾ ਸਰੂਰ ਹੈ। ਜੇ ਲੁਕਾ ਲਵਾਂ ਕੋਈ ਸੇਕ ਹੈ, ਜੇ ਵਿਖਾ ਸਕਾਂ ਨਿਰਾ ਨੂਰ ਹੈ। ਮੇਰੇ ਮਨ ਦੀ ਅਗਨ ਫਰੋਲ ਲੈ, ਤੈਨੂੰ ਪਿਆਸ ਹੈ ਤਾਂ ਜਲ ਟੋਲ ਲੈ। ਇਸ ਅਗਨ ਦੀ ਕਿਸੇ ਪਰਤ ਵਿੱਚ ਕਿਤੇ ਜਲ ਵੀ ਹੋਣਾ ਜ਼ਰੂਰ ਹੈ। ਕਦੇ ਪਾਕ ਉਠਾਲੀ ਜਨੂਨ ਦੀ, ਕਦੇ ਤਾਜ ਸ਼ੌਰ ਦੀ ਲਾਟ ਵਿੱਚ ਤਪ ਤਪ ਕੇ ਕੁੰਦਨ ਹੋਣ ਲਈ ਮੈਨੂੰ ਹਰ ਅਗਨ ਮਨਜ਼ੂਰ ਹੈ। ਉਹ ਜੋ ਰਾਖ ਦੇ ਉੱਚੇ ਢੇਰ ਤੇ ਕੋਈ ਸਾਵੀ ਕੁੰਬਲ ਝੂਮਦੀ, ਉਹਨੂੰ ਅੱਗ ਦੀ ਵਿਥਿਆ ਨਾ ਪੁੱਛੋ ਤਾਂ ਪਹਿਲੇ ਫੁੱਲਾਂ ਦਾ ਬੂਰ ਹੈ। ਕੱਲ ਫੁੱਲ ਸੀ ਕਿਸੇ ਸ਼ਾਖ ਦਾ, ਅੱਜ ਸਿਰਫ ਜ਼ਰਾ ਹੈ ਖਾਕ ਦਾ। ਇਹੀ ਨੇਮ ਹੈ ਕਾਇਨਾਤ ਦਾ, ਇਹੀ ਵਕਤ ਦਾ ਦਸਤੂਰ ਹੈ। ਮੇਰਾ ਕੁਝ ਕੁ ਵਧਿਆ ਹੈ ਹੌਸਲਾ, ਕੁਝ ਵਧਿਆ ਰੁੱਤਾਂ ਦਾ ਖੌਫ ਵੀ, ਜਿਹਦੀ ਜੜ ਹੈ ਮੇਰੇ ਵਜੂਦ ਵਿੱਚ ਅੱਜ ਉਸ ਬੂਟੇ ਤੇ ਬੂਰ ਹੈ। ਅੱਜ ਰਾਤ ਇੱਦਾਂ ਮੈਂ ਮੰਨਣੀ ਜਿਵੇਂ ਘੁਲਦੀ ਸਰਵਰ 'ਚ ਚਾਨਣੀ, ਜਿਵੇਂ ਕਸ਼ਿਸ਼ ਪੁੰਨਿਆਂ ਦੀ ਸਿਖਰ 'ਤੇ ਜਿਵੇਂ ਜਲ ਨੂੰ ਚੜ੍ਹਿਆ ਸਰੂਰ ਹੈ। ਜਿਵੇਂ ਕਸ਼ਿਸ਼ ਪੁੰਨਿਆਂ ਦੀ ਸਿਖਰ 'ਤੇ ਜਿਵੇਂ ਜਲ ਨੂੰ ਚੜ੍ਹਿਆ ਸਰੂਰ ਹੈ। ਇਹ ਤਾਂ ਭਾਈ ਸੁਖਵਿੰਦਰ ਅੰਮ੍ਰਿਤ ਤੇ ਜਾਣਦੀ ਹੈ ਕਿਵੇਂ ਲਿਖਿਆ ਜਾਂਦਾ। ਹਰ ਰੋਜ਼ ਦੀ ਤਰ੍ਹਾਂ 91 ਹਾਈਵੇ ਫੇਰ ਚੁਬਾਰੇ ਤੋਂ ਬੈਠਾ ਦੇਖਦਾ, ਬਸ ਮਸਾਂ ਹੀ ਤੁਰਦਾ। ਕੱਲ੍ਹ ਮੈਂ ਕਿਹਾ ਵੀ ਉੱਧਰ ਦੀ ਆ ਜਾਓ ਮਾੜਾ ਜਿਹਾ, ਟਨਲ ਦੇ ਰਾਹੀਂ ਮੈਸੀ ਟਨਲ ਦੀ ਉੱਧਰ ਵੀ ਬੈਕਅਪ ਸੀ। ਟਨਲ ਦਾ ਬ੍ਰਿਜ ਜੇ ਬਣਨਾ ਹੁੰਦਾ 5-4 ਸਾਲਾਂ 'ਚ ਬਣ ਜਾਣਾ ਸੀ। 6-7 ਸਾਲ ਹੋ ਗਏ। NDP ਵਾਲੇ ਹਲੇ ਵੀ ਲਿਬਰਲ ਵਾਲਿਆਂ ਨੂੰ ਗਾਲਾਂ ਕੱਢੀ ਜਾਂਦੇ ਆ। 7 ਵਰ੍ਹੇ ਹੋ ਗਏ ਇਹਨਾਂ ਨੂੰ ਰਾਜ ਕਰਦਿਆਂ ਨੂੰ। ਇਹਨਾਂ ਦਾ ਵੀ ਹਿਸਾਬ ਕਿਤਾਬ ਨਾਲ ਨਾਲੇ ਹੋਣਾ ਚਾਹੀਦਾ ਜੇ ਉਹਨਾਂ ਦਾ ਹੋਣਾ। ਕਰਦੇ ਹਾਂ ਅਗਲੇ ਘੰਟੇ 'ਚ ਗੱਲਬਾਤ। ਅਤੇ ਹੁਣ ਚੱਲਦੇ ਹਾਂ ਪੰਜਾਬ ਨੂੰ। ਦੇਸ਼ ਪੰਜਾਬ ਦੇ ਝਰੋਖੇ 'ਚੋਂ ਸਰਦਾਰ ਨਵਕਿਰਨ ਸਿੰਘ ਪੱਤੀ ਦੇ ਨਾਲ ਪੱਤੀ ਸੇਖਵਾਂ ਬਰਨਾਲੇ। ਸਰਦਾਰ ਨਵਕਿਰਨ ਸਿੰਘ ਪੱਤੀ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਗਿੱਲ ਸਾਹਿਬ। ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਸਤਿ ਸ੍ਰੀ ਅਕਾਲ ਜੀ। ਜੀ ਗਿੱਲ ਸਾਹਿਬ, ਅਰਵਿੰਦ ਕੇਜਰੀਵਾਲ ਨੇ ਹਲੇ ਮਫਲਰ ਤਾਂ ਨਹੀਂ ਸੀ ਪਾਇਆ ਪੰਜਾਬ ਆਉਣ ਵੇਲੇ? ਅੱਜ ਤਾਂ ਨਹੀਂ ਸੀ ਪਾਇਆ ਜੀ। ਹੁਣ ਤਾਂ ਨਾ ਉਹ ਵੈਗਨਰ ਗੱਡੀ ਆ ਤੇ ਨਾ ਮਫਲਰ ਹੁੰਦਾ। ਹੁਣ ਤਾਂ ਵੱਡੀਆਂ ਗੱਲਾਂ ਨੇ। ਉਹ ਪਹਿਲਾਂ ਦਾ ਦੌਰ ਸੀ ਜਦੋਂ ਮਫਲਰ ਹੁੰਦਾ ਸੀ, ਵੈਗਨਰ ਗੱਡੀ ਹੁੰਦੀ ਸੀ, ਟ੍ਰੇਨ ਦੇ ਉੱਤੇ ਆਉਂਦੇ ਹੁੰਦੇ ਸੀ। ਖੈਰ ਅੱਜ 3 ਦਿਨਾਂ ਦੌਰੇ ਦੇ ਉੱਤੇ ਅਰਵਿੰਦ ਕੇਜਰੀਵਾਲ ਪੰਜਾਬ ਪਹੁੰਚੇ ਨੇ। ਪੰਜਾਬ ਦਾ ਇਹ 3 ਦਿਨਾਂ ਦਾ ਉਹਨਾਂ ਦਾ ਦੌਰਾ 2024 ਦੀ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਇਲੈਕਸ਼ਨ ਦੀ ਤਿਆਰੀ ਵਜੋਂ ਦੇਖਿਆ ਜਾ ਰਿਹਾ ਹੈ। ਪੰਜਾਬ 'ਚ ਇੱਕ ਮਾਹੌਲ ਭਖਿਆ ਹੋਇਆ, ਜਿਸ ਮਾਹੌਲ ਦੇ ਵਿੱਚ ਕਾਂਗਰਸੀ ਕਹਿੰਦੇ ਨੇ ਅਸੀਂ ਨਹੀਂ ਆਮ ਆਦਮੀ ਪਾਰਟੀ ਵਾਲਿਆਂ ਨਾਲ ਰਲ ਕੇ ਚੋਣ ਲੜਨੀ। ਕਹਿੰਦੇ ਉੱਤੋਂ ਹੀ ਨੇ, ਅੰਦਰੋਂ ਤਾਂ ਉਹ ਵੀ ਚਾਹੁੰਦੇ ਨੇ ਵੀ ਪਹੁੰਚ ਜਾਈਏ ਲੋਕ ਸਭਾ ਦੇ ਵਿੱਚ। ਉਧਰੋਂ ਆਮ ਆਦਮੀ ਪਾਰਟੀ ਦੇ ਵਰਕਰ ਵੀ ਕਹਿੰਦੇ ਨੇ। ਅਜਿਹੇ 'ਚ ਅਰਵਿੰਦ ਕੇਜਰੀਵਾਲ ਦੀ ਇਹ ਫੇਰੀ ਬੜੀ ਅਹਿਮ ਹੈ। ਔਰ ਅੱਜ ਅੰਮ੍ਰਿਤਸਰ ਦੇ ਵਿੱਚ ਇੱਕ ਵੱਡਾ ਇਕੱਠ ਕੀਤਾ ਗਿਆ ਔਰ ਉੱਥੇ ਇਹ ਐਲਾਨ ਕੀਤਾ ਗਿਆ ਕਿ ਹੁਣ ਸਕੂਲਾਂ ਦੇ ਵਿੱਚ 117 ਸਕੂਲ ਆਫ ਐਮੀਨੈਂਸ ਨੇ, ਜਿਹੜੇ 117 ਵਿਧਾਨ ਸਭਾ ਹਲਕੇ ਨੇ, ਜਾਣੀ ਕਿ ਹਰ ਹਲਕੇ 'ਚ ਇੱਕ, ਔਰ 117 ਜਿਹੜੇ ਐਮੀਨੈਂਸ ਸਕੂਲ ਨੇ
ਉਹ ਖੋਲੇ ਜਾਣਗੇ, ਜਿਹਦੇ ਵਿੱਚ ਵਿਦਿਆਰਥੀਆਂ ਨੂੰ ਸਾਰੇ ਤਰ੍ਹਾਂ ਦੀਆਂ ਸਹੂਲਤਾਂ ਹੋਣਗੀਆਂ। ਔਰ ਹਰੇਕ ਸਕੂਲ ਦੇ ਵਿੱਚ ਇਹਨਾਂ ਦੇ ਵਿੱਚ ਇੱਕ ਕੈਂਪਸ ਮੈਨੇਜਰ ਰੱਖਿਆ ਜਾਇਆ ਕਰੂਗਾ, ਜਿਹੜਾ ਕੈਂਪਸ ਦੀ ਜਾਣਕਾਰੀ ਜਿਹੜੀ ਉਹ ਰੱਖਿਆ ਕਰੂਗਾ। ਇਸ ਤੋਂ ਇਲਾਵਾ ਲੜਕੀਆਂ ਦੀ ਆਵਾਜਾਈ ਦੀ ਸਹੂਲਤ ਦੇ ਲਈ ਬੱਸ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਗਾ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਸਕੂਲਾਂ ਦੇ ਵਿੱਚ ਕਈ ਤਰ੍ਹਾਂ ਦੀ ਸਿਖਲਾਈ ਦੇਣ ਦਾ ਐਲਾਨ ਵੀ ਜਿਹੜਾ ਉਹ ਕੀਤਾ ਗਿਆ ਗਾ। ਸੋ ਭਗਵੰਤ ਮਾਨ ਨੇ ਕਿਹਾ ਕਿ ਅੱਜ ਦਾ ਦਿਨ ਬੜਾ ਅਹਿਮ ਹੈਗਾ, ਕਿਉਂਕਿ ਅੱਜ ਸਕੂਲਾਂ ਨੂੰ ਵੱਖ-ਵੱਖ ਸਹੂਲਤਾਂ ਦੇ ਨਾਲ ਲੈਸ ਹੈਗਾ ਜਿਹੜਾ ਉਹ ਕੀਤਾ ਜਾਊਗਾ। ਸੋ ਇਹ ਜਿਹੜੀ ਵੱਡੀ ਰੈਲੀ ਹੋਈ ਹੈ, ਇਹ ਵੱਡੀ ਰੈਲੀ ਕਈ ਕਾਰਨਾਂ ਕਰਕੇ ਚਰਚਾ 'ਚ ਵੀ ਰਹੀ ਆ। ਇੱਕ ਤਾਂ ਗਿੱਲ ਸਾਹਿਬ ਇਹ ਕਿ ਪੰਜਾਬ ਰੋਡਵੇਜ਼ ਦੀਆਂ PRTC ਦੀਆਂ ਬੱਸਾਂ ਅੱਜ ਸੜਕਾਂ ਤੇ ਨਹੀਂ ਦੌੜੀਆਂ। ਅੱਜ ਉਹਨਾਂ 'ਚ ਸਵਾਰੀਆਂ ਨਹੀਂ ਸੀ, ਅੱਜ ਉਹਨਾਂ 'ਚ ਆਧਾਰ ਕਾਰਡ ਦੇ ਦਿਖਾ ਕੇ ਚੜ੍ਹਨ ਵਾਲੀਆਂ ਫ੍ਰੀ ਸਫ਼ਰ ਕਰਨ ਵਾਲੀਆਂ ਬੀਬੀਆਂ ਨਹੀਂ ਸੀ, ਆਮ ਆਦਮੀ ਪਾਰਟੀ ਦੇ ਵਰਕਰ ਸੀ। ਬੱਸਾਂ PRTC ਦੀਆਂ ਗਈਆਂ ਰੈਲੀ ਲਈ, ਔਰ ਇਹ ਮਸਲਾ ਚਰਚਾ ਦਾ ਵਿਸ਼ਾ ਰਿਹਾ। ਦੂਸਰਾ ਇਹ ਕਿ ਅਧਿਆਪਕਾਂ ਦੀ ਡਿਊਟੀ ਲਾਈ ਹੋਈ ਸੀ, ਸਰਕਾਰੀ ਮਾਸਟਰਾਂ ਦੀ, ਕਿ ਤੁਸੀਂ ਇਹ ਬੱਸਾਂ ਨੇ ਜਿਹੜੀਆਂ ਉਹ ਲੈ ਕੇ ਜਾਣੀਆਂ ਨੇ ਉੱਥੇ। ਤਾਂ ਪੂਰਾ ਸਰਕਾਰੀ ਸਮਾਗਮ ਉਹਨੂੰ ਬਣਾਇਆ ਗਿਆ, ਕਿਉਂਕਿ ਸਕੂਲ ਆਫ ਐਮੀਨੈਂਸ ਦੀ ਗੱਲ ਸੀਗੀ। ਇਹ ਉਸੇ ਤਰ੍ਹਾਂ ਦਾ ਜਿਵੇਂ ਮੁਹੱਲਾ ਕਲੀਨਿਕ ਹੈ, ਹੈਲਥ ਦੇ ਵਿੱਚ ਰੰਗ ਰੋਗਨ ਕਰਕੇ ਪੁਰਾਣੀਆਂ ਡਿਸਪੈਂਸਰੀਆਂ ਨੂੰ ਉੱਤੇ ਆਮ ਆਦਮੀ ਕਲੀਨਿਕ ਲਿਖ ਕੇ, ਹਾਲਾਂਕਿ ਉਹ 'ਚ ਪ੍ਰਾਈਵੇਟ ਡਾਕਟਰ ਹੈ, ਉਹਦੇ 'ਚ ਪ੍ਰਾਈਵੇਟ ਫਾਰਮਾਸਿਸਟ ਹੈ, ਉਹਦੇ 'ਚ ਪ੍ਰਾਈਵੇਟ ਜਿਹੜਾ ਸਹਾਇਕ ਆ ਉਹ ਰੱਖਿਆ ਗਿਆ ਉੱਕੀ ਪੁੱਕੀ ਤਨਖਾਹ ਦੇ ਉੱਤੇ, ਉਹਨਾਂ ਦੀ ਡਿਊਟੀ ਰੈਗੂਲਰ ਨਹੀਂ ਹੈ, ਔਰ ਉੱਥੇ ਮਰੀਜ਼ ਨੂੰ ਦਾਖਲ ਕਰਨ ਦੀ ਸੁਵਿਧਾ ਨਹੀਂ। ਉਸੇ ਤਰੀਕੇ ਦਾ ਸਕੂਲ ਆਫ ਐਮੀਨੈਂਸ ਹੈ, ਵੀ ਰੰਗ ਰੋਗਨ ਕਰਕੇ ਉੱਤੇ ਸਕੂਲ ਆਫ ਐਮੀਨੈਂਸ ਲਿਖਿਆ। ਕੈਪਟਨ ਅਮਰਿੰਦਰ ਸਿੰਘ ਨੇ ਵੀ ਐਵੇਂ ਕੀਤਾ ਸੀ, ਪ੍ਰਕਾਸ਼ ਬਾਦਲ ਨੇ ਵੀ ਐਵੇਂ ਕੀਤਾ ਸੀ। ਉਹਨਾਂ ਨੇ ਵੀ ਪੁਰਾਣੇ ਸਕੂਲਾਂ ਦੇ ਉੱਤੇ ਸਮਾਰਟ ਸਕੂਲ ਲਿਖਤਾ ਸੀ। ਆ ਪਿਛਲੇ ਦਿਨੀ ਲੁਧਿਆਣਾ ਦੇ ਵਿੱਚ ਇੱਕ ਬਿਲਡਿੰਗ ਡਿੱਗੀ ਹੈ, ਜਿਹਦੇ 'ਚ ਇੱਕ ਮੈਡਮ ਦੀ ਮੌਤ ਹੋਈ ਹੈ। ਉਹ ਮਹਿਲਾ ਅਧਿਆਪਕ ਦੀ ਜਿਹੜੀ ਮੌਤ ਹੋਈ ਆ, ਉਹ ਸਕੂਲ ਦੇ ਉੱਤੇ ਵੀ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਸਮਾਰਟ ਸਕੂਲ ਲਿਖਾਇਆ ਸੀ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਉਹਨੂੰ ਵੀ ਸਕੂਲ ਆਫ ਐਮੀਨੈਂਸ ਲਿਖਣ ਜਾ ਰਹੀ ਸੀ, ਲੇਕਿਨ ਉਹ ਪੁਰਾਣੀ ਬਿਲਡਿੰਗ। ਸੋ ਬਿਲਡਿੰਗਾਂ ਉਹੀ ਨੇ, ਉੱਤੇ ਰੰਗ ਰੋਗਨ ਕਰਕੇ ਉਹਨਾਂ ਦੇ ਨਾਂ ਬਦਲੇ ਜਾ ਰਹੇ ਨੇ। ਸੋ ਅੱਜ ਅਧਿਆਪਕਾਂ ਦੀਆਂ ਡਿਊਟੀਆਂ ਮਾਸਟਰ ਸਕੂਲਾਂ 'ਚ ਨਹੀਂ ਸੀ, ਮਾਸਟਰ ਰੈਲੀ ਦੇ ਉੱਤੇ ਹੈਡ ਮਾਸਟਰ ਪ੍ਰਿੰਸੀਪਲਾਂ ਨੇ ਜਿਨ੍ਹਾਂ ਦੀਆਂ ਡਿਊਟੀਆਂ ਸੀ ਉੱਥੇ ਪਹੁੰਚੇ ਹੋਏ ਸੀ। ਬੱਸਾਂ ਸੜਕਾਂ ਤੇ ਨਹੀਂ ਸੀ, ਬੱਸਾਂ ਵੀ ਰੈਲੀ 'ਚ ਪਹੁੰਚੀਆਂ ਹੋਈਆਂ ਸੀ। ਇਹ ਦੋਨੇ ਮਸਲਿਆਂ ਨੂੰ ਲੈ ਕੇ ਵਿਰੋਧੀਆਂ ਨੇ ਤਣਜ ਵੀ ਕਸੇ ਨੇ ਕਿ ਇੱਕ ਪਾਸੇ ਤੁਸੀਂ ਕਹਿੰਦੇ ਸੀ ਕਿ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਨਹੀਂ ਹੋਊ, ਇੱਕ ਪਾਸੇ ਤੁਸੀਂ ਕਹਿੰਦੇ ਸੀ ਵੱਡੇ ਇਕੱਠ ਕਰਕੇ ਖਜ਼ਾਨਾ ਨਹੀਂ ਲੁਟਾਇਆ ਜਾਇਆ ਕਰੂ, ਪਰ ਦੂਜੇ ਪਾਸੇ 2024 ਦੀ ਇਲੈਕਸ਼ਨ ਦੀ ਤਿਆਰੀ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦੀ ਫੇਰੀ ਦੇ ਦੌਰਾਨ ਐਡਾ ਵੱਡਾ ਲਸ਼ਕਰ, ਐਡਾ ਵੱਡਾ ਇਕੱਠ ਜੋ ਅੰਮ੍ਰਿਤਸਰ ਸਾਹਿਬ ਦੇ ਵਿੱਚ ਕੀਤਾ ਗਿਆ, ਉਹਦੇ ਲਈ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਨਹੀਂ ਹੋਈ ਤਾਂ ਹੋਰ ਹੋਇਆ ਕੀ ਆ? ਇਹ ਸਵਾਲ ਬੜਾ ਅਹਿਮ ਰਹੂਗਾ। ਪਰ ਇਹ ਚੰਗੀ ਗੱਲ ਵੀ ਰਹੂ ਜੇ ਸਕੂਲਾਂ ਦੀ ਕੋਈ ਜੂਨ ਸੁਧਰੀ। ਪਰ ਸਵਾਲ ਤਾਂ ਇਹ ਹੈਗਾ ਕਿ ਪੰਜਾਬ ਦੇ ਵਿੱਚ ਉਹਨਾਂ ਸਰਕਾਰੀ ਸਕੂਲਾਂ ਦੇ ਵਿੱਚ ਅੱਜ ਸਿਰਫ ਗਰੀਬਾਂ ਦੇ ਬੱਚੇ ਪੜ੍ਹਦੇ ਨੇ, ਨਹੀਂ ਦੂਜੇ ਤਾਂ ਪ੍ਰਾਈਵੇਟਾਂ ਗਣੀ ਨੂੰ ਲੰਘੇ, 12ਵੀਂ ਤੋਂ ਗਾਂਹ ਪੜ੍ਹਦਾ ਹੀ ਕੋਈ ਨਹੀਂ। ਪਿਛਲੇ ਦਿਨਾਂ 'ਚ ਗਿੱਲ ਸਾਹਿਬ ਇੱਕ ਬੜਾ ਦਿਲਚਸਪ ਪਹਿਲੂ ਆ, ਸਾਡੇ ਇੱਥੋਂ ਇੱਕ MLA ਸਾਹਿਬ ਨੇ ਬਰਨਾਲੇ ਜ਼ਿਲ੍ਹੇ ਤੋਂ, ਉਹ ਇੱਕ ਰੈਲੀ ਕਰ ਰਹੇ ਸੀ ਪਿੰਡ ਦੇ ਵਿੱਚ। ਉਹ ਕਹਿੰਦੇ ਅਸੀਂ ਜਿਹੜੇ ਸਕੂਲ ਖੋਲਾਂਗੇ, ਇਹਨਾਂ ਸਕੂਲਾਂ ਦੇ ਵਿੱਚ ਪੜ੍ਹ ਕੇ DC ਬਣਨਗੇ ਬੱਚੇ, ਜੱਜ ਬਣਨਗੇ, SSP ਬਣਨਗੇ। ਇੱਕ ਨੇ ਬਾਂਹ ਖੜੀ ਕਰਕੇ ਕਹਿੰਦਾ MLA ਸਾਹਿਬ ਮੈਂ ਪੁੱਛਣਾ ਚਾਹੁੰਦਾ, ਕਹਿੰਦੇ ਦੱਸੋ। ਕਹਿੰਦਾ ਜੱਜ ਤਾਂ ਬਣਨਗੇ, DC ਤਾਂ ਬਣਨਗੇ ਜੇ ਨਸ਼ੇ 'ਚੋਂ ਬਚਣਗੇ। ਸੋ ਪੰਜਾਬ ਅੱਜ ਦੋ ਤਰ੍ਹਾਂ ਦੀ ਤਰਾਸਦੀ ਦਾ ਸਾਹਮਣਾ ਕਰ ਰਿਹਾ ਹੈ, ਇੱਕ ਨਸ਼ਿਆਂ ਦੀ, ਦੂਜਾ ਵੇਲੋੜੇ ਪ੍ਰਵਾਸ ਦੀ। 12ਵੀਂ ਤੋਂ ਗਾਂਹ ਪੜ੍ਹਦਾ ਹੀ ਕੋਈ ਨਹੀਂ, ਕਿਸੇ ਨੂੰ 5 ਸਾਲ ਹੋ ਗਏ, ਕਿਸੇ ਨੂੰ 4 ਸਾਲ ਹੋ ਗਏ, ਆਈਲੈਟਸ ਹੀ ਕਰੀ ਜਾਂਦੇ ਨੇ। ਔਰ ਜਿਹੜੇ ਆਈਲੈਟਸ ਕਲੀਅਰ ਕਰ ਜਾਂਦੇ ਨੇ, ਚੰਗੇ ਬੈਂਡ ਲੈ ਜਾਂਦੇ ਨੇ, ਉਹ ਵਿਦੇਸ਼ ਨੂੰ। ਔਰ ਦੂਸਰਾ ਨਸ਼ੇ, ਪੰਜਾਬ 'ਚ ਨਸ਼ੇ ਐਡੀ ਵੱਡੀ ਪੱਧਰ ਤੇ ਪਹੁੰਚ ਗਏ ਨੇ, ਬਹੁਤ ਵੱਡੀ ਗੱਲ ਹੋਈ ਪਈ ਹੈ ਜੀ। ਅੱਛਾ, ਇੰਡੀਆ ਦੀ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਆ ਜਿਹੜੀ, ਮਤਲਬ ਭਾਜਪਾ ਵਿਰੋਧੀ ਜਿਹੜੀ ਹੈ ਡੱਡੂਆਂ ਦੀ ਪੰਸੇਰੀ ਇਕੱਠੀ ਹੋਈ ਹੈ, ਇਹ ਉਈਓ ਡਰਾਮਾ ਜਿਹਾ ਕਰਦੇ ਫਿਰਦੇ ਆ ਜਾਂ ਤੰਤ ਹੈ ਕੋਈ ਇਹਨਾਂ ਦੇ ਵਿੱਚ? ਦੇਖੋ ਗਿੱਲ ਸਾਹਿਬ, ਇਹ ਜਿਹੜਾ ਭਾਜਪਾ ਵਿਰੋਧੀ ਧਿਰਾਂ ਨੇ INDIA ਇੰਡੀਆ ਨਾਂ ਦਾ ਗੱਠਜੋੜ ਬਣਾਇਆ, ਇਹ ਅਜੇ ਕਈ ਤਰ੍ਹਾਂ ਦੀ ਪ੍ਰੀਖਿਆ ਦੇ ਵਿੱਚੋਂ ਲੰਘਣਾ ਗਾ। ਪਹਿਲੀ ਪ੍ਰੀਖਿਆ ਇਹ ਹੋਊਗੀ ਕਿ ਵੱਖ-ਵੱਖ ਸੂਬਿਆਂ ਦੇ ਵਿੱਚ ਸੀਟ ਸ਼ੇਅਰ ਨੂੰ ਲੈ ਕੇ ਇਹਨਾਂ ਦਾ ਕੀ ਮਸਲਾ ਬਣਦਾ, ਕਿਉਂਕਿ ਸੀਟਾਂ ਦੇ ਸ਼ੇਅਰਿੰਗ ਨੂੰ ਲੈ ਕੇ ਇਹਨਾਂ ਦੇ ਵਿੱਚ ਤਣਾਤਣੀ ਦਾ ਮਾਹੌਲ ਪੈਦਾ ਹੋ ਸਕਦਾ ਹੈ। ਲਾਲੂ ਪ੍ਰਸ਼ਾਦ ਯਾਦਵ ਤੇ ਨਿਤਿਸ਼ ਕੁਮਾਰ ਸੀਟਾਂ ਕਿਵੇਂ ਵੰਡਣਗੇ, ਸਭ ਨੂੰ ਇਹ ਚਰਚਾ ਹੈ। ਉਧਰ UP ਦੇ ਵਿੱਚ ਅਖਿਲੇਸ਼ ਯਾਦਵ ਕਾਂਗਰਸ ਨਾਲ ਕਿਵੇਂ ਵੰਡੂ, ਇਹਦੀ ਸਭ ਨੂੰ ਦਿਲਚਸਪੀ ਹੈ। ਪੱਛਮੀ ਬੰਗਾਲ 'ਚ ਖੱਬੇ ਪੱਖੀ ਮਮਤਾ ਬੈਨਰਜੀ ਤੇ ਕਾਂਗਰਸ
ਤਿੰਨੇ ਇੱਕ ਦੂਜੇ ਦੇ ਕੱਟੜ ਵਿਰੋਧੀ ਨੇ, ਇੱਕ ਦੂਜੇ ਨੂੰ ਦੇਖ ਨਹੀਂ ਹੰਘਦੇ। ਪੱਛਮੀ ਬੰਗਾਲ 'ਚ ਤਿੰਨੇ ਸੀਟਾਂ ਕਿਵੇਂ ਵੰਡਣਗੇ, ਸਭ ਨੂੰ ਹੈਰਾਨਗੀਆਂ। ਪੰਜਾਬ 'ਚ ਕਾਂਗਰਸੀ ਕਹੀ ਜਾਂਦੇ ਨੇ ਅਸੀਂ ਨਹੀਂ ਰਲ ਕੇ ਚੋਣ ਲੜਨੀ, ਅਸੀਂ ਤਾਂ ਇਕੱਲੇ ਲੜਾਂਗੇ। ਉਧਰੋਂ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਇਕੱਲੇ ਹੀ ਅਸੀਂ ਲੜਾਂਗੇ। ਇੱਥੇ ਕਿਵੇਂ ਰਲ ਕੇ ਚੋਣ ਲੜਨਗੇ ਜਾਂ ਕਿਵੇਂ ਇਕੱਠੇ ਹੋਣਗੇ, ਇਹ ਦਿਲਚਸਪ ਹੋਊ। ਤਾਂ ਇਹ ਜਿਹੜੇ ਇਕੱਠੇ ਹੋਏ ਨੇ ਇਹਨਾਂ 'ਚ ਕੰਟਰਾਡਿਕਸ਼ਨਸ ਬਹੁਤ ਨੇ। ਅੱਜ ਮੈਂ ਸੁਣਿਆ ਰਾਘਵ ਚੱਡਾ ਕਹਿ ਰਿਹਾ ਸੀ, ਕਹਿੰਦਾ ਪ੍ਰਧਾਨ ਮੰਤਰੀ 'ਚ 36 ਗੁਣ ਹੋਣੇ ਚਾਹੀਦੇ ਨੇ। ਉਹ ਗੁਣਾਂ ਨਾਲ ਸੰਪੂਰਨ ਬੰਦਾ ਇੱਕੋ ਹੀ ਆ, ਉਹ ਕੇਜਰੀਵਾਲ ਆ। ਹੁਣ ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਲੈ ਕੇ ਵੀ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਜਿਹੜੀ ਤਣਾ ਤਣੀ ਪੈਦਾ ਹੋਣੀ ਆ। ਮਮਤਾ ਬੈਨਰਜੀ ਕਹਿੰਦੀ ਮੈਂ ਹੈਗੀ ਆ, ਮੈਂ ਬਣੂਗੀ, ਬਾਕੀ ਤੁਸੀਂ ਦੇਖੋ। ਨਿਤਿਸ਼ ਕੁਮਾਰ ਕਹਿੰਦਾ ਭਾਜਪਾ 'ਚ ਮੈਂ ਲਾ ਕੇ ਆਇਆ, ਮੈਂ ਤੁਹਾਨੂੰ ਇਕੱਠੇ ਕੀਤਾ, ਪਟਨੇ ਪਹਿਲੀ ਮੀਟਿੰਗ ਹੋਈ ਆ, ਮੈਂ ਹੈਗਾ। ਸ਼ਰਦ ਪਵਾਰ ਕਹਿੰਦਾ ਮੈਂ ਹੈਗਾ। ਕੇਜਰੀਵਾਲ ਦਾ ਹੁਣ ਰਾਘਵ ਚੱਡਾ ਕਹੀ ਵੀ ਜਾਂਦਾ ਵੀ 36 ਗੁਣ ਨੇ। ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਇੱਕ ਸਪੀਕਰ ਨੇ ਵੀ ਇਹੀ ਗੱਲ ਕਹੀ ਸੀ ਕਿ ਕੇਜਰੀਵਾਲ ਹੋਣਗੇ। ਤਾਂ ਇਹ ਵੀ ਇੱਕ ਮਸਲਾ ਹੋ। ਖੈਰ ਅੱਜ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਹੈ ਜਿਹੜੀ 14 ਮੈਂਬਰੀ, ਉਹਦੀ ਦਿੱਲੀ ਦੇ ਵਿੱਚ ਸ਼ਰਦ ਪਵਾਰ ਦੀ ਰਿਹਾਇਸ਼ ਦੇ ਉੱਤੇ ਹੋਈ। ਰਾਘਵ ਚੱਡਾ ਆਮ ਆਦਮੀ ਪਾਰਟੀ ਦਾ ਲੀਡਰ ਵਿੱਚ ਸ਼ਾਮਲ ਸੀ, ਲਾਲੂ ਪ੍ਰਸਾਦ ਯਾਦਵ ਦਾ ਮੁੰਡਾ ਸੀ, ਸਾਰੇ ਲੀਡਰਸ਼ਿਪ ਸੀ। ਔਰ ਉਹਦੇ 'ਚ ਕਈ ਚੀਜ਼ਾਂ ਨੂੰ ਲੈ ਕੇ ਚਰਚਾ ਹੋਈ। ਇੱਕ ਤਾਂ ਇਹ ਹੋਈ ਕਿ ਸੀਟਾਂ ਦੀ ਵੰਡ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਸਭ ਤੋਂ ਵੱਡਾ ਮਸਲਾ ਕਿ ਅਕਤੂਬਰ ਦੇ ਫਸਟ ਵੀਕ ਇੱਕ ਵੱਡੀ ਰੈਲੀ ਕਰਨਗੇ, ਲੱਖਾਂ ਦਾ ਇਕੱਠ ਕਰਨਗੇ। ਉਹ ਰੈਲੀ ਜ਼ਿਆਦਾ ਤੌਰ ਦੇ ਉੱਤੇ ਜ਼ਿਆਦਾ ਚਾਂਸ ਨੇ ਭੋਪਾਲ ਦੇ ਨੇੜੇ ਹੋਊਗੀ ਔਰ ਉਸ ਰੈਲੀ ਦੇ ਵਿੱਚ ਸਾਰੇ ਇਕੱਠੇ ਹੋਣਗੇ। ਅਗਲਾ ਪੁਆਇੰਟ ਇਹ ਹੈਗਾ ਕਿ ਇੱਕ ਮੀਡੀਆ ਸੰਬੰਧੀ ਵੀ ਇਹਨਾਂ ਨੇ ਕਮੇਟੀ ਬਣਾਈ ਆ ਵੀ ਕਿਹੜੇ ਐਂਕਰ ਨੂੰ ਇੰਟਰਵਿਊ ਦੇਣੀ ਆ, ਕਿਹੜੇ ਨੂੰ ਕਹਿ ਦੇਣਾ ਵੀ ਜਾ ਭਾਈ ਤੂੰ ਤਾਂ ਗੋਦੀ ਮੀਡੀਆ ਵਾਲਾ, ਤੈਨੂੰ ਨਹੀਂ ਅਸੀਂ ਇੰਟਰਵਿਊ ਦਿੰਦੇ, ਕਿਉਂਕਿ ਇਹਦੇ ਤੇ ਵੀ ਡਿਸਕਸ਼ਨ ਇਹਨਾਂ ਦੀ ਖਾਸੀ ਹੋਈ ਆ ਜੀ। ਰਵਨੀਤ ਬਿੱਟੂ ਨੇ ਬੜਿੰਗ ਤੇ ਬਾਜਵਾ ਨੂੰ ਕੀ ਕਹਿਤਾ ਬਈ ਸਾਂਝੀਆਂ ਚੋਣਾਂ ਨਹੀਂ ਲੜਨੀਆਂ? ਬਿੱਟੂ ਤਿਆਰ ਆ ਜੀ ਹੁਣ ਲੜਨ ਨੂੰ। ਅੱਛਾ। ਬੜਿੰਗ ਤੇ ਬਾਜਵਾ ਕਹਿੰਦੇ ਨੇ ਵੀ ਨਹੀਂ ਲੜਨੀਆਂ। ਅੱਛਾ। ਇਹ ਵੀ ਇੱਕ ਮਸਲਾ ਬਣਿਆ ਪਿਆ ਕਿਉਂਕਿ ਨਵਜੋਤ ਸਿੱਧੂ ਤਿਆਰ ਹੈ। ਸਿੱਧੂ ਨੇ ਪਿਛਲੇ ਦਿਨਾਂ ਦੇ ਵਿੱਚ ਸਿਆਸੀ ਸਰਗਰਮੀ ਕੋਈ ਨਹੀਂ ਕੀਤੀ, ਘਰੇ ਹੀ ਨੇ, ਆਪਣੀ ਪਤਨੀ ਦੀ ਦੇਖਭਾਲ ਕਰ ਰਹੇ ਨੇ, ਉਹ ਬਿਮਾਰ ਹੈ। ਨਵਜੋਤ ਸਿੱਧੂ ਨੇ ਪਿਛਲੇ ਦਿਨਾਂ ਸਟੇਟਮੈਂਟਾਂ ਦਿੱਤੀਆਂ ਕਿ ਵੱਡੇ ਲਕਸ਼ ਲਈ, ਵੱਡੇ ਇਰਾਦੇ ਦੇ ਲਈ, ਭਾਜਪਾ ਨੂੰ ਹਰਾਉਣ ਦੇ ਲਈ ਇਕੱਠੀਆਂ ਚੋਣਾਂ ਲੜਨਾ ਕੋਈ ਮਾੜਾ ਨਹੀਂ ਹੈ, ਸਾਨੂੰ ਇਹ ਲੜਨੀਆਂ ਚਾਹੀਦੀਆਂ, ਲੀਡਰਸ਼ਿਪ ਜਿਵੇਂ ਕਹਿੰਦੀ ਆ। ਰਵਨੀਤ ਬਿੱਟੂ ਹੁਣ ਲੀਡਰਸ਼ਿਪ ਦੇ ਖਾਸਾ ਨੇੜੇ ਜਾ ਰਿਹਾ ਕਾਂਗਰਸ ਦੀ ਤੇ, ਔਰ ਉਹ ਤਾਂ ਭਗਵੰਤ ਮਾਨ ਦੇ ਵੀ ਨੇੜੇ ਦੱਸੀਦਾ। ਪਿਛਲੇ ਦਿਨਾਂ ਦੇ ਵਿੱਚ ਜਦੋਂ ਪਟਵਾਰੀਆਂ ਦੀ ਹੜਤਾਲ ਦਾ ਮਸਲਾ ਸੀ, ਐਸਮਾ ਐਕਟ ਲਾਇਆ ਸੀ, ਉਦੋਂ ਵੀ ਵਿਰੋਧੀ ਧਿਰਾਂ 'ਚ ਜੇ ਕੋਈ ਭਗਵੰਤ ਮਾਨ ਦੇ ਪੱਖ 'ਚ ਖੜਿਆ ਸੀ ਤਾਂ ਉਹ ਬਿੱਟੂ ਸੀ। ਤਾਂ ਹੁਣ ਰਵਨੀਤ ਬਿੱਟੂ ਨੇ ਪ੍ਰਤਾਪ ਬਾਜਵਾ ਤੇ ਰਾਜੇ ਵੜਿੰਗ ਨੂੰ ਨਸੀਹਤ ਦਿੱਤੀ ਹੈ ਕਿ ਕਾਂਗਰਸ ਹਾਈ ਕਮਾਂਡ ਦਾ ਫੈਸਲਾ ਹੈ, ਇਕੱਠ ਜੋੜ ਹੋਊ, ਇਕੱਠੇ ਚੋਣ ਲੜਾਂਗੇ, ਤੇ ਜਿਹਨੇ ਭਾਈ ਨਹੀਂ ਲੜਨੀ ਉਹ ਅਸਤੀਫਾ ਦੇ ਕੇ ਪਾਸੇ ਹੋ ਜਾਓ, ਵਿਰੋਧੀ ਧਿਰ ਦੇ ਆਗੂ ਦੇ ਉਹਦੇ ਤੋਂ ਪਾਸੇ ਹੋ ਜਾਓ, ਜੇ ਕੋਈ ਕਾਂਗਰਸ ਦਾ ਪ੍ਰਧਾਨ ਆ ਉਹ ਤੋਂ ਪਾਸੇ ਹੋ ਜਾਓ। ਬਿਨਾਂ ਨਾਲ ਇਹਨਾਂ ਨੂੰ ਚੰਗਾ ਝਾੜਿਆਗਾ ਕਿ ਫਿਰ ਤੁਸੀਂ ਭਾਈ ਪਾਸੇ ਹੋ ਜਾਓ। ਰਾਘਵ ਚੱਡਾ ਨੇ ਵੀ ਅੱਜ ਕਿਹਾਗਾ ਕਿ ਇਕੱਠੇ ਚੋਣ ਲੜਾਂਗੇ ਪੰਜਾਬ ਦੇ ਵਿੱਚ, ਨੋ ਪ੍ਰੋਬਲਮ। ਉਹ ਕਹਿੰਦੇ ਭਾਜਪਾ ਨੂੰ ਹਰਾਉਣ ਦੇ ਲਈ ਅਸੀਂ ਕਿਸੇ ਤਰ੍ਹਾਂ ਦਾ ਵੀ ਸਮਝੌਤਾ ਕਰਨ ਦੇ ਲਈ ਤਿਆਰ ਆ ਜੀ। ਅਕਾਲੀ ਦਲ ਦੇ ਵਿੱਚੋਂ ਕਿਹੜੇ ਗਏ ਜਿਹੜੇ ਭਾਜਪਾ ਦੇ ਵਿੱਚ ਜਾ ਕੇ ਭਾਜਪਾ ਵਾਲਾ ਗਮਛਾ ਪਾ ਲਿਆ ਤਿਰੰਗਾ? ਅਕਾਲੀ ਦਲ ਦੇ ਅਸਲ 'ਚ 2-3 ਵੱਡੇ ਲੀਡਰ ਨੇ ਜਿਹੜੇ ਉਹ ਪਿਛਲੇ 2-3 ਦਿਨਾਂ ਦੇ ਵਿੱਚ ਅਕਾਲੀ ਦਲ ਨੂੰ ਅਲਵਿਦਾ ਆਖ ਗਏ ਔਰ ਅੱਜ ਭਾਜਪਾ 'ਚ ਸ਼ਾਮਲ ਹੋ ਗਏ। ਇੱਕ ਤਾਂ 29 ਸਾਲਾਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਹੇ ਨੇ ਗੁਰਪ੍ਰਤਾਪ ਸਿੰਘ ਟਿੱਕਾ, ਉਹ ਭਾਜਪਾ 'ਚ ਸ਼ਾਮਲ ਹੋ ਗਏ। ਉਹਨਾਂ ਦੇ ਨਾਲ ਸਾਬਕਾ ਸੀਨੀਅਰ ਡਿਪਟੀ ਮੇਅਰ ਅਜੇ ਵੀਰਪਾਲ ਸਿੰਘ ਰੰਧਾਵਾ ਤੇ ਅਕਾਲੀ ਦਲ ਦੇ ਸ਼ਹਿਰੀ ਜਨਰਲ ਸਕੱਤਰ ਜਸਪਾਲ ਸਿੰਘ ਸ਼ਾਂਟੂ, ਉਹ ਵੀ ਭਾਜਪਾ 'ਚ ਸ਼ਾਮਲ ਹੋ ਗਏ। ਇਹ ਅੱਜ ਦਿੱਲੀ ਗਏ ਗੱਡੀਆਂ ਲੈ ਕੇ, ਉੱਥੇ ਭਾਜਪਾ ਦੇ ਕੇਂਦਰੀ ਤੇ ਪੰਜਾਬ ਲੀਡਰਸ਼ਿਪ ਦੀ ਹਾਜ਼ਰੀ ਦੇ ਵਿੱਚ ਇਹ ਸ਼ਾਮਲ ਹੋਏ ਨੇ। ਸਮਾਜ ਜਿਨ੍ਹਾਂ ਨੂੰ ਸ਼ਾਮਲ ਕਰਨ ਵਾਲੇ ਸੀ ਉਹ 'ਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰਪਾਨੀ ਸੀ। ਜਾਖੜ ਨੂੰ ਵੀ ਸੱਦ ਲਿਆ ਸੀ ਵੀ ਆ ਜਾ ਭਾਈ, ਤੇਰੇ ਪੰਜਾਬ ਤੋਂ ਕੁਝ ਵੱਡੇ ਲੀਡਰ ਅਕਾਲੀ ਦਲ ਦੇ ਆਪਣੇ 'ਚ ਸ਼ਾਮਲ ਹੋਣਾ ਚਾਹੁੰਦੇ ਨੇ। ਔਰ ਪੰਜਾਬ ਭਾਜਪਾ ਦੇ ਸਹਾਇਕ ਇੰਚਾਰਜ ਤੇ ਰਾਸ਼ਟਰੀ ਸਕੱਤਰ ਨਰਿੰਦਰ ਰੈਣਾ ਉਹ ਵੀ ਹਾਜ਼ਰ ਸੀ। ਸੋ ਇਹ ਭਾਜਪਾ ਅਸਲ 'ਚ ਵੱਡਾ ਸੰਨ ਮਾਰ ਰਹੀ ਹੈ, ਸੰਨ ਅਕਾਲੀ ਦਲ ਕਣੀ ਨੂੰ ਮਾਰ ਰਹੀ ਹੈ। ਉਧਰ ਮਨਜਿੰਦਰ ਸਿਰਸੇ ਨੂੰ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਪ੍ਰਮੋਟ ਕਰਕੇ ਤਾਹਾਂ ਲੈ ਕੇ ਗਏ ਆ, ਉਹ ਬਾਦਲ ਪਰਿਵਾਰ ਦੇ ਬਦਲ ਵਜੋਂ ਹੀ ਉਹਨੂੰ ਦੇਖ ਰਹੇ ਆ। ਉਹਦੇ 'ਚ ਵੀ ਇਹ ਗੱਲ ਕਹਿ ਸਕਦੇ ਆਂਗੇ
ਕਿ ਮਨਜਿੰਦਰ ਸਿਰਸਾ ਨੇ ਪੂਰਾ ਜ਼ੋਰ ਲਾਇਆ ਹੋਇਆ, ਉਧਰੋਂ ਹਰਦੀਪ ਪੁਰੀ ਨੇ ਪੂਰਾ ਜ਼ੋਰ ਲਾਇਆ ਹੋਇਆ, ਉਧਰੋਂ ਸਾਬਕਾ SSP ਰਿਹਾ ਇਕਬਾਲ ਸਿੰਘ ਲਾਲਪੁਰਾ ਜਿੱਥੇ ਖਾਸੇ ਔਖੇ ਹੋਏ ਸੀ SGPC ਪ੍ਰਧਾਨ ਦੀ ਚੋਣ ਵੇਲੇ ਅਕਾਲੀ ਲੀਡਰ, ਉਹਨੇ ਵੀ ਪੂਰਾ ਜ਼ੋਰ ਲਾਇਆ। ਅਸਲ 'ਚ ਅਕਾਲੀ ਦਲ ਦੀਆਂ ਇਹਨਾਂ ਨੇ ਮਤਲਬ ਕਾਫੀ ਜਿਹੜੀਆਂ ਜੜ੍ਹਾਂ ਨੇ ਉਹ ਖੁਰਚ ਰੱਖੀਆਂ ਨੇ। ਮੈਂ ਦੇਖਿਆ ਗਿੱਲ ਸਾਹਿਬ ਸਿਕੰਦਰ ਸਿੰਘ ਮਲੂਕਾ ਉਹ ਕਹਿ ਰਿਹਾ ਅਸੀਂ ਗੱਠਜੋੜ ਤਾਂ ਕਰਾਂਗੇ ਜੇ ਤੁਸੀਂ ਪੰਜਾਬ ਦੇ ਮਸਲਿਆਂ ਤੇ ਕੋਈ ਹਾਮੀ ਭਰੋਗੇ। ਉਹ ਤਾਂ ਨੇੜੇ ਨੇ ਇਹਨਾਂ ਦੇ ਬੰਦੇ ਤੋੜੀ ਜਾਂਦੇ ਨੇ ਭਾਜਪਾ ਵਾਲੇ, ਉਹ ਤਾਂ ਭਾਜਪਾ ਵਾਲੇ ਤਾਂ ਇਹਨਾਂ ਨੂੰ ਅਸਲ ਦੇ ਵਿੱਚ ਨੇੜੇ ਨਹੀਂ ਲੱਗਣ ਦੇ ਰਹੇ। ਸਿਕੰਦਰ ਸਿੰਘ ਮਲੂਕਾ ਵਰਗੇ ਹਜੇ ਵੀ ਮੀਡੀਆ ਦੇ ਵਿੱਚ ਫੋਕੇ ਬਿਆਨ ਛੱਡੀ ਜਾਂਦੇ ਨੇ ਕਿ ਵੀ ਤਾਂ ਗੱਠਜੋੜ ਕਰਾਂਗੇ, ਵੀ ਗੱਠਜੋੜ ਉਹ ਕਿਹੜਾ ਤੁਹਾਨੂੰ ਕਹਿੰਦੇ ਨੇ ਵੀ ਸਾਡੇ ਨਾਲ ਕਰੋ, ਉਹ ਤੁਸੀਂ ਆਪ ਹੀ ਕਹੀ ਜਾਂਦੇ ਹੋ ਜੀ। ਅੱਛਾ, ਵਿਜੀਲੈਂਸ ਦੇ ਡਰ ਤੋਂ ਕਹਿੰਦੇ ਹੁਣ ਕੈਸ਼ ਬੰਦ ਕਰ ਦਿੱਤਾ, ਸਿੱਧਾ ਹੀ ਕੰਪਿਊਟਰ ਤੋਂ ਆਵੇ ਕੰਮ ਐਪ ਰਾਹੀਂ ਜੀ। ਗਿੱਲ ਸਾਹਿਬ ਹੁਣ ਇਹ ਕੰਮ ਚੱਲ ਪਿਆ ਜੀ, ਹੁਣ ਕਹਿੰਦੇ ਨੇ ਵੀ ਸਿੱਧਾ ਹੀ ਗੂਗਲ ਪੇ ਕਰ ਦਿਓ ਜੀ। ਵਿਜੀਲੈਂਸ ਫਿਰਦੀ ਆ, ਕਾਹਨੂੰ ਐਡੇ ਚੱਕਰਾਂ 'ਚ ਪੈਣਾ। ਗੂਗਲ ਪੇ ਤੇ ਬਾਹਲੀ ਵੱਡੀ ਰਕਮ ਇਕੱਠੀ ਪੇ ਨਹੀਂ ਹੁੰਦੀ, ਉਹ ਕਹਿੰਦੇ ਕੋਈ ਨਾ 2-3 ਦਿਨਾਂ ਦੇ ਵਿੱਚ ਵਾਰ-ਵਾਰ ਐਂਟਰੀਆਂ ਮਾਰ ਕੇ ਕਰ ਦਿਓ, ਪਰ ਗੂਗਲ ਪੇ ਕਰ ਦਿਓ, ਕਿਉਂਕਿ ਜਿਹੜਾ ਰੰਗੇ ਹੱਥੀਂ ਫੜੇ ਜਾਣ ਵਾਲਾ ਮਸਲਾ ਗਾ ਉਹ ਖਾਸਾ ਵੱਡਾ ਗਾ। ਉਹਦੇ 'ਚ ਵਿਅਕਤੀ ਫਸ ਜਾਂਦਾ, ਨੋਟਾਂ ਦੇ ਉੱਤੇ ਨੰਬਰ ਲਾਏ ਹੁੰਦੇ ਨੇ, ਰੰਗ ਲਾਇਆ ਹੁੰਦਾ, ਹੱਥ ਧਵਾਉਂਦੇ ਨੇ ਅਗਲੇ, ਗਵਾਹ ਲਿਆਉਂਦੇ ਨੇ ਅਗਲੇ, ਰਿਕਾਰਡਿੰਗਾਂ ਹੁੰਦੀਆਂ, ਕਹਿੰਦੇ ਏਡੇ ਝੰਜਟਾਂ 'ਚ ਕਾਹਨੂੰ ਪੈਣਾ। ਗੂਗਲ ਪੇ ਵਾਲੇ 'ਚ ਐਂ ਵੀ ਆ ਵੀ ਜੇ ਕਿਤੇ ਬਾਅਦ ਕੱਲ ਨੂੰ ਐਂਟਰੀ ਸ਼ੋ ਹੋ ਗਈ ਵੀ ਉਹ ਤਾਂ ਜੀ ਗਲਤ ਐਂਟਰੀ ਹੋ ਗਈ ਸੀ, ਗਲਤੀ ਦੇ ਨਾਲ ਹੋ ਗਈ, ਉਹ ਨਾਲੇ ਅਸੀਂ ਕਿਹੜਾ ਕੀਤੀ ਆ, ਉਹ ਤਾਂ ਮੂਹਰਲੇ ਨੂੰ ਪੁੱਛੋ ਨੇ ਮੇਰੇ ਵਾਲੇ 'ਚ ਕਿਉਂ ਗੂਗਲ ਪੇ ਕੀਤਾ। ਉਹਦੇ 'ਚ ਮਤਲਬ ਜਿਹੜਾ ਸਰਕਾਰੀ ਮੁਲਾਜ਼ਮ ਆ ਉਹਦੇ ਬਚਣ ਦੇ ਰਾਹ ਖਾਸੇ ਨੇ, ਇਸ ਕਰਕੇ ਗੂਗਲ ਪੇ ਵਾਲੇ ਪਾਸੇ ਨੂੰ ਕਹਾਣੀ ਹੈਗੀ ਜਿਹੜੀ ਉਹ ਤੁਰ ਪੈਂਦੀ ਆ। ਪਰ ਵਿਜੀਲੈਂਸ ਵਾਲਿਆਂ ਨੂੰ ਵੀ ਸਾਰਾ ਪਤਾ ਹੈ। ਅੱਜ ਤੋਂ 10-15 ਸਾਲ ਪਹਿਲਾਂ ਜੋ ਪੁਲਿਸ ਵਾਲੇ ਨਾਕਾ ਲਾਉਂਦੇ ਹੁੰਦੇ ਸੀ ਉਦੋਂ ਵੀ ਬੜੀ ਸਖਤੀ ਹੋ ਗਈ ਸੀ। ਉਦੋਂ ਕਹਿੰਦੇ ਹੁੰਦੇ ਵੀ ਸਕੂਟਰ ਇੱਕ ਸਟਿੱਪਣੀ ਵਾਲਾ ਉਹ ਪਰੇ ਖੜਾ ਉੱਥੇ ਕਹਿੰਦੇ ਨੇ ਵੀ ਉਹ ਸਟਿੱਪਣੀ 'ਚ ਪਾਇਆ 200, ਆਪ ਨਹੀਂ ਸੀ ਹੱਥ ਲਾਉਂਦੇ। ਫੌਜੀਆਂ ਨੂੰ ਕਹਿੰਦੇ ਨਾਕੇ ਤੇ ਕਹਿੰਦੇ ਫੌਜੀ ਆ ਤਾਂ ਰੰਮ ਦਿਖਾ ਜੀ, ਫੌਜੀਆਂ ਦਾ ਰੰਮ ਉਹ ਢੰਗ ਨਵੇਂ ਰਿਸ਼ਵਤ ਦੇ ਨਵੇਂ ਢੰਗ ਲੱਭਦੇ ਰਹਿੰਦੇ ਨੇ ਜੀ। ਰਿਸ਼ਵਤ ਲੈਣੀ ਵੀ ਨਹੀਂ ਬੰਦ ਹੋਈ ਤੇ ਰਿਸ਼ਵਤ ਦੇਣ ਵਾਲੇ ਵੀ ਕਈ ਤਾਂ ਬਾਹਲੇ ਕਾਲੇ ਹੁੰਦੇ ਨੇ ਵੀ ਅਜੇ ਉਹਨਾਂ ਚਿਰ ਆਈ ਨਹੀਂ ਮੰਨਦੇ ਵੀ ਕੰਮ ਹੋ ਗਿਆ। ਜੇ ਕੰਮ ਹੋ ਜੇ ਫੇਰ ਵੀ ਧੱਕੇ ਨਾਲ ਮੁਲਾਜ਼ਮ ਦੀ ਜੇਲ੍ਹ 'ਚ ਪਾਉਣ ਨੂੰ ਜਾਣਗੇ। ਕਈ ਵਾਰ ਮੁਲਾਜ਼ਮ ਵੀ ਜਿਆਦੇ ਤੱਤੇ ਹੁੰਦੇ ਨੇ, ਕੰਮ ਨਹੀਂ ਕਰਦੇ, ਰਿਸ਼ਵਤ ਲੈ ਬਣਾ। ਕਈ ਵਾਰ ਲੋਕ ਵੀ ਸਿੱਟਣ ਨੂੰ ਫਿਰਦੇ ਹੁੰਦੇ ਨੇ ਜੀ। ਐਡੀਟਰਸ ਗਿਲਡ ਦਾ ਮਾਮਲਾ ਸੁਪਰੀਮ ਕੋਰਟ ਚੱਲਦਾ, ਉੱਥੇ ਤਾਂ ਹੁਣ ਬੂਟਾ ਕੋਈਓ ਹਰਿਆ, ਬਾਕੀ ਤਾਂ ਬੀਨ ਵਜਾਉਂਦੇ ਨੇ ਡਰਦੇ ਆਕਿਆਂ ਤੋਂ। ਇਹਨਾਂ ਦਾ ਕੀ ਰੇੜਕਾ ਪੈ ਗਿਆ? ਇਹ ਗਿੱਲ ਸਾਹਿਬ ਜਿਹੜੇ ਚੋਟੀ ਦੇ ਅਖਬਾਰ ਨੇ ਭਾਰਤ ਦੇ, ਉਹਨਾਂ ਦੇ ਸੰਪਾਦਕਾਂ ਦੀ ਇੱਕ ਸੰਸਥਾ ਬਣੀ ਹੋਈ ਹੈ, ਯੂਨੀਅਨ ਬਣੀ ਹੋਈ ਹੈ, ਐਡੀਟਰਸ ਗਿਲਡ ਇੱਕ ਨਾਮੀ ਸੰਸਥਾ ਹੈ। ਉਹਦੇ ਕਨੀ ਕਦੇ ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਸੀ ਝਾਕੀ। ਐਡੀਟਰਸ ਗਿਲਡ ਕਿਉਂਕਿ ਅਖਬਾਰ ਦੇ ਸੰਪਾਦਕ ਉਹਦੇ 'ਚ ਵੀ ਵੱਡੇ ਅਖਬਾਰ ਨੇ ਜਿਹੜੇ ਟਾਈਮਜ਼ ਆਫ ਇੰਡੀਆ ਵਰਗੇ, ਹਿੰਦੁਸਤਾਨ ਟਾਈਮਜ਼ ਵਰਗੇ, ਇੰਡੀਆ ਟੂਡੇ ਵਰਗੇ ਮੈਗਜ਼ੀਨ, ਉਹਨਾਂ ਦੇ ਸੰਪਾਦਕਾਂ ਦੀ ਸੰਸਥਾ ਐਡੀਟਰਸ ਗਿਲਡ ਦੇ ਵੱਲੋਂ ਪਿਛਲੇ ਦਿਨੀ ਮਣੀਪੁਰ ਦਾ ਦੌਰਾ ਕੀਤਾ ਗਿਆ। ਮਣੀਪੁਰ ਦੇ ਦੌਰੇ ਦੇ ਵਿੱਚ ਚੋਟੀ ਦੇ ਪੱਤਰਕਾਰ ਜਿਨ੍ਹਾਂ 'ਚ ਸੀਮਾ ਗੁਹਾ, ਸੰਜੇ ਕਪੂਰ, ਭਾਰਤ ਭੂਸ਼ਣ ਔਰ ਐਡੀਟਰ ਗਿਲਡ ਦੀ ਪ੍ਰਧਾਨ ਸੀਮਾ ਮੁਸਤਫਾ ਸ਼ਾਮਲ ਸੀ। ਵਫਦ ਨੇ ਮਣੀਪੁਰ ਦਾ ਦੌਰਾ ਕਰਕੇ ਰਿਪੋਰਟ ਤਿਆਰ ਕੀਤੀ। ਜਿਹੜੀ ਰਿਪੋਰਟ ਮਣੀਪੁਰ ਦੀ ਸਰਕਾਰ ਨੂੰ ਪਸੰਦ ਨਹੀਂ ਆਈ, ਕਿਉਂਕਿ ਐਡੀਟਰਸ ਗਿਲਡ ਦੀ ਰਿਪੋਰਟ ਦੇ ਵਿੱਚ ਮਣੀਪੁਰ ਸਰਕਾਰ ਦੀ ਵੱਲੋਂ ਲੰਬੇ ਸਮੇਂ ਤੱਕ ਇੰਟਰਨੈਟ ਤੇ ਪਾਬੰਦੀ ਲਾਉਣ ਦੀ ਆਲੋਚਨਾ ਕੀਤੀ ਗਈ ਸੀ। ਰਿਪੋਰਟ 'ਚ ਕਿਹਾ ਗਿਆ ਸੀ ਕਿ ਹਿੰਸਾ ਸ਼ੁਰੂ ਹੋਣ ਤੋਂ ਬਾਅਦ ਮਣੀਪੁਰ ਸਰਕਾਰ, ਪ੍ਰਸ਼ਾਸਨ ਤੇ ਮੀਡੀਆ ਨੇ ਮੁੱਖ ਤੌਰ ਤੇ ਬਹੁ ਗਿਣਤੀ ਮਤੇਈ ਭਾਈਚਾਰੇ ਦਾ ਸਾਥ ਦਿੱਤਾ ਹੈ, ਨਿਰਪੱਖਤਾ ਨਹੀਂ ਦਿਖਾਈ। ਸਰਕਾਰ ਤੇ ਸਵਾਲੀਆ ਨਿਸ਼ਾਨ ਲਾਏ ਗਏ ਸੀ ਔਰ ਸਰਕਾਰ ਨੇ ਹਜਮ ਕਿੱਥੇ ਕਰਦੀ ਹੈ ਉਹ ਜਿਹੀਆਂ ਰਿਪੋਰਟਾਂ। ਮਸਲਾ ਉਹਨਾਂ ਦੇ ਖਿਲਾਫ ਕੇਸ ਦਰਜ ਕਰਨ ਤੱਕ ਜਾ ਪਹੁੰਚਿਆ। ਐਡੀਟਰਸ ਗਿਲਡ ਸੁਪਰੀਮ ਕੋਰਟ ਜਾ ਪਹੁੰਚੀ। ਹੁਣ ਮਸਲਾ ਸੁਪਰੀਮ ਕੋਰਟ ਚੱਲ ਰਿਹਾ। ਸੋ ਸਵਾਲ ਮੀਡੀਆ ਦੀ ਸੰਗੀ ਘੁੱਟਣ ਦਾ ਵੀ ਹੈ, ਮੀਡੀਆ ਦੀ ਆਜ਼ਾਦੀ ਦਾ ਵੀ ਹੈ। ਇਹ ਕਹਿਣ ਦੀਆਂ ਗੱਲਾਂ ਨੇ ਮੀਡੀਆ ਦੀ ਆਜ਼ਾਦੀ। ਅੱਜ ਬਹੁ ਗਿਣਤੀ ਮੀਡੀਆ ਹੈਗਾ ਜਿਹੜਾ ਜਿਵੇਂ ਤੁਸੀਂ ਜ਼ਿਕਰ ਕੀਤਾ ਗੋਦੀ ਮੀਡੀਆ ਬਣ ਚੁੱਕਿਆ, ਸਰਕਾਰਾਂ ਦੀ ਬੋਲੀ ਬੋਲ ਰਿਹਾ। ਪੰਜਾਬ ਦਾ ਵੱਡਾ ਹਿੱਸਾ ਮੀਡੀਆ ਦਾ ਹੈਗਾ ਜਿਹੜਾ ਉਹ ਪੰਜਾਬ ਸਰਕਾਰ ਦੀ ਬੋਲੀ ਬੋਲ ਰਿਹਾ। ਸੈਂਟਰ ਪੱਧਰ ਦਾ ਮੀਡੀਆ ਦਾ ਵੱਡਾ ਹਿੱਸਾ ਸੈਂਟਰ ਗਵਰਨਮੈਂਟ ਦੀ ਬੋਲੀ ਬੋਲ ਰਿਹਾ। ਲੋਕਾਂ ਦੇ ਵਿੱਚ ਪ੍ਰੈਜੈਂਟੇਸ਼ਨ ਵੀ ਐਂ ਕੀਤੀ ਜਾਂਦੀ ਹੈ। ਆ ਮਣੀਪੁਰ ਤੇ ਨੂਹ ਜਿਹੜਾ ਹਰਿਆਣੇ ਦੇ ਵਿੱਚ ਵਾਪਰੀਆਂ ਦੋ ਵੱਡੀਆਂ ਘਟਨਾਵਾਂ ਨੇ ਜਿੱਥੇ ਮਿਨੋਰਟੀਜ਼ ਦੇ ਨਾਲ ਧੱਕਾ ਹੋਇਆ।
ਮੀਡੀਆ ਦੇ ਵੱਡੇ ਅਦਾਰੇ ਦੜ ਵੱਟ ਕੇ ਜੇ ਐਡੀਟਰਸ ਗਿਲਡ ਵਰਗੀਆਂ ਸੰਸਥਾਵਾਂ ਬੋਲੀਆਂ ਉਹਨਾਂ ਤੇ ਕੇਸ ਦਰਜ ਕਰ ਲਏ ਗਏ। 2 ਕ੍ਰਿਸਚੀਅਨ ਔਰਤਾਂ ਨੂੰ ਨੰਗੀਆਂ ਕਰਕੇ ਘੁਮਾਇਆ ਗਿਆ। ਕੀ ਕਾਰਵਾਈ ਹੋਈ ਉਹਦੇ ਚ? ਕਿੱਡੇ ਮੀਡੀਆ ਅਦਾਰਿਆਂ ਨੇ ਉਹ ਮਸਲੇ ਨੂੰ ਉਜਾਗਰ ਕੀਤਾ? ਇਹ ਬੜੇ ਅਹਿਮ ਸਵਾਲ ਬਣਦੇ ਨੇ ਜੀ। ਬਿਲਕੁਲ। ਮੀਡੀਆ ਜਿੱਥੇ ਵੱਧ ਅਧਿਕਾਰਾਂ ਦੀ ਗੱਲ ਆਪਣੇ ਤੌਰ ਤੇ ਕਰਦਾ ਹੈ, ਇੱਥੇ ਰੈਫਰੈਂਡਮ ਦੀ ਗੱਲ ਚੱਲਦੀ ਹੈ ਤਾਂ 80-90% ਭਾਰਤ ਦਾ ਮੀਡੀਆ ਉਹਨਾਂ ਨੂੰ ਖਾਲਿਸਤਾਨੀ ਟੈਰਰਿਸਟ ਦੇ ਨਾਲ ਸੰਬੰਧ ਕਰਦਾ। ਪਰ ਸੇਮ ਟੋਕਨ ਤੇ ਉਸ ਦੇਸ਼ ਦੇ ਵਿੱਚ ਜਿੱਥੇ ਬਹੁਤ ਸੱਭਿਅਕ, ਬਹੁਤ ਪਛਾਵੀ ਤੇ ਬਹੁਤ ਸੂਬੇ ਨੇ, ਉੱਥੇ ਜਦ ਹਿੰਦੂਤਵਾ ਹਿੰਦੁਸਤਾਨ ਦੀ ਗੱਲ ਕਰਦਾ ਵੀ ਉਡਾ ਦਿਆਂਗੇ, ਇੱਥੇ ਰਹਿਣਾ ਹੀ ਕੋਈ ਨਹੀਂ, ਉਸ ਸਮੇਂ ਜਿਹੜੇ ਹਿੰਦੁਸਤਾਨ ਟੈਰਰਿਸਟ ਨਹੀਂ ਉਹ ਕਹਿੰਦੇ ਕਦੇ। ਬਹੁਤ ਵੱਡੇ ਵੱਡੇ ਨਾਂ ਨੇ, ਫਸਟ ਪੋਸਟ ਪ੍ਰਿਆ ਜੀ ਬੋਲਦੇ ਹੁੰਦੇ ਨੇ, ਗੱਲਾਂ ਬਾਤਾਂ ਕਰਨੀਆਂ ਤਾਂ ਵਧੀਆ ਲੱਗਦੀਆਂ। ਫਿਰ ਸੇਮ ਟੋਕਨ ਤੇ ਕਹੋ ਜੇ ਤੁਸੀਂ ਉਸ ਦੇਸ਼ ਦੇ ਵਿੱਚ ਕਹਿੰਦੇ ਹੋ ਵੀ ਇੱਥੇ ਬਹੁਤ ਸੱਭਿਅਕ ਦੇਸ਼ ਆ, ਕੋਈ ਘੱਟ ਗਿਣਤੀ ਨੂੰ ਜ਼ੁਲਮ ਨਹੀਂ ਕਰ ਸਕਦਾ। ਜੇ ਕੋਈ ਵੱਖਰਾ ਆਪਣਾ ਦੇਸ਼ ਬਣਾਉਣਾ, ਜੇ ਇੱਕ ਦੇਸ਼ ਦੇ ਖਿਲਾਫ ਹੈ ਤਾਂ ਉਸੇ ਫਿਰ ਵੱਧ ਗਿਣਤੀ ਦੇ ਬੰਦੇ ਜਦ ਕਹਿੰਦੇ ਨੇ। ਹੁਣ ਇੱਕ ਕੱਲ ਵੀਡੀਓ ਵਾਇਰਲ ਹੋ ਰਹੀ ਸੀ ਹਿਮਾਚਲ ਦੇ ਵਿੱਚ, ਭਗਵੇਂ ਕੱਪੜੇ ਪਾ ਕੇ ਇੱਕ ਬਜ਼ੁਰਗ ਮੁਸਲਮਾਨ ਦੀ ਗੱਡੀ ਦੇ ਵਿੱਚੋਂ ਚੱਕ ਕੇ ਕੱਪੜਿਆ ਮੁੱਲਾ ਕਹਿ ਕੇ ਉਹ ਕਰ ਰਹੇ ਨੇ। ਮੋਨੂ ਮਨੇਸਰ ਕਹਿੰਦਾ ਵੀ ਆ ਰਹੇ ਨੇ ਜੀਜੇ ਤੁਹਾਡੇ ਸਾਂਭ ਲਓ। ਇਹ ਨਹੀਂ ਕਹਾਣੀ ਹੈ। ਫਿਰ ਡਬਲ ਸਟੈਂਡਰਡ ਨਾ ਹੋਵੇ। ਜੇ ਇੱਕ ਨੂੰ ਨਿੰਦਣਾ ਦੂਜੇ ਨੂੰ ਵੀ ਬਰਾਬਰ ਨਿੰਦੋ। ਤੁਸੀਂ ਪੂੰਛਾਂ ਮਾਰਦੇ ਹੋ ਆਕਿਆਂ ਦੇ ਸਾਹਮਣੇ ਤੇ ਦਿਖਾਉਂਦੇ ਹੋ ਵੀ ਵੱਡੇ ਚਿਹਰੇ ਨੇ ਸਾਡੇ, ਇਹ ਨਹੀਂ ਗੱਲ ਹੋਣੀ। ਅਖੀਰ 'ਚ ਦੱਸਿਓ ਜੀ, ਜੰਮੂ ਕਸ਼ਮੀਰ ਦੇ ਅਨੰਤਨਾਗ 'ਚ ਇੱਕ ਮੁੱਠਭੇੜ ਦੌਰਾਨ ਫੌਜ ਦੇ 3 ਅਫਸਰ ਸ਼ਹੀਦ ਹੋਏ ਨੇ ਜੀ। ਕੌਣ ਨੇ ਉਹ? ਜੀ ਗਿੱਲ ਸਾਹਿਬ, ਇਹ ਜੰਮੂ ਕਸ਼ਮੀਰ ਦੇ ਵਿੱਚ ਅੱਜ ਇੱਕ ਵੱਡੀ ਘਟਨਾ ਗਈ ਜਿਹੜੀ ਉਹ ਵਾਪਰੀ ਹੈ। ਜੰਮੂ ਕਸ਼ਮੀਰ ਦੇ ਅਨੰਤਨਾਗ ਦੇ ਵਿੱਚ ਇੱਕ ਮੁਕਾਬਲਾ ਹੋਇਆ। ਉਸ ਮੁਕਾਬਲੇ ਦੇ ਵਿੱਚ ਫੌਜ ਦੇ 3 ਵੱਡੇ ਜਵਾਨ ਨੇ, ਜਿਹੜੇ ਵੱਡੇ ਸੀਨੀਅਰ ਅਫਸਰ, ਉਹ ਸ਼ਹੀਦ ਹੋਏ ਨੇ। ਔਰ ਰਜੌਰੀ ਦੇ ਨਾਰਲਾ ਖੇਤਰ ਦੇ ਵਿੱਚ ਮੁਕਾਬਲੇ ਦੇ ਵਿੱਚ ਇਹ ਸਾਰਾ ਘਟਨਾਕ੍ਰਮ ਹੋਇਆਗਾ, ਜਿਹਦੇ 'ਚ ਇੱਕ ਐਸਪੀਓ ਸਮੇਤ 3 ਜਣੇ ਜ਼ਖਮੀ ਵੀ ਹੋਏ ਨੇ ਔਰ ਇੱਕ ਡੀਐਸਪੀ ਕਰਨਲ ਤੇ ਹੋਰ ਪੁਲਿਸ ਅਧਿਕਾਰੀ ਨੇ ਜਿਹੜੇ ਉਹ ਇਸ ਮਸਲੇ ਦੇ ਵਿੱਚ ਸਾਹਮਣਾ ਕਰ ਰਹੇ ਸੀਗੇ ਮੂਹਰੋਂ, ਜਿਹਦੇ 'ਚ ਡੀਐਸਪੀ ਕਰਨਲ ਸਮੇਤ 3 ਸੀਨੀਅਰ ਪੁਲਿਸ ਅਫਸਰ ਜਿਹੜੇ ਉਹ ਸ਼ਹੀਦ ਹੋਏ ਨੇ ਜੀ। ਜੀ ਬਾਕੀ ਫਿਰ ਕਰਦੇ ਆ ਗੱਲਾਂ ਕੱਲ੍ਹ ਨੂੰ, ਤੇ ਆਪਣਾ ਖਿਆਲ ਰੱਖਿਓ। ਚੜ੍ਹਦੀ ਕਲਾ। ਗੁਰੂ ਅੰਗਦ ਸੰਘ ਨੇ। ਸ਼ੁਕਰੀਆ ਜੀ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਧੰਨਵਾਦ। ਸਰਦਾਰ ਨਵਕੀਰ ਸਿੰਘ ਪੱਤੀ ਸੇਖਵਾਂ ਬਰਨਾਲਿਓਂ ਖੜਕ ਕੇ ਗੱਲ ਕਰਦੇ ਆ। ਉੱਥੇ ਹੀ ਮੀਡੀਆ, ਉੱਥੇ ਹੀ ਸਰਕਾਰਾਂ ਨੇ, ਪਰ ਜਦ ਸੱਚ ਦੀ ਡਗਰ ਤੇ ਤੁਸੀਂ ਤੁਰਨਾ ਤਾਂ ਤੁਰਨਾ ਹੀ ਚਾਹੀਦਾ। ਜਨਮ ਤੇ ਮੌਤ ਬੰਦੇ ਦੇ ਹੱਥ ਨਹੀਂ, ਗੁਰੂ ਪਾਤਸ਼ਾਹ ਦੇ ਹੱਥ ਹੈ। ਇਹ ਸੱਚ ਗੱਲ ਹੈ। ਟਰੂਡੋ ਉਹਨਾਂ ਦਾ ਦਿੱਲੀ ਦੀ G20 ਉਹਨਾਂ ਦੇਸ਼ਾਂ ਦੇ ਵਿੱਚ ਜਿਹੜਾ ਉਹਨਾਂ ਦਾ ਗੇੜਾ ਸੀ, ਉਹਨਾਂ ਦੀ ਆਓ ਭਗਤ, ਉਹਨਾਂ ਨਾਲ ਗੱਲਬਾਤ ਤੇ ਉਹਨਾਂ ਦੇ ਪ੍ਰਤੀ ਮੀਡੀਆ ਦੀ ਜਿਹੜੀ ਭੂਮਿਕਾ ਹੋਣੀ, ਉਹ ਤੋਂ ਗੱਲ ਕੋਈ ਲੁਕੀ ਨਹੀਂ ਸੀ ਹੋਈ। ਲਾਸਟ ਟਾਈਮ ਵੀ ਜਦੋਂ ਗਏ ਨੇ, ਜਦ ਵਫਦ ਲੈ ਗਿਆ ਇੱਥੋਂ 8-10 ਦਿਨ ਮੁੜੇ ਨਾ, ਜਦ ਪ੍ਰਧਾਨ ਮੰਤਰੀ ਮੋਦੀ ਜੀ ਉਹਨਾਂ ਨੂੰ ਨਹੀਂ ਮਿਲੇ। ਇੱਕ ਹੈੱਡ ਆਫ ਸਟੇਟ, ਚਾਹੇ ਸਾਡੀ ਕਹੀ ਜਾਂਦਾ ਰਾਣੀ, ਪਰ ਹੈੱਡ ਆਫ ਸਟੇਟ ਤਾਂ ਪ੍ਰਧਾਨ ਮੰਤਰੀ ਵੀ ਆ ਸਾਡਾ, ਫੋਟੋਆਂ ਨਾਲ ਕੁਛ ਨਹੀਂ ਹੁੰਦਾ। ਤੇ ਜਦ ਵੀ ਉਹਨਾਂ ਨੂੰ ਪਤਾ ਹੀ ਸੀ ਤੇ ਇਸ ਵਾਰ ਵੀ ਪਤਾ ਸੀ। ਰੌਲਾ ਉਹਦਾ ਸਭ ਤੋਂ ਵੱਡਾ ਇਹ ਹੈ ਵੀ ਕੈਨੇਡਾ ਦੇ ਵਿੱਚ ਖਾਲਿਸਤਾਨ ਦੇ ਸੰਬੰਧੀ ਰੈਫਰੈਂਡਮ ਜਿਹੜਾ ਹੁੰਦਾ, ਜਾਂ ਖਾਲਿਸਤਾਨ ਸੰਬੰਧੀ ਕੋਈ ਮੁਜ਼ਾਹਰੇ, ਰੋਸ ਮੁਜ਼ਾਹਰੇ ਹੁੰਦੇ ਨੇ, ਜਾਂ ਭਾਰਤ ਦੇ ਖਿਲਾਫ ਬੋਲਿਆ ਜਾਂਦਾ, ਉਹਦਾ ਇੱਕ ਵੱਡਾ ਮੁੱਦਾ। ਉਹੀ ਸਵਾਲ ਉਹਨਾਂ ਨੂੰ ਪੁੱਛਿਆ ਗਿਆ ਕਿ ਸਿੱਖ ਖਾਲਿਸਤਾਨੀ ਟੈਰਰਿਸਟ ਉੱਥੇ ਆਹ ਕਰਦੇ ਨੇ। ਤੇ ਮੋਦੀ ਆਪਣੇ ਟਰੂਡੋ ਉਹਨਾਂ ਨੇ ਜਿਹੜਾ ਕਿਹਾ ਵੀ ਸਾਡਾ ਇੱਕ ਗਹਿਣਾ ਉਹ ਫਰੀਡਮ ਆਫ ਐਕਸਪ੍ਰੈਸ਼ਨ, ਫਰੀਡਮ ਆਫ ਆਪਣੇ ਡੈਮੋਨਸਟ੍ਰੇਸ਼ਨ, ਇਹ ਸਾਡਾ ਇੰਟੈਗਰਲ ਪਾਰਟ ਹੈ ਕੈਨੇਡਾ ਦਾ। ਪਰ ਸੇਮ ਟੋਕਨ ਉਹਨਾਂ ਨੇ ਇੱਕ ਹੋਰ ਗੱਲ ਕੀਤੀ ਵੀ ਕੁਛ ਬੰਦੇ ਨੇ ਜਿਹੜੇ ਉਹ ਸਾਰੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਨਹੀਂ ਕਰਦੇ, ਹੇਟਡ ਅਸੀਂ ਉੱਥੇ ਹੋਣ ਨਹੀਂ ਦਿੰਦੇ। ਇਹਦੇ ਕਰਕੇ ਹੁਣ ਟਰੂਡੋ ਦੀਆਂ ਪਾਲਿਸੀ ਦੇਸ਼ ਲਈ ਕੀ ਨੇ, ਫਿਸਕਲ ਕੀ ਨੇ, ਸਾਡੀਆਂ ਮੁਸ਼ਕਲਾਂ ਕੀ ਨੇ, ਇਮੀਗ੍ਰੇਸ਼ਨ ਕੀ ਹੈ, ਜਾਂ ਹੈਲਥ ਕੇਅਰ ਦਾ ਸਿਸਟਮ ਕੀ ਹੈ, ਇਹ ਚੀਜ਼ਾਂ ਤੋਂ ਹਟ ਕੇ ਸਿੱਖ ਜਿਹੜੇ ਇਸ ਮੁੱਦੇ ਨਾਲ ਜੁੜੇ ਨੇ, ਨੇੜਿਓਂ ਦੇਖ ਰਹੇ ਨੇ, ਉਹ ਇਸ ਗੱਲ 'ਤੇ ਟਰੂਡੋ ਦੀ ਤਾਰੀਫ ਕਰ ਰਹੇ ਨੇ ਵੀ ਉਹ ਸਟੈਂਡ ਆਪਣਾ ਕਲੀਅਰ ਰੱਖਦਾ। ਕਿਉਂਕਿ ਜੇ ਇਸ ਦੇਸ਼ ਦੇ ਵਿੱਚ ਅਸੀਂ ਫਰੀਡਮ ਕਾਨਵਾਈ ਨੂੰ ਜਿਹੜੇ ਜਿਹਦੇ ਹੱਕ 'ਚ ਨੇ, ਉਹ ਕਹਿੰਦੇ ਇਹਨਾਂ ਨੇ ਹੱਕਾਂ ਦੀ ਉਲੰਘਣਾ ਕਿਉਂ, ਟਰੂਡੋ ਨੇ ਇਹਨਾਂ ਦੇ ਅਕਾਊਂਟ ਬੰਦ ਕੀਤੇ ਕਿਉਂ, ਉਹ ਟੈਰਰਿਸਟ ਕਹਿੰਦਾ, ਪਾਰਟੀਆਂ ਕਹਿ ਰਹੀਆਂ ਨੇ।
ਸੇਮ ਟੋਕਨ ਤੇ ਫ੍ਰੈਂਚ ਕੈਨੇਡਾ ਦੇ ਵਿੱਚ, ਕਬੈਕ ਦੇ ਵਿੱਚ ਉਹਨਾਂ ਦੀ ਹੈਰੀਟੇਜ, ਉਹਨਾਂ ਦਾ ਕਲਚਰ, ਉਹਨਾਂ ਦੀ ਲੈਂਗੁਏਜ ਦੇ ਹੱਕ 'ਚ ਗੱਲ ਕਰ ਰਹੀਆਂ ਨੇ ਪਾਰਟੀਆਂ। ਤਾਂ ਸੇਮ ਟੋਕਨ ਤੇ ਇਹ ਠੀਕ ਹੈ ਬਈ ਇਹ ਗੱਲ ਕੀਤੀ ਜਾਂਦੀ ਹੈ, ਨੋਸ਼ਨ ਹੈ ਵੀ ਭਾਈ ਜਿਹੜਾ ਖਾਲਿਸਤਾਨ ਤੁਸੀਂ ਬਣਨਾ ਜਿਹੜਾ ਜਾਂ ਬਣਾਉਣਾ ਉਹ ਤਾਂ ਭਾਰਤ 'ਚ ਬਣਨਾ। ਇੱਕ ਬਹੁਤ ਵੱਡੀ ਇਸ ਗੱਲ ਦੀ ਵਿਰੋਧ ਕਰਦੇ ਵੀ ਇੱਥੇ ਕਿਉਂ ਕਰਦੇ ਹੋ, ਜਿਹੜੇ ਇਸ ਚੀਜ਼ ਦੇ ਵਿਰੋਧ 'ਚ ਉਹਨਾਂ ਦਾ ਸਭ ਤੋਂ ਵੱਡੀ ਇਹ ਗੱਲ ਹੈ। ਬਣਨਾ ਨਹੀਂ ਬਣਨਾ, ਡੈਮੋਨਸਟ੍ਰੇਟ ਕਰਨਾ ਨਹੀਂ ਕਰਨਾ, ਇਹ ਕਮਿਊਨਿਟੀ ਦਾ ਆਪਣਾ ਪਾਰਟ ਹੈ, ਕਿਹਨੇ ਹੱਕ 'ਚ ਜਾਣਾ ਕਿਹਨੇ ਖਿਲਾਫ ਜਾਣਾ। ਪਰ ਟਰੂਡੋ ਦੀ ਇਸ ਗੱਲ ਕਰਕੇ ਉੱਥੇ ਦਿੱਲੀ ਦੇ ਵਿੱਚ ਜਿਹੜੀ ਭਾਰਤੀ ਮੀਡੀਆ ਵੱਲੋਂ ਜਾਂ ਭਾਰਤੀ ਰਾਜਨੀਤਿਕਾਂ ਵੱਲੋਂ ਜਾਂ ਫੋਟੋ 'ਤੇ ਬੈਠੇ ਮੋਦੀ ਤੇ ਟਰੂਡੋ ਉਹਨਾਂ ਦੇ ਚਿਹਰਿਆਂ ਤੋਂ ਇਸ ਗੱਲ ਤੋਂ ਮਨੁੱਖੀ ਹੱਕਾਂ ਦੇ ਨਾਲ ਖੜੇ ਸਿੱਖ ਨੇ ਜਿਹੜੇ ਉਹ ਟਰੂਡੋ ਦੀ ਇਸ ਗੱਲੋਂ ਮਾਣ ਇਸ ਦਾ ਕਰ ਰਹੇ ਨੇ। ਇਹ ਗੱਲ ਜਿਹੜੀ ਹਾਂ ਉਹਦੀਆਂ ਪਾਲਿਸੀਜ਼ ਦੇ ਆਪਾਂ ਕ੍ਰਿਟਿਕ ਲੋਕ ਜ਼ਿਆਦਾ ਆਪਾਂ ਲਾਈਨਾਂ ਖੋਲ੍ਹਦੇ ਹਾਂ ਤਾਂ ਤੁਸੀਂ ਸਾਰੇ ਕਹਿੰਦੇ ਹੋ ਟਰੂਡੋ ਨੇ ਆਹ ਕਰਤਾ ਆਹ ਕਰਤਾ ਆਹ ਕਰਤਾ, ਪਰ ਬਹੁਤ ਫਾਈਨ ਲਾਈਨ ਆ ਜਿਹੜੀ ਉਹਦੇ ਵਿੱਚ ਇਸ ਗੱਲ 'ਤੇ ਨਾਲ ਕਮਿਊਨਿਟੀ ਖੜਦੀ ਹੈ ਵੀ ਹਾਂ ਸਾਡੇ ਹੱਕਾਂ ਦੀ ਰਾਖੀ ਦੇ ਲਈ ਹੋਰ ਕੋਈ ਮਰਜ਼ੀ ਕਰ ਲਵੇ। ਜੇ ਉਹ ਆਪਣੇ ਮਨੁੱਖੀ ਹੱਕਾਂ ਦੀ ਜਾਂ ਵੱਧ ਅਧਿਕਾਰਾਂ ਜਾਂ ਖਾਲਿਸਤਾਨ ਦੇ ਬਾਰੇ ਕੋਈ ਗੱਲ ਕਰਦੇ ਨੇ ਤਾਂ ਕੋਈ ਹੋਰ ਕਰ ਲਵੇ। ਜਿਹੜੇ ਇੱਥੇ ਹਿੰਦੂ ਭਾਈਚਾਰਾ ਵਸਦਾ ਹੈ, ਜਿਹੜੇ ਹਿੰਦੁਸਤਾਨ ਦੇ ਉਸ ਨੂੰ ਭਗਵਾਂ ਕਰਨ ਦੇ, ਹਿੰਦੂਤਵਾ ਦੇਸ਼ ਪੂਰਾ ਬਣਾਉਣ ਦੇ, ਇੱਕ ਭਾਸ਼ਾ ਇੱਕ ਦੇਸ਼ ਇੱਕ ਕਲਚਰ ਬਣਾਉਣ ਦੇ, ਉਹ ਕਰ ਲੈਣਾ ਆਪਣਾ ਡੈਮੋਨਸਟ੍ਰੇਟ। ਉਹਨਾਂ ਦੇ ਕਿਹੜਾ ਖਿਲਾਫ ਕਿਸੇ ਨੇ ਕਰਨਾ। ਇਹੀ ਕੈਨੇਡਾ ਉਹਨਾਂ ਨੂੰ ਵੀ ਅਲਾਉ ਕਰੂਗਾ। ਪਰ ਐਡਾ ਟੈਬੂ ਤੇ ਐਡੀ ਖਤਰਨਾਕ ਚੀਜ਼ ਬਣਾ ਕੇ ਜਦ ਉਹ ਸਿੱਖ ਖਾਲਿਸਤਾਨੀ ਟੈਰਰਿਸਟ ਸ਼ਬਦ ਵਰਤਦੇ ਨੇ, ਜਿਹੜੀ ਮੈਂ ਪਹਿਲਾਂ ਵੀ ਗੱਲ ਕੀਤੀ ਆ, ਤਾਂ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੇ ਹੁੰਦੇ ਕਤਲ, ਘੱਟ ਗਿਣਤੀਆਂ 'ਤੇ ਹੁੰਦਾ ਜ਼ੁਲਮ, ਮੁਸਲਮਾਨਾਂ ਨੂੰ ਮੁਸਲਮਾਨ ਦੇ ਤੌਰ 'ਤੇ ਕਰਕੇ ਆਮ ਬੰਦਾ ਕਹਿੰਦਾ ਮੁੱਲੇ ਖੋਲਕਾਰ ਦਿਖਾ ਦੇ ਇਹਦੇ 'ਚ ਕੀ ਆ। ਨੋਰਮਲ ਬੰਦੇ ਹਿਮਾਚਲ 'ਚ ਵੀਡੀਓ ਵਾਇਰਲ ਕੱਲ੍ਹ ਤੁਸੀਂ ਦੇਖੀ ਆ, ਤੇ ਕਿਵੇਂ ਕੁੱਟਦੇ ਨੇ ਕਿਵੇਂ ਵੱਢਦੇ ਨੇ। ਸਾਰਿਆਂ ਸਟੇਟਾਂ ਦੇ ਵਿੱਚ ਗਊ ਦਾ ਮੀਟ ਵੇਚਦੇ ਨੇ ਜੀ। ਆਹ ਦੁਨੀਆ ਦੇ ਵਿੱਚ ਬੀਫ ਵਿਕਦੀ ਹੈ। ਪਰ ਸੇਮ ਟੋਕਨ 'ਤੇ ਉਹਦੇ ਖਿਲਾਫ ਵੀ ਮੀਡੀਆ ਬੋਲੂਗਾ ਕਦੇ ਉੱਥੇ ਗੱਲ ਕਰੂ ਨਹੀਂ। ਫਿਰ ਉਸ ਸਮੇਂ ਉਹ ਵੱਧ ਗਿਣਤੀ ਦਾ ਹਿੱਸਾ ਬਣਦੇ ਨੇ ਆਪਣੇ ਤੌਰ 'ਤੇ ਵੀ ਅਸੀਂ ਪਾਰਟ। ਸਿੱਖ ਕੋਈ ਉਸ ਕਮਿਊਨਿਟੀ 'ਚੋਂ, ਸਿੱਖਾਂ ਦੀ ਕਮਿਊਨਿਟੀ ਦੇ ਵਿੱਚੋਂ ਮਾੜੀ ਜੀ ਇਹਦੇ ਬਾਰੇ ਗੱਲ ਕਰਦੇ ਹੋ, ਕਹਿੰਦੇ ਵੀ ਅੱਛਾ ਆ ਜਾ ਤੂੰ ਇਹ ਗੱਲ ਕਿਉਂ ਕੀਤੀ। ਸੋ ਇਹ ਜਿਹੜੀ ਜ਼ਿੰਦਗੀ ਹੈ ਇਹ ਸਾਵੀਂ ਰੱਖਣ ਦੇ ਲਈ ਆਪਣੇ ਆਪ ਨੂੰ ਖੜਾ ਰੱਖਣ ਦੀ ਲੋੜ ਹੈ ਵੀ ਨਹੀਂ ਇਸ ਤਰ੍ਹਾਂ ਨਹੀਂ ਹੈ। ਜਿਹੜੀ ਗੱਲ ਸਹੀ ਆ ਉਦੋਂ ਸਹੀ 'ਤੇ ਖੜੋ। ਮੁਸ਼ਕਿਲਾਂ ਤਾਂ ਆਉਂਦੀਆਂ, ਮੁਸ਼ਕਿਲਾਂ ਤਾਂ ਆਮ ਤੁਹਾਡੀ ਨਿੱਜੀ ਜ਼ਿੰਦਗੀ 'ਚ ਨਹੀਂ ਮੁਸ਼ਕਿਲਾਂ ਆਉਂਦੀਆਂ। ਚੰਗੇ ਭਲੇ ਰਾਤ ਨੂੰ ਪੈਂਦੇ ਹੋ, ਸਵੇਰੇ ਉੱਠਦੇ ਹੋ, ਆਹ ਹੋ ਗਿਆ ਉਹ ਹੋ ਗਿਆ, 100 ਮੁਸ਼ਕਿਲਾਂ ਨੇ ਘਰ ਚਲਾਉਣ ਲਈ। ਕਿਹਨੇ ਉੱਥੇ ਪੁੱਛਿਆ, ਕਿਸੇ ਨੇ ਗੱਲ ਕੀਤੀ ਆ। ਹੁਣ ਜਸਵੰਤ ਸਿੰਘ ਖਾਲੜਾ ਦਾ ਦਿਨ ਲੰਘ ਕੇ ਗਿਆ 25,000 ਲਾਸ਼ਾਂ ਦਾ, ਕੋਈ ਬੋਲਦਾ ਪੱਤਰਕਾਰ ਉੱਥੇ ਦਾ ਵੀ ਉਹ 25,000 ਕਿਹੜੇ ਸੀ, ਇਹਨਾਂ ਦਾ ਨਾਂ ਤਾਂ ਦਿਓ। ਉੱਥੇ ਝੰਗਿਆਣਾ ਮਾਰਦੇ ਨੇ ਮਾਈਕ ਦੇ ਸਾਹਮਣੇ ਖੜ ਕੇ, ਤੇ ਵੱਡਾ ਛੋਟਾ ਜੀ ਇਹ ਹੈ ਜੀ ਉਹ ਜੀ, ਇਹਨੂੰ ਮਿਲੀਅਨ ਬੰਦਾ ਦੇਖਦਾ। ਪੌਡਕਾਸਟਰ ਕਈ ਬਣਾਏ ਹੋਏ ਨੇ ਜਿਹੜੇ ਉਹਨਾਂ ਨੇ ਸੈੱਟ ਕਰਕੇ ਗੱਲਾਂ ਕੀਤੀਆਂ ਨੇ, ਤੇ ਉਹਨਾਂ ਦੀਆਂ ਗੱਲਾਂ ਹੁੰਦੀਆਂ ਤੇ ਮਿਲੀਅਨਸ। ਹੁਣ ਜਦ ਉੱਥੇ 150 ਕਰੋੜ ਬੰਦਾ ਤੇ ਉੱਥੇ ਮਿਲੀਅਨ 5-7 ਲੱਖ ਦੀ ਗੱਲ ਕਿਹੜੀ ਆ ਉਹਨੂੰ ਦੇਖਣ ਵਾਲਿਆਂ ਦੀ। ਜੇ ਮਨੁੱਖਤਾ ਦੀ ਗੱਲ ਤੇ ਧਰਮ ਦੀ ਗੱਲ ਤੇ ਖੜ ਕੇ ਗੱਲ ਕਰਨਾ, ਫਿਰ ਮਨੁੱਖਤਾ ਤੇ ਧਰਮ ਇੱਕੋ ਹੀ ਗੱਲ ਕਹਿੰਦਾ ਵੀ ਇੱਕੋ ਹੀ ਸਟੈਂਡ ਚਾਹੀਦਾ, ਫਿਰ ਆਪਣੇ ਲਈ ਜਾਂ ਪਰਾਏ ਲਈ। ਹੁਣ ਜਾਂ ਪੰਜਾਬ ਦੀ ਗੱਲ ਹੁੰਦੀ ਹੈ, ਹੁਣ ਆ ਵੋਟਾਂ ਦੀ ਗੱਲ, ਫੇਸਬੁੱਕੀ ਕਮਾਂਡੋ ਲੱਗੇ ਹੋਏ ਸੀ ਇੰਨੀਆਂ ਵੋਟਾਂ ਨਹੀਂ ਪੈ ਸਕਦੀਆਂ। ਤੁਸੀਂ ਫਿਰ ਜੇ ਵੋਟਾਂ ਪੈਂਦੀਆਂ ਦੇਖਣੀਆਂ, ਆ ਜਾਓ ਉੱਥੇ ਦੇਖ ਲੈਂਦੇ ਖੜ ਕੇ ਵੀ ਕਿਵੇਂ ਪੈਂਦੀਆਂ ਨੇ ਵੋਟਾਂ, ਕਿੰਨਾ ਸਮਾਂ ਲੱਗਦਾ। 1 ਮਿੰਟ 'ਚ 1 ਵੋਟ ਪੈ ਗਈ ਜੀ, ਇਹ 60 ਪੈ ਗਈਆਂ ਜੀ, 880 ਵੋਟ ਹੋਏ ਜੀ, ਇਹ 400 ਹੋ ਗਈ ਜੀ, ਇਹ ਇੱਕ ਚਾਹੇ 1,35,000 ਹੋਵੇ, 35 ਹੋਵੇ, 40 ਹੋਵੇ, ਜਿਹੜੇ ਪਿੰਡ ਜਾਣਾ ਹੀ ਨਹੀਂ ਉਹਦਾ ਰਾਹ ਕੀ ਪੁੱਛਣਾ। ਜਦ ਤੁਸੀਂ ਵਿਰੋਧ 'ਚ ਉਹਦਾ ਵਿਰੋਧ 'ਚ ਰਹੋ। ਵਿਆਹ ਮੋਗੇ ਕਿਹੜਾ ਹਟ ਜੋਗੇ ਕਿ ਕਿਉਂ ਪੈਂਦਾ, ਜਦ ਤੁਹਾਡਾ ਮਤਲਬ ਨਹੀਂ ਤੁਸੀਂ ਪਰ ਫਿਰ ਅਗਲੇ ਨੂੰ ਨੱਚਣ ਦਿਓ। ਉਹ 1,35,000 ਕਹਿਣ, ਉਹ 35 ਕਹਿਣ, ਉਹ 1.5 ਲੱਖ ਕਹਿਣ, ਫਿਰ ਉਹਨਾਂ ਦੇ ਬਾਰੇ ਨਾ ਗੱਲ ਕਰੋ ਜਦ ਤੁਸੀਂ ਜਾਣਾ ਹੀ ਨਹੀਂ ਉੱਧਰ ਨੂੰ, ਤੁਹਾਡਾ ਮਤਲਬ ਨਹੀਂ, ਤੁਹਾਡੀ ਵਿਰੋਧਤਾ। ਜਾਂ ਫਿਰ ਜਾ ਕੇ ਦੇਖ ਲਓ ਵੀ ਭਾਈ ਮੈਂ ਤੁਹਾਡਾ ਕ੍ਰਿਟਿਕ ਹਾਂ, ਮੈਂ ਖੜ ਕੇ ਦੇਖਣੀਆਂ ਨੇ ਕਿੰਨੀਆਂ ਪੈਂਦੀਆਂ ਨੇ। ਜੇ ਫਿਰ ਉੱਥੇ ਵਿਰੋਧਤਾ ਵਾਲੇ ਪਾ ਲਓ ਲਾਈਨ 'ਚ ਲੱਗ ਜਾਓ ਜਿੰਨੀਆਂ ਮਰਜ਼ੀ। ਉਹ ਕਿਹੜਾ ਦੇਖਦੇ ਨੇ ਅੰਦਰ ਜਾ ਕੇ, ਤੁਸੀਂ ਨਾ 'ਚ ਪਾਉਂਦੇ ਹੋ, ਹਾਂ 'ਚ ਪਾਉਂਦੇ ਹੋ, ID ਦੇਖਣੀ ਹੈ ਤੇ ਪਾ ਦਿਓ ਵੋਟਾਂ ਜਾ ਕੇ। ਵਿਰੋਧਤਾ ਵਾਲਿਆਂ ਦੀ ਲਾਈਨ ਲਵਾ ਲਓ, ਇਕੱਠੇ ਕਰਕੇ ਪਾ ਦਿਓ, ਜਿਹਦੇ ਅਗੇਂਸਟ ਪਾਉਂਦੇ, ਜਿਹੜੇ ਫੇਸਬੁੱਕ 'ਤੇ ਵੀ ਰੌਲਾ ਪਾਉਂਦੇ ਹੋ, ਤੇ ਲਾਈਨ 'ਚ ਲਾ ਕੇ ਵੋਟਾਂ ਪਾ ਲਿਓ। ਮੇਰੇ ਕਹਿਣ ਦਾ ਮਤਲਬ, ਜਦ ਤੁਸੀਂ ਇੱਕ ਜਗ੍ਹਾ ਸਟੈਂਡ ਲੈਂਦੇ ਹੋ ਵੀ ਭਾਈ ਮੈਂ ਵੱਧ ਅਧਿਕਾਰਾਂ ਦੀ ਗੱਲ ਕਰਦਾ,
ਮੈਂ ਮਨੁੱਖੀ ਹੱਕਾਂ ਦੀ ਗੱਲ ਕਰਦਾ। ਮੈਂ ਕਿਸੇ ਤੇ ਹੋਏ ਢਿੰਗੋ ਜ਼ੋਰੀ ਜ਼ੁਲਮ ਦੀ, ਉਹਦੇ ਧਰਮ ਕਰਕੇ, ਉਹਦੇ ਮੂੰਹ ਸਿਰ ਕਰਕੇ, ਜੇ ਮੈਂ ਉਹਦੇ ਅਗੇਂਸਟ ਹਾਂ, ਜੇ ਹਿੰਦੂ ਤੇ ਹੋਵੇ, ਮੁਸਲਮਾਨ ਤੇ ਹੋਵੇ, ਕ੍ਰਿਸਚੀਅਨ ਤੇ ਹੋਵੇ, ਸਿੱਖ ਤੇ ਹੋਵੇ, ਮੈਂ ਇੱਕੋ ਹੀ ਸਟੈਂਡ ਆ ਮੇਰਾ। ਇਹ ਨਹੀਂ ਹੋਣਾ ਚਾਹੀਦਾ ਵੀ ਅੱਜ ਮੇਰੇ ਹੱਕ ਦੀ ਆ, ਮੈਂ ਇਹਦੀ ਗੱਲ ਕਰਦਾ। ਮੈਂ ਅੱਗੇ ਜਦ ਗੱਲ ਕਰਦੇ ਹਾਂ ਆਪਾਂ ਪੰਜਾਬ ਦੀ, ਤਾਂ ਉਸੇ ਸਮੇਂ ਗੱਲ ਹੁੰਦੀ ਜੀ ਬੱਸਾਂ ਲਾ ਕੇ ਹਿੰਦੂ ਵੀਰ ਮਰ ਗਿਆ, ਉਹਨਾਂ ਦੀ ਵੀ ਵਿਰੋਧਤਾ, ਠੋਕ ਕੇ ਵਿਰੋਧਤਾ। ਪਿੰਡਾਂ 'ਚੋਂ ਹਿਜਰਤ ਹੋਈ, ਹਰਿਆਣੇ ਨੂੰ ਗਏ ਲੋਕ, ਦਿੱਲੀ ਨੂੰ ਗਏ, ਘਰ ਬਾਰ ਪੀੜ੍ਹੀਆਂ ਦਾ ਛੱਡ ਕੇ ਗਏ, ਉਹ ਵੀ ਵਿਰੋਧਤਾ। ਪਰ ਉਹ ਬੱਸਾਂ ਦੇ ਵਿੱਚੋਂ ਲਾ ਕੇ ਜਿਹੜੇ ਲਾਲੜੂ ਕਾਂਡ ਹੋਇਆ, ਢਿਲਵਾਂ ਕਾਂਡ ਹੋਇਆ, ਖਜ਼ਰੂਲੇ ਕਾਂਡ ਹੋਇਆ, ਸ਼ਾਇਦ 5-7 ਕਾਂਡ ਹੋਏ ਨੇ ਉਹ। ਪਰ ਮੈਂ ਉਹ 10, 20, 30, 40 ਹਿੰਦੂ ਵੀਰਾਂ ਦਾ ਜਿੰਨਾ ਦੁੱਖ ਆ, ਉੱਥੇ ਲੱਖ ਦੀ ਗਿਣਤੀ ਹੈ ਜਿਹੜੇ ਵੱਢ ਕੇ ਧੁੱਦੜ ਦੇ ਵਿੱਚ ਗੱਡ ਤੇ ਲੋਕਾਂ ਦੇ। ਪੜ੍ਹ ਕੇ ਦੇਖਿਓ ਕਿਤਾਬ ਜਿਹੜੀ ਦਲਜੀਤ ਸਿੰਘ ਬਿੱਟੂ ਦੀ ਹੈ, ਜਾਂ ਚੈਲੰਜ ਕਰਦੇ ਹੋ ਵੀ ਕੀ ਹੋਇਆ, ਕੀ ਆ। ਜਿਉਂਦੇ ਬੰਦਿਆਂ ਦੇ ਖੋਪੜ ਲਾਏ ਨੇ, ਜਿਉਂਦੇ ਬੰਦਿਆਂ ਦੀਆਂ ਸਤਨਾਮ ਵਾਹਿਗੁਰੂ ਕਹਿੰਦੀਆਂ ਨੇ ਜੀਭਾਂ ਵੱਡੀਆਂ, ਅਨੋਖ ਸਿੰਘ ਬੱਬਰ ਵਰਗਿਆਂ ਦੀਆਂ, ਅੰਗ ਕੱਟਿਆ, ਬੰਦ ਕੱਟਿਆ। ਗੁਰਦੇਵ ਸਿੰਘ ਦੇਬੂ ਤੁਹਾਡਾ ਭਗੌੜਾ ਸੀ, ਉਹਦਾ ਇਹ ਨਹੀਂ ਮਤਲਬ ਚੱਕ ਕੇ ਤੁਸੀਂ ਉਹਨੂੰ ਦੇਗ 'ਚ ਉਬਾਲ ਦਿਓ, ਫੜ ਲਓ, ਉਹਦੇ ਤੇ ਕੇਸ ਚਲਾ ਦਿਓ। ਫਿਰ ਉਸ ਸਮੇਂ ਉਹਨਾਂ ਯੋਧਿਆਂ ਨੇ ਆਪਣੇ ਕਗਾਰ ਤੇ ਖੜ ਕੇ ਆਪਣੇ ਧਰਮ ਦੀ ਗੱਲ ਕਰਕੇ ਉਸ ਸਮੇਂ ਸਵਰਨ ਘੋਟ ਨਾ ਛੱਡਿਆ, ਜਦ ਉਹਦੇ ਤੇ ਸਿਰ ਤੇ ਚੜ੍ਹ ਕੇ ਕਾਲ ਬਣਿਆ ਹੋਇਆ ਸੀ, ਪਰ ਉਹ ਪਾਠ ਕਰਨ ਲੱਗਿਆ, ਰਹਿ ਰਸਦਾ ਕਹਿੰਦਾ ਲੈ ਛੱਡਿਆ, ਤੂੰ ਹੱਥ 'ਚ ਤੇਰੇ ਗੁਟਕਾ ਫੜਿਆ। ਇਹ ਕਿਰਦਾਰਾਂ ਦੀ ਗੱਲ ਹੈ। ਇਹ ਕਿਰਦਾਰ ਉਸੋਂ ਵੀ ਮਿਲੇ ਨੇ ਜਦ ਹਰੀ ਸਿੰਘ ਨਲੂਆ ਬੈਠਾ ਜਮਰਾਉਤ ਦੇ ਵਿੱਚ, ਮੁਸਲਮਾਨ ਔਰਤ ਆਈ, ਉਹ ਕਹਿੰਦੀ ਮੈਨੂੰ ਵਿਆਹ ਕਰਾ, ਮੈਨੂੰ ਤੇਰੇ ਤੋਂ ਪੁੱਤ ਚਾਹੀਦਾ। ਉਹ ਕਹਿੰਦੀ ਮੈਂ ਤੇਰਾ ਬੇਬੇ, ਤੂੰ ਮੇਰੀ ਬੇਬੇ ਬਣ ਜਾ, ਮੈਂ ਤੇਰਾ ਪੁੱਤ। ਸੋ ਆਪਣਾ ਜਿਹੜਾ ਕਲੀਅਰ ਸਟੈਂਡ, ਖਾਸ ਤੌਰ 'ਤੇ ਪੱਤਰਕਾਰਾਂ ਨੂੰ, ਜੇ ਕਿਤੇ ਧੱਕਾ ਹੁੰਦਾ, ਜੇ ਉੱਥੇ ਡਬਲ ਰੂਪ ਆਪਾਂ ਲਿਖਾਉਂਦੇ, ਫਿਰ ਅਸੀਂ ਇਹ ਮਾਈਕਾਂ 'ਤੇ, ਇਹ ਕਲਮਾਂ 'ਤੇ ਬਹਿਣ ਦੇ ਅਸੀਂ ਹੱਕਦਾਰ ਨਹੀਂ, ਸਾਨੂੰ ਖੜਨਾ ਪਊ। ਜੇ ਸਿੱਖ ਨਾਲ ਵਾਧਾ ਹੁੰਦਾ ਉੱਥੇ ਖੜਿਆ, ਤੇ ਉੱਥੇ ਹਿੰਦੂ ਵੀਰ ਨਾਲ ਵਾਧਾ ਹੁੰਦਾ ਉੱਥੇ ਵੀ ਖੜੇ। ਸੋ ਇਹ ਜਿਹੜਾ ਵੱਡੇ ਇਸ਼ੂ ਉੱਥੇ ਦੇ ਹੁਣ ਜਦ ਉਹ ਬੋਲਦੇ ਨੇ, ਇਹਦੇ ਕਰਕੇ ਅੱਜ ਮੈਂ ਹੈਰਾਨ ਹੋ ਗਿਆ। 4 ਮੈਨੂੰ ਫੋਨ ਆਏ ਮੁੰਡਿਆਂ ਦੇ, ਉਹਨਾਂ ਨੇ ਕਾਨਫਰੰਸ ਕਾਲ ਕਰਕੇ ਨਾਲ ਲਾਏ, ਤੇ ਉਹਦੇ ਵਿੱਚੋਂ ਉਹ ਵੀ ਸੀ ਜਿਹੜੇ ਕੋਏ ਗਏ ਉਹਦੇ 'ਚ। ਉਹ ਕਹਿੰਦੇ ਅਸੀਂ ਬਹੁਤ ਮਾਣ ਕਰਦੇ ਹਾਂ, ਕੰਜ਼ਰਵੇਟਿਵ ਪਾਰਟੀ ਨੂੰ ਪਸੰਦ ਕਰਦੇ ਹਾਂ, ਪਰ ਮਨੁੱਖੀ ਹੱਕਾਂ ਦੇ ਤੌਰ 'ਤੇ ਜੇ ਪਾਰਟੀ ਨਹੀਂ ਖੜਦੀ, ਅਸੀਂ ਬਿਲਕੁਲ ਨਹੀਂ ਮਦਦ ਕਰਦੇ। ਅਸੀਂ ਟਰੂਡੋ ਦੇ ਖਿਲਾਫ ਹਾਂ, ਪਰ ਟਰੂਡੋ ਜਿਹੜਾ ਜਾ ਕੇ ਦਿੱਲੀ ਦੇ ਵਿੱਚ ਜਿਹੜਾ ਉਹਨੇ ਸਟੈਂਡ ਲਿਆ, ਉਹਦੇ ਲਈ ਸਲਿਊਟ ਕਰਦੇ ਹਾਂ ਅਸੀਂ ਉਹਨੂੰ। ਇਸ ਤਰ੍ਹਾਂ ਬੰਦੇ ਖੜਦੇ ਨੇ ਪੈਰ ਗੱਡ ਕੇ, ਇਸ ਤਰ੍ਹਾਂ ਹੀ ਖੜਨਾ ਚਾਹੀਦਾ। ਇਹ ਨਹੀਂ ਹੈ ਵੀ ਅੱਖਾਂ ਮੀਚ ਕੇ ਕਿਸੇ ਦੀ ਝੋਲੀ 'ਚ ਬਹਿ ਗਏ ਤਾਂ ਜਿਹੜਾ ਕੋਈ ਮਰਜ਼ੀ ਕਰੀ ਚੱਲੇ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਅਨਕੰਡੀਸ਼ਨਲ ਸਪੋਰਟ ਨਹੀਂ, ਕੰਡੀਸ਼ਨਲ ਹੀ ਸਪੋਰਟ ਚਾਹੀਦੀ ਆ। ਇਹ ਬਹੁਤ ਜ਼ਰੂਰੀ ਹੈ। ਕੈਸਰ ਭੈਣ ਜੀ, ਤੁਸੀਂ ਏਅਰ ਤੇ ਹੋ? ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ, ਤੁਹਾਡੇ ਸਾਹਮਣੇ ਪਹਿਲੇ ਵੀ ਐਵੇਂ ਹੋਈ ਸੀ ਕਿ ਤੂੰ ਜਾਣ ਨਾ ਜਾਣ, ਮੈਂ ਤੇਰਾ ਮਹਿਮਾਨ। ਤੇ ਹੁਣ ਵੀ ਰੁੱਖਾ ਫਿੱਕਾ ਸੀ, ਇੰਨਾ ਨਹੀਂ ਸੀ। ਗੋਸ ਨੇ ਆਪਣੀ ਗੱਲ ਕਰ ਦਿੱਤੀ ਹੱਕ ਦੇ। ਦੂਸਰਾ ਜਿਹੜਾ ਸਾਊਦੀ ਅਰਬ ਦਾ ਸੀ ਸ਼ਹਿਜ਼ਾਦਾ ਸਾਹਿਬ, ਮਿਲੀਅਨ ਦੇ ਕੇ ਆਇਆ ਵੇ, ਉਹਦੀ ਇਨਸਲਟ ਹੋਈ ਦੇਖੀਏ ਤੁਸੀਂ ਵੀ? ਉਹਨੇ ਹੱਥ ਅੱਗੇ ਕੀਤਾ, ਕਿਸੇ ਨੇ ਉਹਦਾ ਹੱਥ ਅੱਗੇ ਨਹੀਂ ਕੀਤਾ, ਮਲਾਇਆ ਨਹੀਂ। ਦੂਸਰੇ ਇੱਕ ਬੰਦੇ ਨੂੰ ਕੀਤਾ ਨਹੀਂ, ਫਿਰ ਚੁੱਪ ਕਰ ਨੀਵੀਂ ਪਾ ਕੇ ਇੱਧਰ ਹੋ ਗਿਆ। ਇੰਨੇ 'ਚ ਸਭ ਕੇ ਸਿੱਖ ਜਾਣ, ਆਲਮੇ ਇਸਲਾਮ ਇਕੱਠਾ ਹੋ ਜਾਏ, ਮਜ਼ਲੂਮ ਸਾਰੇ ਇਕੱਠੇ ਹੋ ਜਾਣ, ਤੇ ਜ਼ਾਲਮ ਜਿਹੜੇ ਨੇ ਆਪੇ ਫਿਰ ਥੋੜੇ ਜਿਹੇ ਨੀਵੇਂ ਹੋ ਜਾਣਗੇ। ਆ ਦੇਖ ਲਓ, ਇਹਨਾਂ ਨੇ ਰੂਸ ਦੇ ਖਿਲਾਫ ਇਹ ਸਾਰੀ ਕੀਤੀ ਕਾਨਫਰੰਸ, ਤੇ ਉਹ ਸ਼ਮਾਲੀ ਕੋਰੀਆ ਵਾਲਾ ਪਹੁੰਚ ਗਿਆ, ਉਹਨੇ ਕਿਹਾ ਮੇਰੀ ਤੇਰੇ ਨਾਲ ਫੁੱਲ ਸਪੋਰਟ ਹੈ। ਤੇ ਨੁਕਸਾਨ ਕਿਹਦਾ ਭਾਈ? ਯੂਕਰੇਨ ਦਾ। ਉਹਨਾਂ ਲੋਕਾਂ ਦਾ ਨੁਕਸਾਨ ਹੋ ਗਿਆ, ਤੇ ਉਹਨਾਂ ਦੀ ਬਸ ਇਹ ਕਰਕੇ ਤੇ ਉਹਨਾਂ ਨੂੰ ਕੱਢਿਆ ਤੇ ਧਰੂ ਕੇ, ਤੇ ਇਹਨਾਂ ਨੇ ਮਰਵਾਤਾ ਸਾਰੇ ਉਹਦੇ ਮੁਲਕ। ਹਾਂਜੀ, ਥੈਂਕ ਯੂ। ਹੋਰ ਤੇ ਉਹ ਸੀ ਨਾ, ਫਿਰ ਇਹ ਵੀ ਜਾਂਦੇ, ਸਾਰੇ ਜਾਂਦੇ। ਇੱਕ ਗੁਪਤ ਕਾਲਰ ਨੇ ਜੀ, ਲਾਈਨ ਨੰਬਰ 2। ਬੋਲੋ ਜੀ। ਜੀ ਤੁਸੀਂ ਗੱਲ ਕੀਤੀ ਨਾ ਪੰਜਾਬ ਦੀ, ਉਹ ਮੈਨੂੰ ਮੈਂ ਜੀ ਤੁਹਾਡੀ ਆਵਾਜ਼ ਨਹੀਂ ਸੁਣ ਰਹੀ ਸਰਾਰ ਸਾਹਿਬ, ਦੁਬਾਰਾ ਕਰ ਲਿਓ। ਸਤਵੰਤ ਸਿੰਘ ਜੀ, ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਸਾਹਿਬ। ਸਤਿ ਸ਼੍ਰੀ ਅਕਾਲ ਜੀ।
ਗਿੱਲ ਸਾਹਿਬ ਜਿਹੜੇ ਬੰਦੇ ਵੀਰਵਾਰ ਤੱਕ ਸ਼ੁੱਕਰਵਾਰ ਤੱਕ ਕਰਦੇ ਸੀ ਵੀ 2.5 ਟੋਟਲ ਹੋਣਗੇ, 3500 ਗਿਣਤੀ ਹੋ ਜਾਊਗੀ, 5000 ਹੋ ਜਾਊਗੀ, ਵੱਧ ਤੋਂ ਵੱਧ ਮੁੱਠੀ ਭਰ, ਉਹਨਾਂ ਦੀ ਸੋਮਵਾਰ ਨੂੰ ਜਵਾਨ ਹੀ ਠਾਕੀ ਗਈ। ਉਹ ਮਤਲਬ ਖਬਰ ਵੀ ਨਹੀਂ ਉਹਨਾਂ ਦੇ ਮੂੰਹ ਤੇ ਆਏਗੀ। ਕਾਰਨ ਕੀ ਬਣਿਆ ਇਹ ਵੀ ਇਹ ਕਿਉਂ ਹੋ ਗਿਆ? ਇਹ ਦੱਸਦੇ ਉੱਥੇ ਵੀ ਇੰਨੇ ਬੰਦੇ 2.5 ਟੋਟਲ ਆਏ ਸੀ ਕਿ ਜਿਹੜੀ ਪਹਿਲਾਂ ਉਹ ਦੱਸਦੇ ਸੀਗੇ ਵੀਰਵਾਰ ਨੂੰ ਸ਼ੁੱਕਰਵਾਰ ਨੂੰ ਮਾਈਕ ਦੇ ਉੱਪਰ ਵੀ ਉੱਥੇ 2.5 ਟੋਟਲ ਹੋਣਗੇ, 3500 ਹੋ ਜਾਊਗਾ, 7000 ਹੋ ਜਾਊ ਵੱਧ ਤੋਂ ਵੱਧ, ਹਨਾ। ਤੇ ਉਹ ਸੋਮਵਾਰ ਨੂੰ ਉਹਨਾਂ ਤੋਂ ਫਿਗਰ ਹੀ ਨਹੀਂ ਦੱਸੇ, ਉਹਨਾਂ ਤੋਂ ਖਬਰ ਹੀ ਨਹੀਂ ਦੇ ਹੋਈ ਕਿ ਵੀ ਇੱਥੇ ਰੈਫਰੈਂਡਮ ਹੋਇਆ ਜਾਂ ਕੋਈ ਸਦੀ ਦੇ ਵਿੱਚ ਏਡਾ ਵੱਡਾ ਇਵੈਂਟ ਹੋਇਆ ਵਾ, ਦੁਨੀਆ ਦੀ ਨਜ਼ਰਾਂ ਇੱਥੇ ਲੱਗੀਆਂ ਸੀਗੀਆਂ। ਕੁਛ ਤਾਂ ਬੋਲਦੇ। ਬਸ ਇਹੀ ਗੱਲ ਮੈਂ ਸਤਵੰਤ ਸਿੰਘ ਜੀ ਕਹਿ ਰਿਹਾ, ਜੇ ਸਾਡਾ ਕਲੀਅਰ ਸਟੈਂਡ ਸਾਨੂੰ ਚਾਹੀਦਾ, ਜਿਹੜੀ ਗੱਲ ਅਸੀਂ ਕਰਦੇ ਹਾਂ ਉਹ ਤੇ ਖੜੀਏ ਵੀ ਆਹ ਵੀ ਮੈਂ ਕਰਨੀ ਆ, ਮੈਂ ਆਹ ਵੀ ਕਰਨੀ। ਘੱਟ ਤੋਂ ਘੱਟ ਇੰਨੇ ਹੀ ਕਹਿ ਦਿੰਦੇ ਵੀ ਭਾਈ ਬੱਚੇ ਹੀ 2.5 ਟੋਟਲ ਹੋਏ ਨੇ, ਇੰਨਾ ਹੀ ਕਹਿ ਦਿੰਦੇ ਨਾ ਵੀ ਭਾਈ 2.5 ਟੋਟਲ ਸੀਗੇ, ਵੀ ਦੁਪਹਿਰੇ 11 ਵਜੇ ਨੂੰ ਵੋਟਾਂ ਪਾ ਕੇ ਲੋਕ ਮੁੜ ਗਏ ਸੀ, ਉੱਥੇ ਹੈ ਹੀ ਕੋਈ ਨਹੀਂ ਸੀਗਾ। ਇੰਨੀ ਗੱਲ ਹੀ ਕਹਿ ਦਿੰਦੇ, ਆਪਦੀ ਕਈ ਗੱਲ ਦੀ ਖੜ ਜਾਂਦੇ। ਬਿਲਕੁਲ ਠੀਕ ਹੈ ਜੀ, ਇਹਦੇ ਵਿੱਚ ਕੋਈ ਦੂਜੀ ਰਾਏ ਨਹੀਂ ਬਈ ਜਿਹੜੀ ਖਬਰ ਨੂੰ ਫਿਰ ਖਬਰ ਵਾਂਗੂ ਦਿਓ। ਜੇ ਅਸੀਂ ਪਹਿਲਾਂ ਪ੍ਰੋਕਲੇਮਿੰਗ ਕਰਕੇ ਉਹਨੂੰ ਨੇਲ ਕਰਨ ਦੀ ਕਿਸੇ ਚੀਜ਼ ਨੂੰ ਯਤਨ ਕਰਦੇ ਕੋਈ ਮੈਨੂੰ ਉਹ ਵਧੀਆ ਨਹੀਂ ਲੱਗਦਾ, ਪਰ ਇਹਦੇ ਕਰਕੇ ਬਈ ਉਹਦਾ ਉੱਤੇ ਕੁਛ ਨਹੀਂ ਹੋਣਾ, ਉਹਦਾ ਕੱਖ ਨਹੀਂ ਹੋਣਾ, ਉੱਤੇ ਕੁਛ ਨਹੀਂ, ਫਿਰ ਜਿੱਦਣ ਉਹ ਹੋ ਗਿਆ ਫਿਰ ਕਹਿ ਦਿਓ, ਜਿਗਰਾ ਰੱਖੋ ਵੀ ਹਾਂ ਵੀ ਐਂ ਹੋਇਆ। ਤੇ ਤੁਸੀਂ ਸੁਣਨ ਵਾਲੇ ਇੰਨੇ ਸੂਖਮ ਹੋਣ ਨਾ 30 ਸੈਕਿੰਡ 'ਚ ਤੁਹਾਨੂੰ ਪਤਾ ਲੱਗ ਜਾਂਦਾ ਵੀ ਅਸੀਂ ਕੀ ਕਹਿ ਰਹੇ ਹਾਂ। ਇਹਦਾ ਮੈਂ ਮਾਣ ਵੀ ਦਿੰਦਾ ਤੁਹਾਨੂੰ ਸੁਣਨ ਵਾਲਿਆਂ ਵੀ ਤੁਸੀਂ ਲੱਭ ਲੈਂਦੇ ਹੋ ਜਦੇ ਵੀ ਅੱਛਾ ਆਹ ਕਹਾਣੀ ਹੋਈ, ਤੇ ਫਿਰ ਤੁਸੀਂ ਹੁਣ ਫੋਨ ਕਰਕੇ ਪੁੱਛਦੇ ਹੋ ਬਈ ਆਹ ਗੱਲ ਜੀ ਫਿਰ ਤੁਸੀਂ ਕਹੀ ਇਹਦਾ ਕੀ ਮਤਲਬ ਸੀ। ਇਸ ਤਰ੍ਹਾਂ ਹੀ ਚਾਹੀਦਾ। ਕਿਤੇ ਅਸੀਂ ਸਾਡਾ ਕਿਤੇ ਆਖਰੀ ਫੈਸਲਾ ਥੋੜਾ ਵੀ ਅਸੀਂ ਇੱਥੇ ਮੈਚ ਤੇ ਜਿਹੜਾ ਕੋਈ ਮਰਜ਼ੀ ਬੋਲਤਾ ਇਹੀ ਫਾਈਨਲ ਆ। ਸੋ ਜੇ ਇੱਕ ਨੂੰ ਟੈਰਰਿਸਟ ਕਹਿਣਾ ਹੈ ਤਾਂ ਦੂਜੇ ਨੂੰ ਵੀ ਟੈਰਰਿਸਟ ਕਹਿਣਾ ਜਿਹੜਾ ਧੱਕੇ ਕਰ ਰਹੇ ਨੇ। ਇੱਕ ਟੈਰਰਿਸਟ ਜੇ ਕਹਿਣਾ ਜੇ ਇੱਕ ਅੱਤਵਾਦ ਹੈ, ਦੂਜਾ ਵੀ ਅੱਤਵਾਦ ਹੈ। ਇਹ ਨਹੀਂ ਹੈ ਵੀ 2 ਕਰੋੜ ਵਾਲਿਆਂ ਦਾ ਕੀਤਾ ਅੱਤਵਾਦ ਹੈ ਤੇ 98 ਕਰੋੜ ਵਾਲਿਆਂ ਦਾ ਕੀਤਾ ਅੱਤਵਾਦ ਨਹੀਂ ਹੈ। ਇਸ ਤਰ੍ਹਾਂ ਨਹੀਂ ਹੋ ਸਕਦਾ। ਇਹ ਜਿਵੇਂ ਤੁਸੀਂ ਕਹਿੰਦੇ ਹੋ ਵੀ ਇਹ ਛੋਟਾ ਜਿਹਾ ਪਾਰਟ ਹੈ ਕਮਿਊਨਿਟੀ ਦਾ, ਉਹ ਵੀ ਛੋਟਾ ਜਿਹਾ ਪਾਰਟ ਹੋ ਸਕਦਾ, ਪਰ ਉਹਨਾਂ ਦੇ ਕੀਤੇ ਕੰਮਾਂ ਦੀ ਗੱਲ ਕਰਨੀ ਚਾਹੀਦੀ ਹੈ ਵੀ ਇਸ ਤਰ੍ਹਾਂ ਧੱਕਾ ਨਹੀਂ ਤੁਸੀਂ ਕਰ ਸਕਦੇ ਵੀ ਤੁਸੀਂ ਪੁਲਿਸ ਬਣ ਕੇ ਖੜੋ, ਕੋਈ ਮੁਸਲਮਾਨ ਨੂੰ ਇਸ ਗੱਲ ਕਰਕੇ ਮਾਰ ਦੇ ਵੀ ਤੂੰ ਤਾਂ ਗਊਆਂ ਜਿਉਂਦਿਆਂ ਨੂੰ ਸਾੜਦੇ ਹੋ, ਤੁਸੀਂ ਵੀ ਤੂੰ ਤਾਂ ਗਊਆਂ ਵੇਚਦਾ ਫਿਰਦਾ। ਇਸ ਤਰ੍ਹਾਂ ਨਹੀਂ ਹੋ ਸਕਦਾ। ਸੋ ਇਹ ਜੇ ਆਪਾਂ ਡਬਲ ਸਟੈਂਡਰਡ ਰੱਖਣਾ ਫਿਰ ਹੋ ਤਾਂ ਜਾਊ ਸਾਰਾ ਕੁਛ, ਪਰ ਜ਼ਿੰਦਗੀ ਦੱਬ ਕੇ ਜਿਹੜੀ ਕੱਢਣੀ ਆ ਇੱਕ ਦਿਨ ਉਹੀ ਦਿਨ ਆ। ਅੱਜ ਦਾ ਦਿਨ ਹੀ ਆ ਮੇਰੇ ਕੋਲ, ਅੱਜ ਦੇ ਦਿਨ ਦੀ ਗੱਲ ਆ, ਕੱਲ੍ਹ ਨੂੰ ਫੇਰ ਕਰਾਂਗੇ ਗੱਲ। ਅੱਜ ਦਾ ਲੰਘਣਾ ਤੇ ਅੱਜ ਦਾ ਹੀ ਲੰਘਣਾ। ਐਵੇਂ ਆਪਣੇ ਆਪ ਨੂੰ ਟਕੇ ਨੂੰ ਵਿਕਦਾ ਜਾਂ ਸਮਝ ਕੇ ਕਾਹਦੀ ਜ਼ਿੰਦਗੀ ਆ ਉਹ, ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਸੱਚ ਤਾਂ ਸੱਚ ਆ, ਓੜਕ ਸੱਚੇ ਰਹਿਣਾ। ਲਓ ਜੀ, ਆਪਾਂ ਸਰ ਗਗਨਦੀਪ ਸਿੰਘ ਮੇਰੇ ਨਾਲ ਨੇ, ਉਹਨਾਂ ਨੂੰ ਮੈਂ 11:40 ਤੇ ਵਿਹਲਾ ਕਰਨਾ ਹੈ। ਉਹਨਾਂ ਦਾ ਅੱਗੇ ਇਵੈਂਟ ਹੈ ਇੱਕ, ਤੇ ਅਮਰਜੀਤ ਸੰਧੂ ਜੀ ਉਡੀਕ ਰਹੇ ਨੇ 12 ਮਿੰਟ ਦੇ। ਤੇ ਸੰਧੂ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜੀ? ਛੇਤੀ ਨਿਬੇੜਿਓ ਪਲੀਜ਼। ਹਾਂਜੀ, ਥੈਂਕ ਯੂ ਸਰਦਾਰ ਹਰਜੀਤ ਸਿੰਘ ਜੀ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਦੇਖੋ, ਸੱਚ ਤੇ ਸੱਚ ਹੀ ਆ। ਜੇ ਮੈਂ ਵਿਰੋਧੀ ਵੀ ਹੋਵਾਂ ਤੇ ਜੇ ਸੱਚ ਅੱਗੇ ਦਿਖਦਾ ਤੇ ਸੱਚ ਨੂੰ ਕਹਿਣ ਦੇ ਵਿੱਚ ਕੀ ਤਕਲੀਫ ਆ? ਬਿਲਕੁਲ। ਅੱਛਾ, ਦੂਜੀ ਗੱਲ ਇਹ ਹੈਗੀ ਆ ਵੀ ਦੇਖੋ 5000 ਲਿਖ ਦਿੱਤਾ, 7 ਦੇਖੋ ਸਾਰੀ। ਅੱਛਾ, ਪਹਿਲੋਂ ਕੀ ਹੁੰਦਾ ਸੀ ਵੀ ਜਿਹੜੇ ਇੰਗਲਿਸ਼ ਮੀਡੀਆ ਹੁੰਦਾ ਸੀ ਹਮੇਸ਼ਾ ਕਦੇ, ਪਰ ਅੱਜ ਪਹਿਲੀ ਵਾਰੀ ਉਹਨਾਂ ਨੇ ਪੂਰਾ ਖੁੱਲ ਕੇ ਗੱਲ ਇਹ ਦੱਸੀ ਬਈ ਹਾਂ ਬਈ ਇੰਨਾ ਸੀ। ਤੇ ਸਾਡੇ ਮੀਡੀਆ ਨੂੰ ਕੀ ਹੋ ਗਿਆ ਪਤਾ ਨਹੀਂ, ਘੁੰਗਣੀਆਂ ਹੀ ਪਾ ਲੀਆਂ। ਤੇ ਇੱਕ ਵਿਅਕਤੀ ਜਿਹੜਾ ਹੈਗਾ, ਮੈਂ ਨਾਂ ਤਾਂ ਨਹੀਂ ਲੈਣਾ ਚਾਹੁੰਦਾ, ਉਹਦਾ ਬੜਾ ਜ਼ੋਰ ਲੱਗਾ ਹੋਇਆ ਬੋਰਡਾਂ ਤੇ। ਬੋਰਡ ਜੀ ਉੱਥੇ, ਬੋਰਡ ਜੀ ਉੱਥੇ, ਜੀ ਬੋਰਡ ਉੱਥੇ, ਬੋਰਡ ਆਹਾ ਹੀ ਗੱਲਾਂ ਕਰੀ ਜਾ ਰਿਹਾ। ਪਤਾ ਨਹੀਂ, ਮੈਨੂੰ ਸਮਝ ਨਹੀਂ ਆਉਂਦੀ। ਕੁਛ ਜਿਹੜੇ ਲੋਕ ਨੇ ਉਹ ਜਿਵੇਂ ਆਪਣੇ ਇੰਡੀਆ ਵਿੱਚ ਪੰਜਾਬ ਦੇ ਤੇ ਗੱਲ ਚੱਲਦੀ, ਉਹ ਗੱਲ ਸੱਚੀ ਆ ਵੀ ਸਿਰਾਂ ਦੇ ਵਿੱਚ ਉਹ ਪੱਗ ਦੇ ਵਿੱਚ ਸਿਰ ਫਸਾਇਆ ਹੋਇਆ। ਉਹ ਯਾਰੋ ਕੁਛ ਤੇ ਸੱਚਾਈ ਬੋਲ ਲਓ ਤੁਸੀਂ, ਤੁਹਾਨੂੰ ਕਾਹਦੀ ਤਕਲੀਫ ਹੋ ਰਹੀ ਆ? ਕੁਛ ਤੇ ਸੱਚ ਬੋਲੋ। ਥੈਂਕ ਯੂ ਤੁਹਾਡਾ, ਤੁਸੀਂ ਟਾਈਮ ਵੀ ਦਿੱਤਾ ਤੇ ਤੁਸੀਂ ਗੱਲ ਸੱਚੀ ਕਰਦੇ। ਥੈਂਕ ਯੂ ਜੀ। ਧੰਨਵਾਦ ਸੰਧੂ ਸਾਹਿਬ। CBC ਨੇ 14 ਮਿੰਟ ਦੀ ਇੱਕ ਵੀਡੀਓ ਬਣਾਈ ਹੈ, ਡੀਪਰ ਲੁੱਕ ਐਟ ਦਾ ਖਾਲਿਸਤਾਨ ਮੂਵਮੈਂਟ। ਉਹਦੇ ਵਿੱਚ ਅਲੱਗ-ਅਲੱਗ ਐਕਸਪਰਟਸ ਦਿੱਤੇ ਨੇ, ਉਹ ਸੁਣਨ ਵਾਲੀ ਆ। 5 ਵਿਰੋਧੀ ਵਾਲੇ ਵਿਰੋਧੀ ਤੌਰ ਤੇ ਬੋਲਦੇ ਆ, ਹੱਕ ਵਾਲੇ ਹੱਕ 'ਚ ਬੋਲਦੇ ਆ। ਉਹਨੇ ਸਾਰਿਆਂ ਨੂੰ ਕੋਡ ਕੀਤਾ। ਉਹਨਾਂ ਨੇ ਸ਼ੁਰੂ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਲੈ ਕੇ ਉਹਨੂੰ ਹੁਣ ਤੱਕ ਲੈ ਕੇ ਆਏ ਨੇ, ਰੈਫਰੈਂਡਮ ਤੱਕ। ਉਹ ਵੇਖਣ ਵਾਲੀ ਹੈ। ਇਹੀ ਜਰਨਲਿਜ਼ਮ ਹੈ। ਹੱਕ ਵਾਲਿਆਂ ਦੀ ਵੀ ਗੱਲ ਕਰਤੀ, ਵਿਰੋਧ ਵਾਲਿਆਂ ਦੀ ਵੀ ਗੱਲ ਕੀਤੀ। ਡੀਪਰ ਲੁੱਕ ਐਟ ਦਾ ਖਾਲਿਸਤਾਨ ਮੂਵਮੈਂਟ ਇਹ ਹੈ। ਇਹ ਜਿਹੜਾ ਟੈਬੂ ਬਣਾਤਾ ਜੀ, ਇਹ ਤਾਂ ਮਤਲਬ ਇਹ ਤਾਂ ਸ਼ਬਦ
ਹੁਣ ਅਡਵਾਨੀ ਜੇ ਸਵਸਤਿਕਾ ਦੇ ਚਿੰਨ੍ਹ ਨੂੰ ਮੱਥਾ ਟੇਕਦਾ ਤੇ ਸਿੱਧਾ ਹੱਥ ਕਰਕੇ ਕਹਿੰਦਾ ਗ੍ਰਹਿ ਮੰਤਰੀ ਬਣ ਕੇ ਦੇਸ਼ 'ਚ ਰਹਿਣਾ ਤਾਂ ਹਿੰਦੂ ਬਣ ਕੇ ਰਹਿਣਾ ਪਊਗਾ, ਤੇ ਉਹਨੂੰ ਕਿਹੜਾ ਅੱਤਵਾਦੀ ਕਹੋਗੇ ਫਿਰ? ਉਹ ਮਨਜ਼ੂਰ ਹੈ। ਸੋ ਇਸ ਤਰ੍ਹਾਂ ਨਹੀਂ ਗੱਲ। ਜੇ ਤੁਸੀਂ ਜਿਹੜੇ ਵਿਰੋਧ ਆ ਤਾਂ ਵਿਰੋਧ ਆ, ਹੱਕ ਆ ਤਾਂ ਹੱਕ ਹੈ, ਸਹੀ ਤਾਂ ਸਹੀ ਹੈ। ਸੋ ਗਗਨਦੀਪ ਸਿੰਘ ਨੇ ਮੇਰੇ ਨਾਲ, ਤੇ ਉਹਨਾਂ ਨਾਲ ਅੱਜ ਬਾਬਾ ਬੰਦਾ ਸਿੰਘ ਬਹਾਦਰ, ਆਖਰੀ ਕੜੀ 'ਚ ਬਾਬਾ ਬੰਦਾ ਸਿੰਘ ਬਹਾਦਰ ਦਾ ਆਨੰਦਪੁਰ ਸਾਹਿਬ ਸ਼੍ਰੀ ਹਜ਼ੂਰ ਸਾਹਿਬ ਨੰਦੇੜ ਤੋਂ ਚੱਲਣਾ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਮਿਲਣਾ, ਤੇ ਮਿਲਣ ਤੋਂ ਬਾਅਦ ਉਹਦਾ ਰਾਜ ਸਥਾਪਿਤ ਕਰਨਾ, ਉਹਦੇ ਸਿੱਕੇ ਸਥਾਪਿਤ ਹੋਣੇ, ਉਹਨਾਂ ਦੀ ਸ਼ਹੀਦੀ ਤੱਕ, ਇਹਨੂੰ ਸਮੇਟਣ ਦਾ ਯਤਨ ਕਰਾਂਗੇ। ਸਾਡੇ ਕੋਲ 20 ਮਿੰਟ ਨੇ ਤੇ ਮੈਂ ਸਰਦਾਰ ਸਾਹਿਬ ਨੂੰ ਵੱਧ ਸਮਾਂ ਦੇਵਾਂਗਾ, ਉਹ ਸ਼ਾਮਲ ਨੇ। ਸ਼ਾਹ ਗਗਨਦੀਪ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਫਤਿਹ ਜੀ। ਭਾਈ ਸਾਹਿਬ ਜੀ, ਅੱਜ ਆਖਰੀ ਕੜੀ ਦੇ ਵਿੱਚ ਫਿਰ ਜਦ ਤੁਸੀਂ ਵਾਪਸ ਚਲੇ ਗਏ, ਤੁਹਾਡੇ ਨਾਲ ਇਨ ਟੱਚ ਰਹਾਂਗੇ, ਤੇ ਪਲੀਜ਼ ਖਾਲਸਾ ਰਾਜ ਦੇ ਸਰੀਏ ਤੇ ਪਹਿਲਾ ਖਾਲਸਾ ਰਾਜ ਉਸਾਰਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਤੇ ਹੀ ਆਪਾਂ 20 ਮਿੰਟ ਤੁਸੀਂ ਲਾਉਣੇ ਨੇ, ਤੇ ਆਪਣੇ ਸ਼ਬਦਾਂ ਨਾਲ ਸੁਣਾਓ ਜੀ। ਜੀ ਜੀ, ਅਸੀਂ ਜੋ ਕਹਿੰਦੇ ਆ ਕਿ ਨੰਦੇੜ ਤੋਂ ਮਤਲਬ ਜਰਨੈਲ ਬੰਦਾ ਸਿੰਘ ਬਹਾਦਰ ਜੀ 1708 ਅਲਟੀਮੇਟਲੀ ਚੱਲੇ, ਤਾਂ ਨੰਦੇੜ ਦੀ ਕੀ ਇੰਪੋਰਟੈਂਸ ਹੈ? ਨੰਦੇੜ ਦੀ ਦੇਖੋ ਜੀ, ਗੁਰੂ ਨਾਨਕ ਪਾਤਸ਼ਾਹ ਦੀ ਮਾਰਕ ਕਰੀ ਹੋਈ ਜਗ੍ਹਾ ਹੈਗੀ ਹੈ ਜੀ। ਔਰ ਦੂਸਰੀ ਗੱਲ ਕੀ ਹੈ ਕਿ ਸੂਫੀ ਪੀਰਾਂ ਦਾ ਵੀ ਗੜ੍ਹ ਸੀਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਐਵੇਂ ਨਹੀਂ ਇੱਥੇ ਨੰਦੇੜ ਇੱਥੇ ਪਹੁੰਚ ਗਏ, ਔਰ ਨੰਦੇੜ ਇੱਕ ਬੜਾ ਵੱਡਾ ਇੱਕ ਸੈਂਟਰ ਸੀਗਾ, ਔਰ ਉਸ ਸੈਂਟਰ ਨੂੰ ਬੇਸਿਕਲੀ ਬਾਅਦ ਦੇ ਵਿੱਚ ਜਦੋਂ ਜਰਨੈਲ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਵੀ ਹੋ ਗਈ, ਅੰਗਰੇਜ਼ ਇੱਥੇ ਪਹੁੰਚ ਗਏ ਨੇ, ਇਸ ਪਲੇਸ ਨੂੰ ਉਹਨਾਂ ਨੇ ਆਇਡੈਂਟੀਫਾਈ ਕੀਤਾ ਅੰਗਰੇਜ਼ਾਂ ਨੇ। ਔਰ ਜਦੋਂ ਤੁਸੀਂ ਸਾਊਥ ਇੰਡੀਆ 'ਚ ਦੇਖੋਗੇ ਤੇ ਜਿੰਨੇ ਵਣਜਾਰੇ ਨੇ ਸਾਊਥ ਇੰਡੀਆ ਦੇ, ਉਹ ਸਾਰੇ ਨੰਦੇੜ ਆ ਕੇ ਇਕੱਠੇ ਹੁੰਦੇ ਨੇ, ਔਰ ਉਹਨਾਂ ਦੀ ਸ਼ਰਧਾ ਸਾਰੀ ਨੰਦੇੜ 'ਚ ਆ ਕੇ ਇਕੱਠੀ ਹੁੰਦੀ ਹੈ। ਜਾਂ ਇਸੇ ਤਰੀਕੇ ਨਾਲ ਸੈਂਟਰਲ ਇੰਡੀਆ ਦਾ ਜੋ ਆਪਣਾ ਸਿੱਖੀ ਦਾ ਸੈਂਟਰ ਸੀ ਬੁਰਹਾਨਪੁਰ, ਜੋ ਗੁਰੂ ਨਾਨਕ ਪਾਤਸ਼ਾਹ ਨੇ ਅੱਗੇ ਸਥਾਪਿਤ ਕੀਤਾ, ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਕਨੈਕਟ ਸੀਗਾ। ਤਾਂ ਹੁਣ ਸਮਝਣ ਵਾਲੀ ਗੱਲ ਇਹ ਹੈ ਜੀ ਕਿ ਬੇਸਿਕਲੀ ਗੁਰੂ ਨਾਨਕ ਪਾਤਸ਼ਾਹ ਨੇ ਇਹ ਸਾਰੇ ਪਲੇਸਿਸ ਆਇਡੈਂਟੀਫਾਈ ਕਰਤੀਆਂ ਸੀਗੀਆਂ। ਆਇਡੈਂਟੀਫਾਈ ਕਰਨ ਤੋਂ ਬਾਅਦ ਐਵੇਂ ਨਹੀਂ ਕਿ ਭਗਤ ਰਾਮਦੇਵ ਜੀ ਐਵੇਂ ਨਹੀਂ ਉੱਠ ਕੇ ਜੋ ਗੁਰਦਾਸਪੁਰ ਚਲੇ ਗਏ, ਜੋ ਉਹਨਾਂ ਦਾ ਅਕਾਲ ਚਲਾਣਾ, ਔਰ ਨੰਦੇੜ ਦੇ ਕੋਲ ਹੀ ਉਹਨਾਂ ਦਾ ਪਿੰਡ ਸੀਗਾ ਜਿਹਦਾ ਨਾਮ ਹੰਗੌਲੀ ਹੈਗਾ, ਔਰ ਨਰਸੀ ਹੰਗੌਲੀ 'ਚ ਉਹਨਾਂ ਦਾ ਜਨਮ ਹੋਇਆ, ਔਰ ਫਿਰ ਉਹ ਜਾ ਕੇ ਅਕਾਲ ਚਲਾਣਾ ਗੁਰਦਾਸਪੁਰ ਹੋਇਆ। ਔਰ ਇਸੇ ਤਰੀਕੇ ਨਾਲ ਬੰਦਾ ਸਿੰਘ ਬਹਾਦਰ ਵੀ ਨੰਦੇੜ ਤੋਂ ਚੱਲਦੇ ਨੇ ਤੇ ਫੜੇ ਗੁਰਦਾਸਪੁਰ ਜਾਂਦੇ ਨੇ, ਮੁਗਲ ਫੌਜਾਂ ਉੱਥੋਂ ਫੜਦੀਆਂ ਨੇ। ਇਹ ਕੰਟੀਨਿਊਸਲੀ ਜੋ ਗੁਰੂ ਨਾਨਕ ਪਾਤਸ਼ਾਹ ਦੀ ਮਿਸ਼ਨ ਚੱਲ ਰਿਹਾ ਸੀ, ਜੋ 35 ਮਹਾਪੁਰਸ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਰਾਜਮਾਨ ਨੇ, ਉਹ 35 ਦੇ 35 ਮਹਾਪੁਰਸ਼ ਗੁਰੂ ਨਾਨਕ ਪਾਤਸ਼ਾਹ ਦੇ ਹਲੀਮੀ ਰਾਜ ਦੇ ਮਿਸ਼ਨ ਦੇ ਉੱਪਰ ਕੰਮ ਕਰ ਰਹੇ ਨੇ। ਹੁਣ ਜਦੋਂ ਸਾਨੂੰ ਇਹ ਗੱਲ ਸਮਝ ਆ ਜਾਏਗੀ, ਜਿੱਦਾਂ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਲੋਹਗੜ੍ਹ ਦਾ ਜੀ, ਲੋਹਗੜ੍ਹ ਦੇ ਕੋਲ ਜਿੱਦਾਂ ਮੈਂ ਤੁਹਾਨੂੰ ਕੱਲ ਜੀਓਗ੍ਰਾਫੀਕਲ ਲੋਕੇਸ਼ਨ ਦੱਸਿਆ ਸੀਗਾ ਕਿ ਜਸਟ ਫॉर द ਸੇਕ ਆਫ ਰੈਪੀਟੀਸ਼ਨ, ਜਸਟ ਉੱਥੇ 20 ਕਿਲੋਮੀਟਰ ਦੂਰੀ ਤੇ ਪੌਂਟਾ ਸਾਹਿਬ ਹੈ। ਪੌਂਟਾ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ 4 ਸਾਲ ਰਹੇ, ਲੇਕਿਨ ਜਦੋਂ ਪਿਛੋਕੜ ਦੇਖਾਂਗੇ ਤੇ ਤੀਸਰੇ ਪਾਤਸ਼ਾਹ ਨੇ ਉੱਥੇ ਮੰਜੀ ਸਥਾਪਿਤ ਕੀਤੀ ਜੀ, ਔਰ ਗੁਰੂ ਨਾਨਕ ਪਾਤਸ਼ਾਹ ਦੀ ਵਿਜ਼ਿਟ, ਔਰ ਜਦੋਂ ਉੱਥੇ ਹੋਰ ਰਿਸਰਚ ਕੀਤੀ ਗਈ ਤੇ ਤਕਰੀਬਨ 12-13 ਕਿਲੇ ਉਸ ਪੌਂਟਾ ਸਾਹਿਬ ਦੇ ਇਲਾਕੇ 'ਚ ਉਸਾਰੇ ਗਏ, ਔਰ ਜੋ ਕਿਲੇ ਉਸਾਰ ਰਹੇ ਸੀਗੇ ਉਹਦੀ ਅਗਵਾਈ ਕਰ ਰਹੇ ਸੀ ਭਗਤ ਸੈਨ ਜੀ। ਔਰ ਇਸੇ ਤਰੀਕੇ ਨਾਲ ਜਦੋਂ ਸੂਫੀ ਪੀਰ ਜੋ ਹੈਗੇ ਨੇ, ਉਹ ਅਲਟੀਮੇਟਲੀ ਜਦੋਂ ਮੱਕੇ, ਬਗਦਾਦ ਔਰ ਇਹ ਸਾਰੇ ਇਲਾਕਿਆਂ ਤੋਂ ਚੱਲ ਕੇ ਪਹੁੰਚ ਗਏ ਨੇ ਇੱਥੇ ਆਪਣਾ ਸੜੌਰੇ ਦੇ ਇਲਾਕੇ 'ਚ। ਹੁਣ ਦੇਖੋ ਤੁਸੀਂ, ਇੰਟਰਸਟਿੰਗ ਗੱਲ ਕੀ ਹੈ, ਅਸੀਂ ਬਾਬੇ ਫਰੀਦ ਤੇ ਗੁਰੂ ਨਾਨਕ ਪਾਤਸ਼ਾਹ ਦੇ ਵਿੱਚ 300 ਸਾਲ ਦਾ ਫਰਕ ਪਾਈ ਬੈਠੇ ਆ ਜੀ। ਔਰ ਜੋ ਇੱਕ ਬੁੱਕ ਹੈਗੀ ਹੈ ਤਾਜੁਦੀਨ ਨਕਸ਼ਬੰਦੀ ਡੈਰੀ, ਉਹ ਕਹਿੰਦੀ ਹੈ ਵੀ ਜਦੋਂ ਗੁਰੂ ਨਾਨਕ ਪਾਤਸ਼ਾਹ ਕਾਬੇ ਗਏ ਨੇ ਤੇ ਬਾਬਾ ਫਰੀਦ ਵੀ ਨਾਲ ਨੇ, ਠੀਕ ਹੈ ਜੀ। 5.5 ਮਹੀਨੇ ਗੁਰੂ ਨਾਨਕ ਪਾਤਸ਼ਾਹ ਕਾਬੇ ਰਹੇ ਨੇ, ਤੇ ਬਾਬੇ ਫਰੀਦ ਦਾ, ਗੁਰੂ ਨਾਨਕ ਪਾਤਸ਼ਾਹ ਦਾ ਤੇ ਇੱਕ ਹੋਰ ਉੱਥੋਂ ਦੇ ਰਾਜੇ ਦਾ ਕਾਬੇ ਦੇ ਵੈਸਟਰਨ ਗੇਟ ਦੇ ਸਾਹਮਣੇ ਮਕਾਨ ਤਿਆਰ ਕੀਤਾ ਗਿਆ। ਛੋਟੀ ਗੱਲ ਨਹੀਂ ਹੈ ਜੀ। ਔਰ ਹੁਣ ਜਿਹੜੀ ਬਾਣੀ ਜਿਹੜੇ ਬਾਬੇ ਫਰੀਦ ਦੀ ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਚ ਵਿਰਾਜਮਾਨ ਹੈ, ਉਹ ਹੈਗਾ ਸ਼ੇਖ ਫਰੀਦ ਬ੍ਰਹਮ ਸੈਣੀ ਦੀ ਬਾਣੀ, ਜੋ ਗੁਰੂ ਨਾਨਕ ਪਾਤਸ਼ਾਹ ਦੇ ਸਮਕਾਲੀ ਨੇ। ਲੇਕਿਨ ਅਸੀਂ ਆਪਣੀ ਕੜੀਆਂ ਨੂੰ ਤੋੜਨ ਵਾਸਤੇ
ਜੋ 300 ਸਾਲ ਪਹਿਲੇ ਫਰੀਦ ਹੋਏ ਉਹ ਸੀਗੇ ਫਰੀਦ ਸ਼ਕਰਕੰਜ ਨੂੰ ਦੱਸ ਦਿੰਦੇ ਆ ਕਿ ਇਹਨਾਂ ਦੀ ਬਾਣੀ ਹੈ, ਜਦਕਿ ਸਾਨੂੰ ਇਹ ਵੀ ਸਮਝਣਾ ਪਏਗਾ ਗੁਰੂ ਨਾਨਕ ਪਾਤਸ਼ਾਹ ਦਾ ਨਵੇਕਲਾ ਸਿਧਾਂਤ ਸੀਗਾ। 300 ਸਾਲ ਪਹਿਲੇ ਸਿਧਾਂਤ ਮੌਜੂਦ ਨਹੀਂ ਸੀਗਾ। ਔਰ ਮੈਂ ਜਦੋਂ ਇੱਥੇ ਇੱਕ ਲੈਕਚਰ ਕਰ ਰਿਹਾ ਸੀ ਤੇ ਲਾਹੌਰ ਯੂਨੀਵਰਸਿਟੀ ਦੇ ਇੱਕ ਵਾਈਸ ਚਾਂਸਲਰ ਆਏ ਹੋਏ ਸੀ ਤਾਂ ਉਹਨਾਂ ਨੇ ਕਿਹਾ ਜੀ ਬਹੁਤ ਬਹੁਤ ਸ਼ੁਕਰੀਆ ਜੀ, ਬਾਬੇ ਫਰੀਦ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਚ ਤੁਸੀਂ ਹੁਣ ਤੱਕ ਸੰਭਾਲ ਕੇ ਰੱਖੀ ਹੈ, ਨਹੀਂ ਤੇ ਇਹ ਖੁਰਦ-ਪੁਰਦ ਹੋ ਜਾਣੀ ਸੀਗੀ। ਤੇ ਮੇਰਾ ਤਾਂ ਸਵਾਲ ਪਹਿਲੇ ਉਹਨਾਂ ਨੂੰ ਇਹੀ ਸੀਗਾ ਕਿ 12ਵੀਂ ਸ਼ਤਾਬਦੀ ਲੈ ਕੇ 15ਵੀਂ ਸ਼ਤਾਬਦੀ 300 ਸਾਲ ਹੋ ਜਾਂਦੇ ਨੇ ਤੇ ਬਾਬੇ ਫਰੀਦ ਦੀ ਬਾਣੀ ਉਸ ਟਾਈਮ ਕਿੰਨੇ ਸੰਭਾਲੀ? ਕਿਉਂਕਿ ਉਹ ਤਾਂ ਮੁਸਲਮਾਨੀ ਜਿਹੜੇ ਵਿਚਾਰ ਨੇ ਉਹਨਾਂ ਦੇ ਤਾਂ ਇਸਲਾਮਿਕ ਵਿਚਾਰਾਂ ਤੋਂ ਮਾਮਲਾ ਉਲਟ ਚੱਲ ਪਿਆ ਸੀਗਾ ਬਾਬੇ ਫਰੀਦ ਦਾ, ਔਰ 300 ਸਾਲ ਫਿਰ ਉਹ ਬਾਣੀ ਸੰਭਾਲੀ ਕਿੰਨੇ? ਤਾਂ ਇਹਦਾ ਜੋ ਮੈਟਰ ਇਹ ਹੈ ਕਿ ਜਿਹੜੇ ਬਾਬੇ ਫਰੀਦ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਦਰਜ ਹੈ ਉਹ ਗੁਰੂ ਨਾਨਕ ਪਾਤਸ਼ਾਹ ਦੇ ਸਮਕਾਲੀ ਸੀਗੇ। ਉਹ ਮੱਕੇ ਵੀ ਗਏ ਤੇ ਜਦੋਂ ਇਹ ਸਾਰੇ ਪੀਰ ਇਕੱਠੇ ਹੋ ਕੇ, ਚਾਹੇ ਉਹ ਮਿਸਰ ਦਾ ਪੀਰ ਹੈਗੇ ਨੇ, ਚਾਹੇ ਉਹ ਕਾਬੇ ਦੇ ਪੀਰ ਨੇ ਤੇ ਚਾਹੇ ਉਹ ਬਗਦਾਦ ਦੇ ਪੀਰ ਨੇ, ਜਦੋਂ ਇਕੱਠੇ ਹੋ ਕੇ ਇਹ ਸਾਰੇ ਮੁਹੰਮਦ ਸਾਹਿਬ ਦੀ ਬਲੱਡ ਲਾਈਨ ਇਕੱਠੇ ਹੋ ਕੇ ਸਡੌਰੇ ਇਕੱਠੇ ਹੁੰਦੇ ਨੇ, ਫਿਰ ਕੁਝ ਇਹਨਾਂ ਚੋਂ ਪੀਰ ਕਸ਼ਮੀਰ ਨਿਕਲ ਜਾਂਦੇ ਨੇ, ਜੰਮੂ ਜਿੱਥੇ ਸਾਡੇ ਖਾਲਸਾ ਰਾਜ ਦੇ ਕਿਲੇ ਤਿਆਰ ਹੋ ਰਹੇ ਹੁੰਦੇ ਨੇ, ਕੁਝ ਇਹਨਾਂ ਚੋਂ ਪੀਰ ਨਿਕਲ ਕੇ ਬਗਦਾਦ ਚਲੇ ਜਾਂਦੇ, ਉੱਥੇ ਹੈਦਰਾਬਾਦ ਚਲੇ ਜਾਂਦੇ ਨੇ। ਹੈਦਰਾਬਾਦ ਵੀ ਪੀਰ ਦਸਤਗੀਰ ਦਾ ਇੱਕ ਪਰਿਵਾਰ, ਇੱਕ ਅੱਗੇ ਮੁੰਡਾ ਤੁਰ ਜਾਂਦਾ, ਇੱਕ ਅੱਗੇ ਇੱਕ ਪੀਰ ਇਹਨਾਂ ਚੋਂ ਬਿਹਾਰ ਵਾਲੇ ਇਲਾਕੇ 'ਚ ਸੈਟਲ ਹੋ ਜਾਂਦਾ। ਹੁਣ ਇਹ ਗੱਲ ਬੜੀ ਕਲੀਅਰ ਹੋ ਗਈ ਸੀ ਵੀ ਇਹਨਾਂ ਪੀਰਾਂ ਨਾਲ ਹੀ, ਔਰ ਜਿਹੜਾ ਮੁਗਲ ਰਾਜ ਸੀਗਾ ਕਿਉਂਕਿ ਮੁਹੰਮਦ ਸਾਹਿਬ ਦੀ ਬਲੱਡ ਲਾਈਨ ਸੀਗੀ ਤੇ ਇਹ ਜਿਹੜੇ ਪੀਰਾਂ ਦੇ ਅੱਗੇ ਨਤਮਸਤਕ ਸੀਗੇ, ਜਿਹੜਾ ਵੀ ਮੌਕੇ ਦਾ, ਚਾਹੇ ਉਹ ਆਟੋਮਨ ਅੰਪਾਇਰ ਹੈ ਤੇ ਚਾਹੇ ਉਹ ਸਫੇਦ ਅੰਪਾਇਰ ਹੈ ਤੇ ਚਾਹੇ ਉਹ ਬੇਸਿਕਲੀ ਆਪਣਾ ਮੁਗਲ ਅੰਪਾਇਰ ਹੈ, ਇਹ ਸਾਰਾ ਦਾ ਸਾਰਾ ਜਿਹੜਾ ਰਾਜ ਸੀ ਨਾ ਜੀ ਇਹ ਇਹਨਾਂ ਪੀਰਾਂ ਨਾਲ ਨਤਮਸਤਕ ਸੀਗਾ। ਤੇ ਇਹ ਜਿਹੜੇ ਪੀਰ ਸੀਗੇ ਜਿਨ੍ਹਾਂ ਦੇ ਕਹਿਣ ਤੇ ਸਾਰਾ ਮੁਸਲਮਾਨ ਜਗਤ ਚੱਲਦਾ ਸੀਗਾ, ਰਾਜਿਆਂ ਦੇ ਰਾਜੇ ਸੀਗੇ, ਇਹ ਗੁਰੂ ਨਾਨਕ ਪਾਤਸ਼ਾਹ ਦੇ ਫਲਸਫੇ ਤੋਂ ਨਤਮਸਤਕ ਹੋ ਗਏ। ਹੁਣ ਸਮਝਣ ਵਾਲੀ ਗੱਲ ਬੜੀ ਇੰਪੋਰਟੈਂਟ ਇਹ ਹੈ ਕਿ ਜਦੋਂ ਪੀਰ ਸਡੌਰੇ ਪਹੁੰਚਦੇ ਨੇ ਤੇ ਬਾਬਾ ਫਰੀਦ ਵੀ ਨਾਲ ਨੇ, ਔਰ ਭਗਤ ਸਦਨਾ ਜੀ ਦੀ ਡਿਊਟੀ ਲੱਗਦੀ ਹੈ ਇਹਨਾਂ ਪੀਰਾਂ ਨੂੰ ਸੈਟਲ ਕਰਨ ਵਾਸਤੇ। ਹੁਣ ਭਗਤ ਸਦਨਾ ਜੀ ਸਡੌਰੇ ਰਹਿੰਦੇ ਨੇ, ਇਹ ਇਤਿਹਾਸਿਕ ਸਰੋਤ ਲਿਖ ਰਹੇ ਨੇ ਆਲਰੇਡੀ ਸਾਰੀ ਗੱਲ ਦੇ ਵਿੱਚ। ਹੁਣ ਜਦੋਂ ਫਿਰ ਮੈਂ ਹੋਰ ਜਦੋਂ ਥੋੜਾ ਗਹਿਰਾਈ ਨਾਲ ਦੇਖਿਆ ਕਿ ਮਤਲਬ ਇਹ ਪੀਰ ਤਾਂ ਦੇਖੋ ਇਹਨਾਂ ਦੀ ਗ੍ਰੇਟਨੈਸ ਕੀ ਹੈ ਪੂਰੇ ਸਿਸਟਮ ਦੀ, ਕਿ 200 ਸਾਲ ਇਹਨਾਂ ਨੇ ਜ਼ਬਾਨ ਬੰਦ ਰੱਖ ਕੇ ਗੁਰੂ ਨਾਨਕ ਪਾਤਸ਼ਾਹ ਦੇ ਮਿਸ਼ਨ ਦੇ ਉੱਪਰ ਚੁੱਪ-ਚਪੀਤੇ ਕੰਮ ਕਰ ਰਹੇ ਨੇ। ਔਰ ਤੁਸੀਂ ਦੇਖੋ ਜਨਰੇਸ਼ਨ ਟੂ ਜਨਰੇਸ਼ਨ, 5 ਜਨਰੇਸ਼ਨਾਂ 6 ਜਨਰੇਸ਼ਨਾਂ ਕੰਟੀਨਿਊਸ ਕੰਮ ਹੋ ਰਿਹਾ। ਅਸੀਂ ਤੇ 5 ਮਿੰਟ ਵੀ ਜਦੋਂ ਗੱਲ ਸਿੱਖੀ ਦੀ ਕਰਨੀ ਸ਼ੁਰੂ ਕਰਦੇ ਹਾਂ ਤੇ ਉਸ ਟਾਈਮ ਹੀ ਰੌਲਾ ਪਾ ਲੈਂਦੇ ਆ ਕਿ ਜੀ ਅਸੀਂ ਇਹ ਕਰਤਾ ਸੀ ਉਹ ਕਰਤਾ। ਇਹਨਾਂ ਲੋਕਾਂ ਨੇ ਕੋਈ ਰੌਲਾ ਨਹੀਂ ਪਾਇਆ, ਚੁੱਪ-ਚਪੀਤੇ ਮੂੰਹ ਨੀਵਾ ਕਰਕੇ ਅਲਟੀਮੇਟਲੀ ਕੰਮ ਹੁੰਦਾ ਰਿਹਾ। ਤੇ ਜਿਹੜੀਆਂ ਸੈਟਲਮੈਂਟਸ ਗੁਰੂ ਨਾਨਕ ਪਾਤਸ਼ਾਹ ਟਾਈਮ ਤੋਂ ਸ਼ੁਰੂ ਹੋ ਗਈਆਂ, ਜੰਮੂ ਤੋਂ ਲੈ ਕੇ ਬਰੇਲੀ ਤੱਕ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੇ ਪਿੰਡ ਸੀਗੇ ਉਹ ਆਪ ਉਹਨਾਂ ਨੂੰ ਮਾਰਕਿੰਗ ਕਰਕੇ ਵਸਾਣੇ ਸ਼ੁਰੂ ਕਰਤੇ। ਦੇਖੋ ਹੁਣ ਤੁਹਾਨੂੰ ਇੰਟਰਸਟਿੰਗ ਗੱਲ ਦੱਸਦਾ, ਪਿੰਡਾਂ ਦਾ ਨਾਮ ਕਿੱਦਾਂ ਦਾ ਨਿਕਲੇਗਾ? ਫਰੀਦਪੁਰ, ਬੇਗਮਪੁਰਾ, ਪ੍ਰਤਾਪਗੜ੍ਹ ਉਹ ਜਗ੍ਹਾ ਹੈਗੀ ਜਿੱਥੇ ਕਬੀਰ ਸਾਹਿਬ ਦਾ ਬਰਥ ਪਲੇਸ ਹੈ, ਉਹਦੇ ਨਾਮ ਦੇ ਸੇਮ ਨੋਮਨਕਲੇਚਰ ਤੇ ਪਿੰਡ ਵਸਾਏ ਗਏ। ਦਾਦੂਪੁਰ ਇਹ ਵੀ ਕਬੀਰ ਸਾਹਿਬ ਨਾਲ ਕਨੈਕਟਡ ਹੈ। ਹੰਗੌਲੀ ਜੋ ਕਿਲੇ ਅੱਜ ਵੀ ਖੜੇ ਜੀ। ਔਰ ਇਸੇ ਤਰੀਕੇ ਨਾਲ ਮੈਂ ਤੁਹਾਨੂੰ ਇੱਕ ਸਾਖੀ ਆਉਂਦੀ ਹੈ ਕਿ ਵਸ ਜੋ ਉਜੜ ਜੋ ਆਹ ਤਾਂ ਚਲੋ ਸੱਚੀ ਹੈ ਝੂਠੀ ਆ, ਬਾਅਦ ਚ ਆਪਾਂ ਉਹਦੇ ਐਨਾਲਿਸਿਸ ਕਰਾਂਗੇ। ਲੇਕਿਨ ਡਾਟਾ ਇਹ ਗੱਲ ਕਹਿੰਦੇ ਕਿ ਗੁਰੂ ਨਾਨਕ ਪਾਤਸ਼ਾਹ ਦੀ ਜੋ ਡਿਬੇਟ ਹੈਗੀ ਹੈ, ਇਹ ਡਿਬੇਟ ਹੋਈ ਹੈ ਉੱਥੇ ਵੰਜਾਰਿਆਂ ਲਾਹੌਰ ਕੋਲ, ਔਰ ਇਹ ਜਿਹੜਾ ਪਿੰਡ ਦਾ ਨਾਮ ਸੀ ਮਾਨਕਪੁਰ। ਹੁਣ ਜਿਹੜੇ ਜੰਮੂ ਤੋਂ ਲੈ ਕੇ ਬਰੇਲੀ ਤੱਕ 200-250 ਮਾਨਕਪੁਰ ਵਸਾਏ ਗਏ। ਹੁਣ ਔਰ ਇਹਨਾਂ ਵਿੱਚ ਉਹ ਜਿਹੜੇ ਸੀਗੇ ਅਲਟੀਮੇਟਲੀ ਖਾਲਸਾ ਰਾਜ ਦੇ ਜਿਹੜੇ ਲੋਕਾਂ ਨੇ ਖਾਲਸਾ ਰਾਜ ਸਥਾਪਿਤ ਕਰਨਾ ਸੀ, ਹਲੀਮੀ ਰਾਜ ਦੀ ਸਥਾਪਨਾ ਕਰਨੀ ਸੀਗੀ, ਉਹਨਾਂ ਦੀਆਂ ਸੈਟਲਮੈਂਟਸ ਕੀਤੀਆਂ ਗਈਆਂ। ਹੁਣ ਇਹ ਜਿਹੜੀਆਂ ਸੈਟਲਮੈਂਟਸ ਕੀਤੀਆਂ ਗਈਆਂ ਤਾਂ ਸੈਟਲਮੈਂਟਸ ਦੇ ਵਿੱਚ ਸਭ ਸਮਝਣਾ ਪਏਗਾ ਇਹ ਗੱਲ, ਇਹ ਸੈਟਲਮੈਂਟ ਰਾਜਾ ਕਰਾਉਂਦਾ, ਇਹ ਪਾਤਸ਼ਾਹ ਕਰਾਉਂਦਾ, ਤਾਂ ਅਸੀਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ। ਜਿਹੜਾ ਆਮ ਬੰਦਾ ਹੈ ਨਾ ਜੀ, ਉਹ ਮਤਲਬ ਸੈਟਲਮੈਂਟ ਨਹੀਂ ਕਰਾ ਸਕਦਾ। ਜਦੋਂ ਅਸੀਂ, ਕਿਉਂਕਿ ਮੈਂ ਤਾਂ ਰੈਵਨਿਊ ਦਾ ਆਪ ਆਫਿਸਰ ਹਾਂ ਤੇ ਉਹਦੇ ਵਿੱਚ ਆਉਂਦਾ ਕਿ ਅਲਟੀਮੇਟਲੀ ਜਿਹੜਾ ਪੰਜਾਬ ਸੈਟਲਮੈਂਟ ਮੈਨੂਅਲ, ਕਿ ਜਿੱਥੇ ਲੋਕ ਉਜੜਦੇ ਨੇ ਤੇ ਉਹਨਾਂ ਨੂੰ ਸੈਟਲ ਕਿਸ ਤਰੀਕੇ ਨਾਲ ਕਰਨਾ ਹੈ, ਤਾਂ ਉਹ ਸੈਟਲਮੈਂਟ ਮੈਨੂਅਲਸ ਰੈਵਨਿਊ ਰਿਕਾਰਡ ਤੇ ਬਣੇ ਹੋਏ ਨੇ। ਇਸ ਤਰੀਕੇ ਐਕਟ ਜਦੋਂ ਨੈਟ ਤੇ ਦੇਖੋਗੇ ਤੇ ਸਿਸਟਮ ਦੇਖ ਲਓ। ਹੁਣ ਅਲਟੀਮੇਟਲੀ
ਕਿ ਇਹਦੇ ਵਿੱਚ ਜੋ ਪੂਰੇ ਸਿਸਟਮ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਇਹ ਇਲਾਕਾ ਪਹਿਲੇ ਇਹਨਾਂ ਵਣਜਾਰਿਆਂ ਤੋਂ ਪਰਚੇਸ ਕਰਵਾ ਲਿਆ। ਇਹਨਾਂ ਸੂਫੀ ਪੀਰਾਂ ਨੂੰ ਅਲਟੀਮੇਟਲੀ ਜਗੀਰਾ ਮਿਲ ਗਿਆ ਮੁਗਲਾਂ ਤੋਂ। ਮੁਗਲ ਇਹਨਾਂ ਦੇ ਕੰਮ 'ਚ ਇੰਟਰਫੇਅਰ ਨਹੀਂ ਕਰਦੇ। ਔਰ ਮੈਂ ਤੁਹਾਨੂੰ ਇੱਕ ਹੋਰ ਇੰਟਰਸਟਿੰਗ ਗੱਲ ਦੱਸਦਾ ਜੀ, ਬਹੁਤ ਖਾਸ ਗੱਲ, ਕਿ ਜਿਹੜਾ ਸਿਰਮੌਰ, ਗੜਵਾਲ ਤੇ ਸਡੌਰਾ, ਇਸ ਇਲਾਕੇ ਦਾ ਜਿਹੜੀ ਰਿਪੋਰਟਿੰਗ ਸੀ ਨਾ ਜੀ, ਉਹ ਔਰੰਗਜ਼ੇਬ ਨੂੰ ਨਹੀਂ ਸੀਗੀ। ਅੱਛਾ ਜੀ। ਇਸ ਇਲਾਕੇ ਦੀ ਜੋ ਰਿਪੋਰਟਿੰਗ ਸੀ ਉਹ ਜਹਾਂਆਰਾ ਨੂੰ ਸੀਗੀ। ਜਹਾਂਆਰਾ ਕੌਣ ਹੈ? ਕਿ ਜੋ ਔਰੰਗਜ਼ੇਬ ਦੀ ਵੱਡੀ ਭੈਣ, ਦਾਰਾ ਸ਼ਿਕੋ ਦੀ ਵੱਡੀ ਭੈਣ। ਸ਼ੁਰੂ 'ਚ ਔਰੰਗਜ਼ੇਬ ਨੇ ਤਾਂ ਉਹਨੂੰ ਨੇੜੇ ਨਹੀਂ ਆਉਣ ਦਿੱਤਾ, ਪਰ ਬਾਅਦ ਦੇ ਵਿੱਚ ਉਹਨੇ ਆਪਣੀ ਜੋ ਸਿਸਟਰ ਨੂੰ ਉਹਨੇ ਫਸਟ ਲੇਡੀ ਆਫ ਦਾ ਐਮਪਾਇਰ ਖਿਤਾਬ ਦੇ ਕੇ ਰੱਖਿਆ। ਔਰ ਇਹ ਦੋਨੋਂ ਰਾਜੇ ਤੇ ਸਡੌਰੇ ਦੀਆਂ ਜਗੀਰਾਂ ਜਹਾਂਆਰਾ ਨੂੰ ਰਿਪੋਰਟ ਕਰਦੀਆਂ ਸੀਗੀਆਂ, ਤੇ ਜਹਾਂਆਰਾ ਤੇ ਦਾਰਾ ਸ਼ਿਕੋ ਦੋਨੋਂ ਸਾਈ ਮੀਆਂ ਮੀਰ ਜੀ ਦੇ ਚੇਲੇ ਸੀਗੇ। ਹੁਣ ਤੁਹਾਨੂੰ ਇਹ ਕੜੀ ਸਮਝ ਆਣੀ ਸ਼ੁਰੂ ਹੋ ਜਾਏਗੀ ਕਿ ਸਾਈ ਮੀਆਂ ਮੀਰ ਜਦੋਂ ਦਰਬਾਰ ਸਾਹਿਬ ਦੇ ਨੀਂਹ ਪੱਥਰ ਰੱਖ ਰਹੇ ਨੇ, 6ਵੇਂ ਪਾਤਸ਼ਾਹ ਨੂੰ ਜਦੋਂ ਕੈਦ ਹੋ ਜਾਂਦੀ ਹੈ ਤੇ ਸਾਈ ਮੀਆਂ ਮੀਰ ਹੀ ਅਲਟੀਮੇਟਲੀ ਉਹਨਾਂ ਨੂੰ ਛਡਾਉਂਦੇ ਨੇ ਆਪਣਾ ਜੇਲ੍ਹ ਚੋਂ। ਨੂਰ ਜਹਾਂ ਜੋ ਕਿ ਜਹਾਂਗੀਰ ਦੀ ਬੇਗਮ ਹੈ, ਉੱਤੇ ਇਨਫਲੂਐਂਸ ਕ੍ਰੀਏਟ ਕਰਕੇ ਇੱਕ ਵਜ਼ੀਰ ਖਾਨ ਹੋਰ ਉਹਨਾਂ ਜਰਨੈਲ ਹੈ ਉਸ ਟਾਈਮ ਜੋ ਲਾਹੌਰ ਦਾ ਸੂਬੇਦਾਰ ਹੈ, ਉਹ ਜਾ ਕੇ ਜਹਾਂਗੀਰ ਨੂੰ ਸਮਝਾਉਂਦਾ ਤੇ ਤਾਂ 6ਵੇਂ ਪਾਤਸ਼ਾਹ ਨੂੰ ਰਿਲੀਜ਼ ਕੀਤਾ ਜਾਂਦਾ ਹੈ। ਤਾਂ ਹੁਣ ਜਿਹੜਾ ਸਾਈ ਮੀਆਂ ਮੀਰ ਦਾ ਜੋ ਪਿਛੋਕੜ ਹੈ, ਉਹ ਪਿਛੋਕੜ ਫਿਰ ਇਹ ਡਿਸੈਂਡੈਂਟ ਵਿੱਚੋਂ ਪੀਰ ਦਸਤਗੀਰ ਦੇ ਵਿੱਚੋਂ ਅੱਗੇ ਕੜੀ ਫੇਰ ਗੁਰੂ ਨਾਨਕ ਪਾਤਸ਼ਾਹ ਨਾਲ ਜੁੜ ਜਾਂਦੀ ਹੈ। ਹੁਣ ਮੈਂ ਤੁਹਾਨੂੰ ਇੱਕ ਇੰਟਰਸਟਿੰਗ ਗੱਲ ਦੱਸਦਾ, ਕਿਉਂਕਿ 12 ਸਾਲ ਤਾਂ 6ਵੇਂ ਪਾਤਸ਼ਾਹ ਨੂੰ, ਦੇਖੋ ਮੇਰੇ ਕੋਲ 13-14 ਸਾਲ ਦੀ ਉਮਰ ਸੀਗੀ ਜਦੋਂ 6ਵੇਂ ਪਾਤਸ਼ਾਹ ਨੂੰ ਉਹਨਾਂ ਨੇ ਕੈਦ ਪਾਤਾ। ਹਾਂ, ਜਦੋਂ ਉਹਨਾਂ ਨੇ 1619 ਚ ਰਿਲੀਜ਼ ਹੁੰਦੇ ਨੇ ਤੇ ਮੋਟੇ ਤੌਰ ਤੇ ਮਤਲਬ 12 ਸਾਲ ਉਹ ਕੈਦ ਉਹਦੇ ਵਿੱਚ ਗਵਾਲੀਅਰ ਦੇ ਕਿਲੇ ਚ ਕੱਟਦੇ ਨੇ ਜੀ। ਹੁਣ ਗਵਾਲੀਅਰ ਦਾ 3 ਜੇਲਾਂ ਨੇ ਪੋਲੀਟੀਕਲ, ਇਹ ਸਾਰੇ ਪੋਲੀਟੀਕਲ ਪ੍ਰਿਜ਼ਨਸ 3 ਨੇ ਮੁਗਲਾਂ ਦੇ ਰਾਜ ਦੀਆਂ। ਉਹ ਇੱਕ ਬੜਾ ਸਿਸਟਮੈਟਿਕ ਰਾਜ ਚੱਲ ਰਿਹਾ ਸੀਗਾ। ਇੱਕ ਹੈ ਗਵਾਲੀਅਰ ਦਾ ਜੇਲ੍ਹ ਹੈਗੀ ਆ, ਇੱਕ ਰੋਹਤਾਸ਼ ਦੀ ਜੋ ਕਿ ਪਾਕਿਸਤਾਨ 'ਚ, ਇੱਕ ਰਾਂਥਾਂਬੋਰ ਦੀ ਜੋ ਕਿ ਰਾਜਸਥਾਨ 'ਚ। ਇਹ 3 ਜੇਲਾਂ ਐਸੀਆਂ ਨੇ ਕਿ ਜਿੱਥੇ ਉਹਨਾਂ ਨੇ ਆਪਣੇ ਪੋਲੀਟੀਕਲ ਪ੍ਰਿਜ਼ਨਰ ਰੱਖਣੇ ਹੁੰਦੇ ਸੀ। ਉਹ 'ਚ ਚੋਰ ਚੱਕੇ ਹੋਰ ਕ੍ਰਿਮੀਨਲ ਜਿਹਨੇ ਮਰਡਰ, ਰੇਪਿਸਟ, ਉਹ ਉਸ ਤਰੀਕੇ ਦੇ ਕ੍ਰਿਮੀਨਲ ਰੱਖੇ ਜਾਂਦੇ ਸੀਗੇ। ਇਹਦੇ ਵਿੱਚ ਤਾਂ ਸਿਰਫ ਹੀ ਪੋਲੀਟੀਕਲ ਪ੍ਰਿਜ਼ਨਰ ਸੀਗੇ ਇਹਨਾਂ 3 ਜੇਲਾਂ ਦੇ ਵਿੱਚ। ਹੁਣ 12 ਸਾਲ 6ਵੇਂ ਪਾਤਸ਼ਾਹ ਕੈਦ ਕੱਟ ਰਹੇ ਨੇ। ਇਨਫੈਕਟ ਕੈਦ ਤਾਂ ਐਸੀ ਸੀਗੀ ਕਿ ਮਤਲਬ ਉਮਰ ਕੈਦ ਸੀਗੀ, ਮੌਤ ਦੇ ਨਾਲ ਹੀ ਉੱਚੋਂ ਬਾਹਰ ਆਣਾ ਸੀਗਾ ਜੀ। ਤੇ ਹੁਣ ਪਿੱਛੋਂ ਦੀ ਜਦੋਂ ਮੈਂ ਜਦੋਂ ਖਾਲਸਾ ਰਾਜ ਦੀ ਕਮਾਂਡ ਦੀ ਗੱਲ ਦੇਖਦੇ ਆ ਕਿ ਅਲਟੀਮੇਟਲੀ ਉਸ ਦੌਰਾਨ ਜਿਹੜਾ 12 ਸਾਲ ਦਾ ਵੈਕਿਊਮ ਹੈ, ਤੇ ਅਲਟੀਮੇਟਲੀ ਇਸ ਵੈਕਿਊਮ ਦੇ ਵਿੱਚ ਜਿਹੜੀ ਹਲੀਮੀ ਰਾਜ ਦੀ ਸਥਾਪਨਾ ਦੀ ਕਿਲਾਬੰਦੀ ਚੱਲ ਰਹੀ ਸੀ, ਉਹ ਔਰ ਅਲਟੀਮੇਟਲੀ ਜੋ ਸੈਟਲਮੈਂਟ ਦਾ ਕੰਮ ਚੱਲ ਰਿਹਾ ਸੀ, ਉਹ ਕਿੰਨੇ ਸੰਭਾਲਿਆ। ਦੇਖੋ ਇੰਟਰਸਟਿੰਗ ਗੱਲ ਕੀ ਹੈ, ਸਾਈ ਮੀਆਂ ਮੀਰ ਫਿਰ ਥਨੇਸਰ ਆ ਗਿਆ। ਥਨੇਸਰ ਆ ਕੇ ਸਾਈ ਮੀਆਂ ਮੀਰ ਨੇ ਮੋਰਚਾ ਸੰਭਾਲਿਆ, ਸਾਈ ਮੀਆਂ ਮੀਰ ਨੇ। ਔਰ ਦੇਖੋ, ਔਰ ਸਾਈ ਮੀਆਂ ਮੀਰ ਨੇ ਕੀ ਕੀਤਾ ਫਿਰ ਜਦੋਂ ਉਹਨਾਂ ਦੇ ਜਹਾਂਗੀਰ ਕਾਬੂ ਆ ਗਿਆ, ਤੇ ਜਹਾਂਗੀਰ ਕਾਬੂ ਆਉਣ ਤੋਂ ਬਾਅਦ ਫਿਰ ਉਹਨਾਂ ਨੇ ਕੀ ਕੀਤਾ ਕਿ ਜੋ ਥਨੇਸਰ ਸੀਗਾ, ਜੋ ਆਪਣੇ 50 ਕਿਲਿਆਂ ਦਾ ਮੈਂ ਜ਼ਿਕਰ ਕਰਦਾ, ਇਸ ਕਿਲੇ ਦੇ ਵਿੱਚ ਉਹਨਾਂ ਨੇ ਆਪਣਾ ਸਭ ਤੋਂ ਵੱਡਾ ਐਡਮਿਨਿਸਟ੍ਰੇਟਿਵ ਯੂਨਿਟ ਸੈਟਅਪ ਕੀਤਾ। ਠੀਕ ਹੈ ਜੀ। ਔਰ ਜੋ ਕਿ ਆਪਣਾ ਨੋਬਲਟੀ ਆਫ ਮੁਗਲ ਅੰਪਾਇਰ ਆਥਰ ਅਲੀ ਦੀ ਬੁੱਕ ਹੈਗੀ ਆ, ਉਹਦੇ ਵਿੱਚ ਇਹ ਸਾਰਾ ਜ਼ਿਕਰ ਹੈਗਾ ਵੀ ਇੱਥੇ ਜੋ ਐਡਮਿਨਿਸਟ੍ਰੇਟਿਵ ਸਿਸਟਮ ਥਨੇਸਰ ਦਾ ਕਿੱਦਾਂ ਗਰੋ ਕਰ ਰਿਹਾ। ਲਾਹੌਰ ਤੇ ਦਿੱਲੀ ਦੇ ਵਿੱਚ ਕੋਈ ਜੋ ਸਭ ਤੋਂ ਵੱਡੀ ਐਡਮਿਨਿਸਟ੍ਰੇਟਿਵ ਯੂਨਿਟ ਸੀਗੀ, ਉਹ ਸਰਹੰਦ ਨਹੀਂ ਉਸ ਟਾਈਮ ਰਹੀ, ਉਹ ਹੋ ਗਈ ਥਨੇਸਰ। ਉੱਥੇ 5000 ਦਾ ਮਨਸਬਦਾਰ ਬੈਠਣ ਲੱਗ ਗਿਆ, ਤੇ ਉਸ ਮਨਸਬਦਾਰ ਦਾ ਨਾਮ ਸੀਗਾ, ਉਹ ਵੀ ਪੀਰ ਸੀਗਾ, ਉਹਦਾ ਨਾਮ ਸੀਗਾ ਪੀਰ ਖਾਨ। ਔਰ ਉਹ ਸਾਈ ਮੀਆਂ ਮੀਰ ਦੇ ਪਰਿਵਾਰ ਚੋਂ ਹੀ ਸੀਗਾ। ਹੁਣ ਗੁਰੂ ਨਾਨਕ ਪਾਤਸ਼ਾਹ ਦੇ ਇਸ ਪੂਰੇ ਮਿਸ਼ਨ ਦੇ ਉੱਪਰ ਅਲਟੀਮੇਟਲੀ ਜਦੋਂ ਆ ਟਾਈਮ ਨਿਕਲਿਆ ਤੇ ਇਹ ਸਾਰੇ ਉੱਪਰ ਕੰਮ ਹੋਇਆ। ਮੈਂ ਇੱਕ ਗੱਲ ਇਹ ਤੋਂ ਪਹਿਲੇ ਵੀ ਵਾਕਿਆ ਜੋ ਤਕਰੀਬਨ, ਅੱਛਾ, ਗਵਾਲੀਅਰ ਦੇ ਕਿਲੇ ਵਾਲੀ ਗੱਲ ਦੱਸਿਓ ਵੀ ਅੰਦਰ ਜਦ 12 ਸਾਲ ਪਾਤਸ਼ਾਹ ਰਹੇ ਤੇ ਉਹਨਾਂ ਦੀ ਟਹਿਲ ਸੇਵਾ ਕਿਹਨੇ ਕੀਤੀ? ਹਾਂ, ਗਵਾਲੀਅਰ ਦੇ ਕਿਲੇ 'ਚ ਰਹੇ ਸਾਹਿਬ। ਉਸ ਗਵਾਲੀਅਰ ਦੇ ਕਿਲੇ ਦਾ ਜੋ ਬੇਸਿਕਲੀ ਦਰੋਗਾ ਸੀਗਾ, ਜੋ ਜੇਲਰ ਸੀਗਾ, ਉਹਦਾ ਨਾਮ ਸੀਗਾ ਹਰੀਦਾਸ ਵੰਜਾਰਾ। ਉਹ ਭਾਈ ਲੱਖੀ ਸ਼ਾਹ ਵੰਜਾਰੇ ਦਾ ਕਜ਼ਨ ਹੈ। ਔਰ ਉਸ ਕਿਲੇ ਦੀ ਖਾਸੀਅਤ ਇਹ ਸੀ ਕਿ ਅਗਰ ਕੋਈ ਪੋਲੀਟੀਕਲ ਪ੍ਰਿਜ਼ਨਰ ਚਲਾ ਗਿਆ ਨਾ, ਤੇ ਉਹਦੀ ਡੈਥ ਮਤਲਬ ਸ਼ੋਰ ਸੀਗੀ, ਮਤਲਬ ਨਿਕਲ ਨਹੀਂ ਸਕਦਾ, ਵਾਪਸ ਨਹੀਂ ਨਿਕਲਦਾ ਸੀਗਾ ਉਸ ਕਿਲੇ ਚੋਂ।
ਤੇ ਹੁਣ ਅਸੀਂ ਕੀ ਕਰਦੇ ਆ ਕਿ ਜਦੋਂ ਅਸੀਂ ਗਵਾਲੀਅਰ ਦਾ ਕਿਲਾ ਦੇਖਣ ਜਾਂਦੇ ਆ, ਅਸੀਂ ਉੱਥੇ 52 ਜਿਹੜੇ ਉਹ ਜਿਹੜੇ ਸਾਹਮਣੇ ਉਹਨੂੰ ਦੇਖ ਕੇ ਕਹਿੰਦੇ ਵੀ ਇੱਥੇ ਰਹੇ, ਸਾਹਮਣੇ ਨਾਲ ਬੰਨ ਕੇ ਥੋੜਾ ਨਾ ਕੈਦੀ ਰੱਖੇ ਜਾਂਦੇ ਨੇ। ਅਲਟੀਮੇਟਲੀ ਕੈਦੀਆਂ ਦੇ ਰਹਿਣ ਦੀਆਂ ਬੈਰਕਾਂ ਸੀਗੀਆਂ ਜੋ ਕਿ ਕਿਸੇ ਹੋਰ ਪਲੇਸ ਦੇ ਵਿੱਚ ਨੇ, ਔਰ ਅਲਟੀਮੇਟਲੀ ਮਤਲਬ ਹੈ ਉਸੇ ਕਿਲੇ ਦੇ ਵਿੱਚ ਹੀ, ਲੇਕਿਨ ਪਲੇਸ ਕੁਝ ਹੋਰ ਹੈ। ਉਹ ਬਸ ਥੋੜਾ ਜਿਹਾ ਹੁਣ ਡੀ ਟਰੈਕ ਹੋ ਕੇ ਇਸ ਤਰੀਕੇ ਦੀ ਗੱਲ ਆ ਜਾਂਦੀ ਹੈ। ਇੱਕ ਹੋਰ ਸਵਾਲ ਮੇਰਾ ਜੀ, ਜਿਹੜੇ ਛਡਾ ਕੇ ਰਾਜੇ ਲੈ ਕੇ ਆਂਦੇ, ਜਿਨ੍ਹਾਂ ਨੂੰ ਪਹਾੜੀ ਰਾਜੇ ਕਹਿੰਦੇ ਸੀ, ਜਿਨ੍ਹਾਂ ਨੇ ਫਿਰ ਗੁਰੂ ਸਾਹਿਬ 10ਵੇਂ ਪਾਤਸ਼ਾਹ ਦੀ ਵਿਰੋਧਤਾ ਕੀਤੀ, ਕੀ ਇਹ ਰਾਜੇ ਜਿਹੜੇ ਛਡਾ ਕੇ ਲਿਆਂਦੇ ਉਹਨਾਂ ਦੀ ਅੱਗੇ ਵੰਸ਼ ਨੇ ਹੀ ਫਿਰ ਗੁਰੂ ਸਾਹਿਬ ਦੀ ਵਿਰੋਧਤਾ ਕੀਤੀ? ਦੇਖੋ ਜੀ, ਇਹਦੇ ਵਿੱਚ ਵੀ ਨਾ ਗੱਲ ਕਈ ਤਰ੍ਹਾਂ ਦੀ ਹੈ। ਮਤਲਬ ਜਦੋਂ ਮਤਲਬ ਭਗਾਣੀ ਦੇ ਯੁੱਧ ਤੋਂ ਮੇਨ ਗੱਲ ਆਉਂਦੀ ਹੈ, ਠੀਕ ਹੈ ਨਾ। ਅਸੀਂ ਕਹੇ ਬਿਲਾਸਪੁਰ ਦਾ ਰਾਜਾ ਵੀ ਆ ਗਿਆ, ਗੜਵਾਲ ਦਾ ਵੀ ਰਾਜਾ ਆ ਗਿਆ, ਤੇ ਜਦੋਂ ਹੰਡੂਰੀਆ ਮਾਰਿਆ ਜਾਂਦਾ ਹੈ ਲੜਾਈ ਉਸੇ ਟਾਈਮ ਮੁੱਕ ਜਾਂਦੀ ਹੈ। ਤੇ ਜੇ ਬਾਕੀ ਦੇ ਰਾਜੇ, ਜੇ ਹੰਡੂਰੀਆ ਤਾਂ ਕੋਈ ਛੋਟਾ ਮੋਟਾ ਹੀ ਇੱਕ ਬੇਸਿਕਲੀ ਜੋ ਮੁਗਲਾਂ ਨਾਲ ਰਲ ਕੇ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਅਟੈਕ ਕਰ ਰਿਹਾ ਸੀਗਾ ਜੀ, ਤੇ ਫਿਰ ਅਲਟੀਮੇਟਲੀ ਬੈਟਲ ਦਾ ਤਦ ਮੁੱਕਣੀ ਚਾਹੀਦੀ ਸੀ ਜਦੋਂ ਬਿਲਾਸਪੁਰ ਦਾ ਰਾਜਾ ਮਰਦਾ ਤੇ ਗੜਵਾਲ ਦਾ ਰਾਜਾ ਵੀ ਮਰਦਾ। ਤੇ ਜਦੋਂ ਜਰਨੈਲ ਬੰਦਾ ਸਿੰਘ ਬਹਾਦਰ ਆਉਂਦੇ ਨੇ, ਇਹ ਸਾਰੇ ਰਾਜੇ ਮਤਲਬ ਮੁਗਲਾਂ ਦੇ ਖਿਲਾਫ ਜਰਨੈਲ ਬੰਦਾ ਸਿੰਘ ਬਹਾਦਰ ਨਾਲ ਖਲੋ ਕੇ ਲੜਾਈ ਲੜਦੇ ਨੇ। ਤੇ ਇਹ ਹਿਸਟਰੀ ਨੂੰ ਜੋ ਪੋਲੀਟੀਕਲ ਸਿਸਟਮ ਹੈ ਨਾ ਜੀ, ਇਹ ਪੂਰਾ ਹਿਸਟਰੀ ਦਾ ਪੋਲੀਟੀਕਲ ਸਿਸਟਮ ਦਾ ਸਾਨੂੰ ਸਮਝਣਾ ਪਏਗਾ ਕਿ ਮਤਲਬ ਇਹਨਾਂ ਚ ਜੋ ਬੇਸਿਕਲੀ ਕਿ ਰਾਜੇ ਤਾਂ ਸਾਡੇ ਨਾਲ ਸਹਿਮਤ ਸੀਗੇ, ਪਹਾੜੀ ਰਾਜੇ। ਹੁਣ ਪਹਾੜੀ ਰਾਜਿਆਂ ਦੀ ਸਹਿਮਤੀ ਗੱਲ ਇਹ ਦੇਖੋ ਨਾ ਜੀ ਕਿ ਜਰਨੈਲ ਬੰਦਾ ਸਿੰਘ ਬਹਾਦਰ ਦਾ ਵਿਆਹ ਹੀ ਪਹਾੜੀ ਰਾਜੇ ਦੀ ਬੇਟੀ ਨਾਲ ਹੁੰਦਾ, ਕਿਉਂਕਿ ਰਾਜਕੁਮਾਰੀ ਉਹੀ ਆਫਰ ਕਰਦਾ ਹੈ ਔਰ ਰਾਜਕੁਮਾਰੀ ਰਾਜੇ ਨੂੰ ਹੀ ਆਫਰ ਕੀਤੀ ਜਾਂਦੀ ਹੈ ਵੀ ਤੁਸੀਂ ਇੱਥੇ ਵਿਆਹ ਕਰੋ। ਤੇ ਚੰਬੇ ਦੀ ਰਾਜਕੁਮਾਰੀ ਸੁਸ਼ੀਲਾ ਕੌਰ ਨਾਲ ਜਰਨੈਲ ਬੰਦਾ ਸਿੰਘ ਬਹਾਦਰ ਦਾ ਵਿਆਹ ਹੁੰਦਾ ਹੈ। ਔਰ ਪਿਛੋਕੜ ਦੇਖੀਏ ਤੇ ਭਾਈ ਗੁਰਦਾਸ ਜੀ ਹੁਣੇ ਉਸ ਇਲਾਕੇ ਦੇ ਮੁੱਖ ਪ੍ਰਚਾਰਕ ਨੇ, ਫਿਰ ਮੰਡੀ ਦੇ ਮੁੱਖ ਪ੍ਰਚਾਰਕ ਨੇ। ਅੱਛਾ ਸਰਦਾਰ ਸਾਹਿਬ, ਮੇਰੇ ਕੋਲ 5-6 ਮਿੰਟ ਨੇ, ਅਗਲੀ ਇੰਟਰਵਿਊ ਮੈਂ ਲੈਣੀ ਹੈ, ਤੇ ਅਖੀਰ 'ਚ ਮੈਨੂੰ ਪਲੀਜ਼ ਇੱਕ ਦੱਸਿਓ ਵੀ ਜਦ ਬਾਬਾ ਬੰਦਾ ਸਿੰਘ ਬਹਾਦਰ ਜੀ ਹਜੂਰ ਸਾਹਿਬ ਨੰਦੇੜ ਤੋਂ ਚੱਲਦੇ ਨੇ, ਇੱਕ ਐਡੇ ਵੱਡੇ ਐਮਪਾਇਰ ਦੇ ਨਾਲ ਉਹਨਾਂ ਨੇ ਮੱਥਾ ਲਾਉਣਾ ਹੈ, ਜਦ ਤੱਕ ਉਹ ਹਰਿਆਣਾ ਪੰਜਾਬ ਦੇ ਵਿੱਚ ਉਸ ਸਮੇਂ ਆਉਂਦੇ ਨੇ, ਤੇ ਜਿਹੜੇ ਉਹਨਾਂ ਦੇ ਨਾਲ ਆ ਕੇ ਲੋਕ ਰਲਦੇ ਨੇ ਉਹ ਕਿੱਥੋਂ ਕਿੱਥੋਂ ਰਲਦੇ ਆ? ਸਾਹਿਬ ਇੱਕ ਬੜੀ ਸਮਝਣ ਦੀ ਗੱਲ ਹੈ। ਸਾਡੇ ਇਤਿਹਾਸਕਾਰਾਂ ਨੇ ਕਿਹਾ ਕਿ ਪੀਜੈਂਟਰੀ ਮੂਵਮੈਂਟ ਸੀ, ਕੱਸੀਆਂ ਦਰਾਤੀਆਂ ਲੈ ਕੇ ਲੋਕ ਜੁੜ ਗਏ। ਮੁਗਲ ਕੋਈ ਗਲੀਆਂ 'ਚ ਲੜਦੇ ਹੋਏ ਹੁੰਦੇ ਨੇ, ਦਾਤੀਆਂ ਨਾਲ ਨਹੀਂ ਲੜ ਸਕਦੇ। ਬਿਲਕੁਲ ਠੀਕ। ਹਾਂ, ਉਹਨਾਂ ਨਾਲ ਕੱਸੀਆਂ ਦਰਾਤੀਆਂ ਨਾਲ ਉਹਨਾਂ ਕੋਲ ਦੁਨੀਆ ਦੇ ਮੋਸਟ ਸੋਫਿਸਟੀਕੇਟਡ ਵੈਪਨਸ, ਬਿਲਕੁਲ ਕੈਨਨਸ ਨੇ ਉਹਨਾਂ ਕੋਲ, ਜੰਬੂਰੇ ਨੇ। ਯੈਸ। ਹਾਂ, ਹੁਣ ਜਦੋਂ ਨੰਦੇੜ ਤੋਂ ਜਦੋਂ ਜਰਨੈਲ ਬੰਦਾ ਸਿੰਘ ਬਹਾਦਰ ਤੁਰਦੇ ਨੇ ਤੇ ਉਹਨਾਂ 2IC ਹੈਗਾ ਭਗਵੰਤ ਸਿੰਘ ਬੰਗੇਸ਼ਵਰੀ, ਅੰਮ੍ਰਿਤ ਸੰਚਾਰ ਤੋਂ ਪਹਿਲੇ ਹੈਗਾ ਭਾਗੂ ਬੰਜਾਰਾ, ਅਟਕ ਦਾ ਰਾਜਾ। ਅਟਕ ਸਭ ਤੋਂ ਔਖਾ ਇਲਾਕਾ ਸੀਗਾ ਉਸ ਟਾਈਮ, ਜੋ ਸੂਬਾ ਸੀਗਾ ਹਿੰਦੁਸਤਾਨ ਦਾ, ਜਿੱਥੋਂ ਦੀ ਬਾਰ-ਬਾਰ ਅਫਗਾਨ ਅਟੈਕ ਕਰਦੇ ਸੀਗੇ। ਅਟਕ ਦਾ ਉਹ 5000 ਦਾ ਮਨਸਬਦਾਰ ਹੈ। 5000 ਦਾ ਮਨਸਬਦਾਰ ਮਤਲਬ ਇਹ ਹੋ ਗਿਆ ਕਿ ਸਾਹਿਬ ਏਡਾ ਹੀ ਵੱਡਾ ਰਾਜ ਸੀਗਾ ਜਿੰਨਾ ਮਹਾਰਾਜਾ ਰਣਜੀਤ ਸਿੰਘ ਦਾ ਏਰੀਆ ਸੀਗਾ। ਔਰ ਜਿਹੜਾ ਵਜ਼ੀਰ ਖਾਨ ਮਾਰਿਆ, ਮੈਂ ਤੁਹਾਨੂੰ ਹੋਰ ਕੰਪੈਰੀਟਿਵ ਕਰਨਾ ਦੱਸ ਦੇਣਾ ਕਿ ਜਿਹੜਾ ਵਜ਼ੀਰ ਖਾਨ ਮਾਰਿਆ, ਜਿਹਨੂੰ ਅਸੀਂ ਬਹੁਤ ਵੱਡਾ ਦੱਸਦੇ ਆ, ਉਹ 3000 ਦਾ ਮਨਸਬਦਾਰ ਸੀਗਾ, ਤੇ ਕੱਲੇ ਭਗਵੰਤ ਸਿੰਘ ਮੰਗੇਸ਼ਵਰੀ ਕੋਲ 5000 ਦਾ ਮਨਸਬਦਾਰ ਸੀ। ਉਹ ਕੁਇਟ ਕਰਕੇ ਮੁਸਲਿਮ ਜਿਹੜਾ ਔਰੰਗਜ਼ੇਬ ਦਾ ਮੁਗਲਾਂ ਦੀ ਜਿਹੜੀ ਨੌਕਰੀ ਔਰ ਜਰਨੈਲ ਬੰਦਾ ਸਿੰਘ ਬਹਾਦਰ ਨਾਲ ਖਲੋਇੰਦਾ। ਤੇ ਭਗਵੰਤ ਸਿੰਘ ਮੰਗੇਸ਼ਵਰੀ ਭਾਈ ਮਨੀ ਸਿੰਘ ਜੀ ਹੁਣਾਂ ਦਾ सक्का भतीजा है ते बाज सिंह होना दा एल्डर ब्रदर है। इस तरीके नाल कई वड्डे जरनैल जेडे बंजारे नाल कनेक्टेड सीगे उन्हां ने हथियार रसद सब कुछ लैके जरनैल बंदा सिंह बहादुर नाल खड़े होए। मैं तुहानूं एक होर दसदा, इतिहासिक स्रोत ये गल कहंदे ने कि सडौरे जरनैल बंदा सिंह बहादुर कोल 70,000 घुड़सवार फौज खड़ी है। 70,000 हुण उत्थों दा जो रिकॉर्ड ये दसदा है कि एकड़ की कीमत 1 रुपया, खूह की कीमत 500 रुपया, बैलों की जोड़ी की कीमत 500 रुपया, ते जेड़ा वॉर हॉर्स है जेड़ा उत्थे तुर्की घोड़ा खड़िया है जेड़ा लड़ाई के मैदान जंग च मतलब चलेगा उसकी कीमत 1000 रुपया। हिसाब लाओ जे 70,000 घुड़सवार फौज खड़ी है, ये लड़ाई कोई कस्सियां दरातियां ना नहीं लड़ी गई। साहब मैं बार बार कह रहा कि जेड़ी उस टाइम पंजाब की किसानी का हाल सीगा वो बहुत ही माड़ा सीगा। उस टाइम 1/3 वो रेवन्यू लै रहे थे, लोगों को 2 वक्त की रोटी नहीं सी खाण वास्ते। लड़ाई लड़नी कित्थों सी, किलाबंदी करनी कित्थे, घोड़े खरीदने कित्थों सीगे, हथियार खरीदने कित्थों सीगे, ये सारा काम ट्रेडर्स दा सीगा। और बेसिकली जेडे गुरु नानक दे जेडे सिख ट्रेडर्स सीगे
ਜਿਹੜੇ ਵਣਜਾਰੇ ਟ੍ਰੇਡਰ ਸੀ ਪੂਰੇ ਵਰਲਡ 'ਚ ਛਾ ਗਏ ਸੀ, ਪੂਰੀ ਵਰਲਡ ਦੀ ਇਕਨੋਮੀ ਨੂੰ ਕੰਟਰੋਲ ਕਰ ਲਏ ਸੀਗੇ। ਔਰ ਲੇਟਰ ਜਦੋਂ ਜਰਨੈਲ ਬੰਦਾ ਸਿੰਘ ਬਹਾਦਰ ਤੇ ਮੁਗਲਾਂ ਨਾਲ ਲੜਾਈ ਹੋਈ ਹੈ ਔਰ ਡਿਕਲਾਈਨ ਹੋਇਆ ਮੁਗਲ ਐਮਪਾਇਰ ਦਾ, ਉਸ ਟਾਈਮ ਇਹ ਟ੍ਰੇਡ ਵੀ ਸਾਡਾ ਸਾਰਾ ਪੈਸਾ ਉਹ ਵੈਸਟਰਨ ਕੰਟਰੀਜ਼ ਨੇ ਇਹਨੂੰ ਕਾਬੂ ਕਰ ਲਿਆ ਜੀ। ਅੱਛਾ ਸਰਦਾਰ ਸਾਹਿਬ, ਹੁਣ ਤੁਸੀਂ ਇਹ ਦੱਸਿਓ ਜੀ ਬਈ ਵਾਪਸ ਕਦ ਜਾਣਾ ਹੈ? ਵਾਪਸ ਤਾਂ ਜੀ ਹਾਲੇ ਮੇਰੀ 2 ਅਕਤੂਬਰ ਨੂੰ ਹੈ ਵਾਪਸੀ। ਅੱਛਾ, ਫਿਰ ਆਪਣੇ ਕੋਲ ਸਮਾਂ ਹੈ। ਮੈਂ ਇੱਕ ਸੈਗਮੈਂਟ ਹੋਰ ਕਰਨੀ ਚਾਹੁੰਦਾ ਜਿਹਦੇ ਚ ਬਾਬਾ ਬੰਦਾ ਬਹਾਦਰ ਸਿੰਘ ਦੇ ਜੀਵਨ ਤੇ ਹੀ ਤੇ ਲੋਹਗੜ੍ਹ ਤੋਂ ਲੈ ਕੇ ਚੱਪੜਚਿੜੀ ਤੇ ਗੁਰਦਾਸ ਨੰਗਲ ਦੀ ਜਿਹੜੀ ਤੁਸੀਂ ਗੜੀ ਕਿਹਾ, ਤੁਸੀਂ ਕਿਹਾ ਗੜੀ ਨਹੀਂ ਸੀ, ਉਹ ਵੀ ਕੱਚੀ ਗੜੀ ਨਹੀਂ ਸੀ, ਜਿਹਦੇ ਤੇ ਘੇਰਾ 7 ਮਹੀਨੇ ਪਿਆ ਰਿਹਾ, ਉਹਦੇ ਤੇ ਬਰੂਦ ਸਿੱਟਦੇ ਰਹੇ, ਉਹ ਟੁੱਟਿਆ ਨਹੀਂ। ਤੇ ਇਹਦੀ ਇੱਕ ਸੈਗਮੈਂਟ ਤੁਹਾਡੇ ਸਕੈਜੂਲ ਦੇ ਨਾਲ ਨੈਕਸਟ ਵੀਕ ਜਿਵੇਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਜਿਹੜੇ ਨਕਲ ਪਿੰਡ ਨੇ ਨਾ ਜੀ, ਇੱਕ ਗੱਲ ਹੋਰ ਕਲੀਅਰ ਕਰਾਂ, ਜਿੰਨੇ ਨਕਲ ਪਿੰਡ ਨੇ ਚਾਹੇ ਜੰਮੂ ਤੋਂ ਲੈ ਕੇ ਬਰੇਲੀ ਤੱਕ, ਉਹ ਸਾਰੇ ਗੁਰੂ ਨਾਨਕ ਪਾਤਸ਼ਾਹ ਨੇ ਆਪ ਸਥਾਪਿਤ ਕੀਤੇ, ਸਾਰੇ ਬੰਜਾਰਿਆਂ ਦੇ ਪਿੰਡ ਸੀਗੇ। ਔਰ ਜਿਹੜੀਆਂ ਪਹਾੜੀਆਂ ਚੱਲ ਰਹੀਆਂ ਨੇ ਹੁਣ ਗੁਰਦਾਸ ਨੰਗਲ ਦੀ ਗੜੀ ਦੇ ਉੱਪਰ, ਜਿਹੜੀ ਸ਼ਿਵਾਲਿਕ ਦੀਆਂ ਪਹਾੜੀਆਂ ਚੱਲ ਰਹੀਆਂ ਨੇ ਕੰਟੀਨਿਊਸਲੀ, ਇਹਨਾਂ ਪਹਾੜੀਆਂ ਦੇ ਹਰ 10 ਕਿਲੋਮੀਟਰ ਬਾਅਦ ਖਾਲਸਾ ਰਾਜ ਦਾ ਕਿਲਾ ਖੜਿਆ, ਅੱਜ ਵੀ ਖੜਿਆ। ਔਰ ਜਦੋਂ ਅਸੀਂ ਕਹਿੰਦੇ ਚੱਪਨ ਚਿੜੀ ਤੋਂ ਵੱਡੀ ਲੜਾਈ ਹੁਸ਼ਿਆਰਪੁਰ ਦੇ ਇਲਾਕੇ ਦੇ ਵਿੱਚ ਰਹਾਉ ਦੇ ਵਿੱਚ ਹੋਈ, ਰਹਾਉਣ ਦੇ ਵਿੱਚ ਉਹਦੇ ਵਿੱਚ ਬੇਸਿਕਲੀ 1.25 ਲੱਖ ਮੁਗਲ ਫੌਜ ਨੇ ਜਰਨੈਲ ਬੰਦਾ ਸਿੰਘ ਬਹਾਦਰ ਨਾਲ ਟੱਕਰਾ ਲਿੱਤਾ ਤੇ ਜਿਹੜਾ ਜਲੰਧਰ ਬੇਟ ਦਾ ਮਨਸਬਦਾਰ ਸੀਗਾ ਉਹ ਸਾਰੀ ਫੌਜ ਮਾਰੀ ਤੇ ਨਾਲੇ ਉੱਥੋਂ ਦੇ ਉਸ ਮਨਸਬਦਾਰ ਨੂੰ ਭਜਾਇਆ। ਔਰ ਇਹਨਾਂ ਇਲਾਕਿਆਂ ਦੇ ਵਿੱਚ ਵੀ ਜਿਹੜਾ ਟਾਂਡਾ ਖੁਸ਼ਹਾਲ ਸਿੰਘ ਪੈਂਦਾ ਰਹਾਉਣ ਦੇ ਕੋਲ, ਸਾਰੀ ਜਿਹੜੀ ਖਾਲਸਾ ਫੌਜ ਹੈ ਉੱਥੋਂ ਦੀ ਸਾਰੀ ਤਿਆਰੀ ਹੋਈ ਸੀ। ਸਰ ਸਾਹਿਬ ਧੰਨਵਾਦ। ਤੇ ਅਗਲੇ ਹਫਤੇ ਤੁਹਾਡੇ ਸਕੈਜੂਲ ਦੇ ਹਿਸਾਬ ਦੇ ਨਾਲ ਮੈਨੂੰ ਪਤਾ ਹੈ ਤੁਸੀਂ ਥੋੜੀ ਜਿਹੀ ਟਿਕਟ ਅੱਗੇ ਕੀਤੀ ਹੈ, ਤੁਹਾਡੇ ਰੁਝੇਵੇਂ ਵੀ ਵੱਧ ਗਏ ਤੇ ਸਾਰੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ। ਅਗਲੇ ਹਫਤੇ ਦੁਬਾਰਾ ਸੈੱਟ ਕਰਕੇ ਫੇਰ 1-2 ਸੈਗਮੈਂਟ ਤੁਹਾਡੇ ਜਾਣ ਤੋਂ ਪਹਿਲਾਂ, ਕਿਉਂਕਿ ਨਹੀਂ ਤਾਂ ਫਿਰ ਉੱਥੇ ਅੱਧੀ ਰਾਤ ਤੁਹਾਡੀ ਹੋ ਜਾਇਆ ਕਰਨੀ, ਤੁਹਾਨੂੰ ਤੰਗ ਹੋਵੋਗੇ ਤੁਸੀਂ। ਕੋਈ ਨਹੀਂ, ਅੱਧੀ ਰਾਤ ਵੀ ਹੋਏਗੀ ਫਿਰ ਵੀ ਮੈਸੇਜ ਤਾਂ ਡਿਸੈਮੀਨੇਟ ਕਰਨਾ ਹੀ ਹੈ। ਧੰਨਵਾਦ ਜੀ, ਬਹੁਤ ਬਹੁਤ। ਤੇ ਸਰਦਾਰ ਜਸਵੀਰ ਸਿੰਘ ਗਰੇਵਾਲ ਦਾ, ਸਰਦਾਰ ਗੁਰਚਰਨ ਸਿੰਘ ਦਾ, ਸਰਦਾਰ ਸੇਖੋਂ ਸਾਹਿਬ ਦਾ, ਜਿਨ੍ਹਾਂ ਇਹਨਾਂ ਵੱਡੇ ਭਾਈਆਂ ਨੇ ਸੈੱਟ ਕਰਕੇ ਸਰਦਾਰ ਗਗਨਦੀਪ ਸਿੰਘ ਨਾਲ ਇਹ ਗੱਲਬਾਤ ਕਰਾਈ। ਭਾਈ ਸਾਹਿਬ, ਤੇ ਅਗਲੇ ਹਫਤੇ ਫੇਰ ਸੈੱਟ ਕਰਕੇ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਸਨ ਸਰਦਾਰ ਗਗਨਦੀਪ ਸਿੰਘ ਜੀ, ਜਿਹੜੇ ਹਰਿਆਣਾ ਟੂਰਿਜ਼ਮ ਦੇ ਵਿੱਚ ਕੰਮ ਕਰਦੇ ਨੇ, ਪ੍ਰਸ਼ਾਸਨਿਕ ਅਧਿਕਾਰੀ ਨੇ, ਸੈਕਟਰੀ ਨੇ ਉੱਥੇ। ਉਹਨਾਂ ਨੇ ਇੱਕ ਅਲੱਗ ਬਹਿਸ ਛੇੜੀ ਆ ਜਿਹਦੇ ਤੇ ਆਪਾਂ ਨੂੰ ਵੀ ਖੁੱਲ੍ਹ ਕੇ ਵੇਖਣਾ ਚਾਹੀਦਾ ਵੀ ਵਾਕਈ ਯਾਰ ਐਡੀਆਂ ਵੱਡੀਆਂ ਗੱਲਾਂ। ਹੁਣ ਮੇਰੇ ਨਾਲ ਲੀਡਰ ਆਫ ਕੰਜ਼ਰਵੇਟਿਵ ਪਾਰਟੀ ਤੇ ਲੀਡਰ ਆਫ ਅਫੀਸ਼ੀਅਲ ਆਪੋਜੀਸ਼ਨ ਆਨਰੇਬਲ ਪੀਆਰ ਪੋਲੀਐਵ ਗੱਲਬਾਤ ਕਰਨਗੇ। ਉਹ ਸਮਰ ਦੇ ਵਿੱਚ ਉਹ ਤੇ ਆਪਣੀ ਉਹ ਵਾਈਫ ਹੈ ਨਾ ਪੋਲੀਐਵ ਦੇ ਨਾਲ ਕੋਸਟ ਟੂ ਕੋਸਟ ਕੈਨੇਡਾ ਉਹਨਾਂ ਨੇ ਟੱਚ ਕੀਤਾ। ਉਸ ਤੋਂ ਬਾਅਦ ਕਿਬੈਕ ਦੇ ਵਿੱਚ ਵੱਡੀ ਕਾਨਫਰੰਸ ਹੋਈ ਕੰਜ਼ਰਵੇਟਿਵ ਪਾਰਟੀ ਦੀ। ਹੁਣ ਉਹ ਵੈਸਟਰਨ ਕੈਨੇਡਾ ਦੇ ਵਿੱਚ ਨੇ, ਆਈਲੈਂਡ ਤੇ ਲੋਅਰ ਮੈਨਲੈਂਡ ਦੇ ਵਿੱਚ। ਉਹਨਾਂ ਨਾਲ ਗੱਲਬਾਤ ਹੁਣੇ ਕਰਦੇ ਹਾਂ। Mr. Polyev, good morning. Good to be with you, Harjit. Thank you so much for sparing some time, and let us share your experience with Canadians in this summer, coast to coast. What they are saying? They're saying that everything is broken and life is terrible after 8 years of Justin Trudeau. Everything costs more. Work doesn't pay. Housing costs have doubled. Crime, chaos, drugs, and disorder are common in our streets because Trudeau and Jagmeet Singh have brought in disastrous policies that are ruining the country. That's what I'm hearing everywhere in Canada. They want a common sense government that will bring home lower taxes, that will reward hard work with lower income tax, that will remove bureaucracy and taxes so we can build homes you can afford, and it will bring jail and not bail for repeat violent criminals to bring home safety to our communities. As in your political career, you have attended so many conservative
conferences, but specifically as a leader, this was your first conference in Quebec City. Take us there and tell us how it was. And obviously, your speech and Anna's speech was there. You spoke about 90 minutes continuous in Quebec, in French, and in English, and you covered most of the topics there. But in conference, the delegates were there, and people from all over Canada was there. What was the mood in convention, and what were the basic policies you adopted there? It was a smashing success. The Common Sense Convention in Quebec City focused on axing the carbon tax and ending the inflationary deficit spending so that we can bring down inflation and interest rates, rewarding hard work by lowering income tax so you bring home more of each dollar you earn, bringing homes that you can afford by incentivizing cities to speed up and lower the cost of building permits. And I'm going to require municipalities boost home building by 15% per year, or they will lose their federal infrastructure money. Those that beat the 15% target will get a building bonus. We're going to require every federally funded transit station be permitted for high-rise apartments all around it so our seniors and youth can live next to the bus and train. And we're also going to sell off 6,000 federal buildings and thousands of acres of federal land to build homes you can afford. And about our natural resources, there was also a notion there that there's eco there. And how about those, we have trillions ton of liquefied natural gas, and you were on Powell River area, you went to forestry there, the big companies there, sawmills there. How about our natural resources shipped to Asia or Europe? Justin Trudeau and the NDP and their radical environmental agenda is attacking our resource sectors, all of them. They were forcing us to import Saudi oil instead of using our own. Trudeau's blocked us from building and completing a single natural gas liquefaction facility, even though there were 18 proposed when he took office. Now they're hurting our forestry sector with softwood lumber tariffs from the Americans. When Conservatives were in power, we got a deal on softwood within 100 days. Trudeau's been in power for 8 years, still no deal. Our forestry workers are suffering. By the way, as you know, Harjeet, many Sikh Canadians in BC work in forestry. Yes. And they're suffering because Trudeau can't get a deal with softwood lumber. So here's my common sense plan. Let's approve pipelines to get our oil to our people and use the profit to invest in green energy. Let's approve natural gas liquefaction so we can send that gas to Asia and shut down dirty coal-fired plants, replace them with lower-emitting natural gas plants. Let's speed up permits to to mine lithium, cobalt, and other electrical minerals so we can build electric cars with Canadian minerals. Let's get a deal on softwood lumber and support our forestry sector as a renewable source of building materials for affordable homes. This is the common sense plan to bring home our resource jobs and money to this country. In G20 summit, Trudeau was not well received, and Prime Minister Modi and Prime Minister Trudeau, they were sitting together, and what their body language telling something else. The Sikh Canadians are thinking that Trudeau was penalized, not well received, due to he have a notion of freedom of expression or freedom of demonstration. And as he was asked about the Khalistan referendum in Surrey, where thousands of people were gathered.
And I got few calls. I wanted to clear with you. They are saying we are with Poilievre since you become the leader, but they wanted to know what you stand there, how you stand there about the freedom of expression and freedom of demonstration. So we have freedom of expression and free demonstration. So my view is anybody can hold a protest or a rally or a political event for any cause they want. I support a united India, but I also support a united Canada. And I would, we allow this Quebec separatists to hold their own. They even have seats in the House of Commons. So anybody can express any opinion they want as long as they do it. And that's my policy. And in conference, in your speech, you said all Quebecers should be proud of their culture, their language, their heritage. What was that meaning of they're the separatists? They need a French Canadian there. The pocket is there. It is a representation there too. Sorry, I don't understand the question. There was an echo. In your speech at in convention in Quebec, there was a word about the Quebec. You said, I'm deliberately saying in English, you should proud of your heritage, your language. You were addressing to Quebecers. Yeah, look, I think we should be proud of our heritage and our traditions in Canada. I don't like this idea of tearing down statues, for example. They're tearing down statues of John A. Macdonald, and now they have, in Ontario, we see school board taking books out of libraries, books that are there, they say are politically incorrect because they don't want to offend anyone. This is nonsense. We should celebrate our books, our history, our traditions, and no more censorship, no more cancel culture, no more politically correct nonsense. Our traditions are what allow us to carry forward into the future, and we should no longer cancel it. Another two statements of Anna and yourself at convention, which normal Canadian, a simple Canadians feel proud of. As you said, a daughter of Venezuelan refugee family and an adopted son of school teachers. We both are here at national stage, and you are fighting to become Prime Minister of this country. And how does the normal Canadians take that statement? That this should once again be a country where it doesn't matter where you come from, it matters where you're going. It doesn't matter who you know, it matters what you can do. That's the country that allowed my wife Anna to come here as a refugee, and her father had to work picking fruit in a field, but they built up their family, and her father now owns a small business with his wife. Her brother is a soldier, her other brother is a carpenter, her sister is a nurse, and Anna standing on the biggest stage in Canadian politics. That is the beautiful immigrant story that we've lost, because now immigrants come to Canada and they can't even afford a house or food, and they're living under bridges and on streets because of the misery Justin Trudeau and the NDP have unleashed in our country. So we want to bring home the Canada that we know and love, where it doesn't matter where you come from, it matters where you're going. Before I let you go, I know that you have next event in hand. So back to Parliament. Next week, what will be on your agenda? What are the first to-do list? Build homes you can afford. We have a nightmare. It's housing hell in Canada. After 8 years of Justin Trudeau, there's a lawyer in BC who said she has criminal clients who are asking if they can stay in jail longer. Why? Because they don't know how they'll pay the rent if they ever get out. So people now believe that housing market is worse than prison after 8 years of Trudeau. So I'm going to be coming forward with concrete ideas to incentivize cities to speed up and lower the cost of building permits so we can build millions of new homes Canadians can afford. Secondly,
axe the carbon tax and the inflationary deficits to bring down inflation and interest rates. And third, jail, not bail, to bring safety for violent criminals so we can bring safety back to our streets. Did you try our wild salmon at Pobble River? It was funny. The restaurant I went to, they didn't have the Pacific salmon. Okay. They had salmon from somewhere else in the Atlantic, believe it or not. So next time we've got to go to a place with some beautiful salmon fillets right out of the Pacific Ocean. Thank you so much. You always get in from your very tight schedule and you spare some time for us. And I say very best wishes for your rest of trip. Thank you very much, Harj, and also thank you for raising the issue of a direct flight to Amritsar with me. Our Conservative Party is still working to get that flight. When I form government, I want a direct flight from Vancouver to Amritsar and one from Toronto to Amritsar so that we can cut the travel time for our wonderful Punjabi population. Best wishes. Thank you. Thank you, Harji. Thanks. ਪੀਅਰ ਪੌਲੀਐਵ ਗੱਲਬਾਤ ਕਰ ਰਹੇ ਸੀ ਜੀ ਤੇ ਬੜਾ ਟਾਈਟ ਸਕੈਜੂਲ ਹੁੰਦਾ ਜਦ ਇੱਥੇ ਆ ਜਾਂਦੇ ਨੇ ਉਹ ਤੇ ਰਾਉਂਡ ਟੇਬਲ ਇੱਕ ਪੰਜਾਬੀ ਮੀਡੀਆ ਦੇ ਨਾਲ ਉਹਨਾਂ ਦਾ ਹੋ ਰਿਹਾ 12 ਵਜੇ ਸੋ ਸਾਰਾ ਮੀਡੀਆ ਨੂੰ ਮੁਖਾਤਬ ਹੋ ਰਹੇ ਨੇ ਉਹ ਗ੍ਰੈਂਡ ਤਾਜ ਦੇ ਵਿੱਚ ਪੰਜਾਬੀ ਮੀਡੀਆ ਨਾਲ ਅੱਜ ਗੱਲਾਂ ਬਾਤਾਂ ਉਹਨਾਂ ਦੀਆਂ ਖੁੱਲੀਆਂ ਹੋਣਗੀਆਂ ਤੇ ਗੱਲਾਂ ਬਾਤਾਂ ਉਹਨਾਂ ਨਾਲ ਜਿਹੜੀਆਂ ਕੀਤੀਆਂ ਤੁਸੀਂ ਸਮਝਦੇ ਹੋ ਸਾਰੇ ਅੰਗਰੇਜ਼ੀ ਤੇ ਉਹਨਾਂ ਨੂੰ ਸਵਾਲ ਗੱਲਬਾਤ ਪੁੱਛੀ ਕਨਵੈਨਸ਼ਨ ਦੀ ਪੁੱਛੀ ਉਹਨਾਂ ਨੂੰ ਇਹ ਵੀ ਪੁੱਛਿਆ ਵੀ ਟਰੂਡੋ ਦਾ ਸਤਿਕਾਰ G20 'ਚ ਨਾ ਇਸ ਕਰਕੇ ਨਹੀਂ ਹੋਇਆ ਕਿਉਂਕਿ ਉਹਨਾਂ ਨੇ ਖੁੱਲ੍ਹ ਕੇ ਗੱਲ ਕੀਤੀ ਉਹ ਕਹਿੰਦੇ ਮੈਂ ਵੀ ਫਰੀਡਮ ਆਫ ਐਕਸਪ੍ਰੈਸ਼ਨ ਤੇ ਫਰੀਡਮ ਆਫ ਡੈਮੋਨਸਟ੍ਰੇਸ਼ਨ ਦੇ ਹੱਕ 'ਚ ਹਾਂ ਪਰ ਮੈਂ ਯੂਨਾਈਟਿਡ ਇੰਡੀਆ ਦੇ ਵੀ ਹੱਕ 'ਚ ਹਾਂ ਜਿਵੇਂ ਮੈਂ ਯੂਨਾਈਟਿਡ ਕੈਨੇਡਾ ਦੇ ਹੱਕ 'ਚ ਮਤਲਬ ਉਹਨਾਂ ਕਲੀਅਰ ਕੀਤੀ ਵੀ ਫਰੈਂਚ ਕੈਨੇਡਾ ਦੇ ਮੈਂ ਹੱਕ 'ਚ ਨਹੀਂ ਹੈ ਉਹਨਾਂ ਦੀ ਹੈਰੀਟੇਜ ਦੀ ਮੈਂ ਗੱਲ ਕੀਤੀ ਵੀ ਕਬੈਕ ਦੀ ਕਿਹੜੀ ਹੈਰੀਟੇਜ 'ਤੇ ਫਿਰ ਤੁਸੀਂ ਮਾਣ ਕਰਦੇ ਹੋ ਕਬੈਕਰਸ ਹਲੇ ਵੀ ਚਾਹੁੰਦੇ ਆ ਵੀ ਅਸੀਂ ਅਲੱਗ ਹੋਣਾ ਪਰ ਫਿਰ ਵੀ ਉਹਨਾਂ ਦੀ ਜਿਹੜੀ ਰੈਫਰੈਂਡਮ ਪਿਛਲਾ ਸੀ ਕੁਛ % 'ਤੇ ਹਾਰੇ ਸੀ ਉਹ ਸਾਰੇ ਨਹੀਂ ਹੱਕ 'ਚ ਹੈ ਇਸੇ ਤਰ੍ਹਾਂ ਹੀ ਸਾਰੀ ਜਿਵੇਂ ਕੌਮ ਖਾਲਿਸਤਾਨ ਦੇ ਮੁੱਦੇ 'ਤੇ ਇਸ ਦੇ ਹੱਕ 'ਚ ਨਹੀਂ ਹੈ ਇਸ ਤਰ੍ਹਾਂ ਹੀ ਹੈ ਪਰ ਬੰਦੇ ਨੂੰ ਖੁੱਲ੍ਹ ਕੇ ਗੱਲ ਕਰਨ ਦਾ ਮਾਣ ਹੋਣਾ ਚਾਹੀਦਾ ਸੋ ਉਹਨਾਂ ਨੇ ਇਹ ਗੱਲ ਕੀਤੀ ਘਰ ਬਿਲਡ ਕਰਨ ਦੀ ਗੱਲ ਕੀਤੀ ਪੌਬਲ ਰਿਵਰ ਸਨੋ ਰਾਤ ਤੇ ਉਹਨਾਂ ਨੇ ਦੁਬਾਰਾ ਆਈਲੈਂਡ ਨੂੰ ਫੇਰ ਫਲਾਈ ਕਰਨਾ ਮੇਰਾ ਖਿਆਲ ਜਿਹੜਾ ਉਹਨਾਂ ਦਾ ਸਕੈਜੂਲ ਹੈ ਤੇ ਇਸ ਵਾਰ ਸਟੂਡੀਓ 'ਚ ਨਹੀਂ ਆਏ ਕਿਉਂਕਿ ਮੀਡੀਆ ਨੂੰ ਮੁਖਾਤਬ ਹੋਣਾ ਸੀ ਬਾਈ ਜੱਗੀ ਗੁੱਸੇ ਦੀ ਕਹਾਣੀ ਤੂੰ ਸੁੱਤਾ ਰੱਬ ਜਾਗਦਾ ਬਾਬਾ ਮੱਲ ਸਿਓ ਉਹਦੀ ਸਰਕਾਰੇ ਦਰਬਾਰੇ ਬਹੁਤ ਪੁੱਛ ਸੀ ਵੱਡੇ ਅਫਸਰ ਬਾਬੇ ਨੂੰ ਸਤਿਕਾਰ ਦਿੰਦੇ ਬੜਕ ਬਲਕਾਰੀ ਸ਼ੇਰ ਵਰਗੇ ਸੀ 15 ਸਾਲ ਸਰਪੰਚ ਰਿਹਾ ਹਰ ਵਾਰੀ ਬਾਬਾ ਸਰਬਸੰਮਤੀ ਨਾਲ ਬਣਦਾ ਹਰ ਬੰਦਾ ਬੁੜੀ ਬਾਬੇ ਦਾ ਦਿਲੋਂ ਸਤਿਕਾਰ ਕਰਦੇ ਰਾਜ ਬਾਬਾ ਜਦ ਤੁਰਿਆ ਜਾਂਦਾ ਕੁੜਤਾ ਪਜਾਮਾ ਖੁੱਸਾ ਪਾ ਕੇ ਤੇ ਪੱਗ ਜਿਹੜੀ ਸਾਫੇ ਵਾਂਗੂ ਬੰਦਾ ਪਿਛਲਾ ਲੜਨਾ ਹੁੰਦਾ ਬਾਸਕਟ ਪਾਈ ਹੁੰਦੀ ਤੁਰੇ ਜਾਂਦੇ ਨੂੰ ਸਾਰੇ ਕਹਿੰਦੇ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਗੁਰਪ੍ਰਕਾਰ ਭਾਈ ਮੂਹਰਿਓਂ ਬਾਬਾ ਕਹਿੰਦਾ ਹੁਣ 15 ਸਾਲ ਬਾਬੇ ਨੇ ਕਰਕੇ ਸਰਪੰਚੀ ਛੱਡਤੀ ਬਹੁਤ ਲੋਕਾਂ ਮਿਹਨਤ ਕੀਤੀ ਦਰਵਾਜ਼ੇ ਇਕੱਠ ਹੋਇਆ ਪੈਸੇ 'ਚ ਇਕੱਠ ਹੋਇਆ ਵਿਹੜੇ ਇਕੱਠ ਹੋਇਆ ਗਿਆ ਨਾ ਬਸ ਹੁਣ ਸੋਨੇ ਰੰਗੀ ਉਮਰ ਆ ਗਈ ਨਾ ਜਪਣਾ ਬਸ ਹੁਣ ਰੱਬ ਦਾ ਗਲੀਆਂ ਪੱਕੀਆਂ ਕਰਵਾ ਟੂਟੀਆਂ ਲਵਾ ਪਿੰਡ ਕੀ ਗੱਲ ਕੀ ਜੇ ਕੋਈ ਧੱਕਾ ਕਰਦਾ ਬਾਬਾ ਦਲੇਰ ਇੰਨਾ ਸੀ ਬਸ ਪੈਰ ਜਦ ਗੱਡ ਲੈਂਦਾ ਮੁੰਡੇ ਛਵੀਆਂ ਬਣ ਕੇ ਪਿੰਡ ਦੇ ਨਾਲ ਖੜਦੇ ਬਾਬੇ ਨੇ ਕਹਿਤਾ ਇਹੀ ਹੋਊ ਹੁਣ ਬਾਬੇ ਦੀ ਕਹੀ ਸਿਰੇ ਲੱਗੂ ਮੁੰਡੇ ਕਹਿੰਦੇ ਗੁਰਦੁਆਰੇ ਜਾਣਾ ਸੇਵਾ ਕਰਨੀ ਨਿਤਨੇਮ ਬਣ ਗਿਆ ਜ਼ਮੀਨ ਸੋਹਣੀ ਸੀ ਪਰਿਵਾਰ ਕੋਲ 4 ਟਰੈਕਟ ਸੀ ਇੱਕ ਗੁਜ਼ਾਰਾ ਸੋਹਣਾ ਸੀ ਬਾਬੇ ਦਾ ਵੱਡਾ ਮੁੰਡਾ ਕੈਨੇਡਾ ਵਿਆਹਿਆ ਸੀ ਛੋਟਾ ਵੀ ਟੱਬਰ ਨਾਲ ਚਲ ਗਿਆ ਸਭ ਤੋਂ ਛੋਟਾ ਦਲਜੀਤ ਕੈਨੇਡਾ ਜਾਣ ਲਈ ਪੂੰਛ ਚੱਕੀ ਫਿਰਦਾ ਸੀ ਬਾਬਾ ਕਹਿੰਦਾ ਰਹਿਣ ਦੇ ਬਹੁਤ ਪੈਲੀ ਐ ਟਿਕ ਜਾ ਬੜੇ ਤਾਂ ਜਾ ਬੜੇ ਮੇਮਾਂ ਦੇ ਦੇਸ਼ ਉੱਥੇ ਘੱਗਰੀਆਂ ਘਮਾਉਂਦੀਆਂ ਫਿਰਦੀਆਂ ਹੋਣਗੀਆਂ ਉਹਨਾਂ ਦੀਆਂ ਘਰ ਵਾਲੀਆਂ ਤੂੰ ਟਿਕ ਜਾ ਕਿੱਥੇ ਨਾਲ ਕਦੇ ਕਦੇ ਬਾਬਾ ਆਪਣੀ ਘਰ ਵਾਲੀ ਨੂੰ ਸ਼ਮਸ਼ੇਰ ਕੌਰ ਸੀ ਨੂੰ ਸ਼ਾਮ ਨੂੰ ਝਈਆਂ ਲੈ ਕੇ ਕਹਿੰਦਾ ਤੈਂ ਵਿਗਾੜਿਆ ਵਿਆਹ ਉਹ ਕਹਿੰਦੀ ਜੇ ਇੱਦਾਂ ਕੁੜੀਏ ਹੋ ਜਾਂਦੀ ਤੇ ਦਿਲ ਹੌਲਾ ਕਰ ਲੈਂਦੀ ਮੁੰਡਿਆਂ ਨਾਲ ਤਾਂ ਮੈਂ ਕੋਈ ਕਰਨ ਜੋਗੀ ਨਾਲੇ ਧੀ ਇੱਥੇ ਵਿਆਹ ਲੈਂਦੇ ਦੋਤੇ ਖੇਲਦੇ ਪੋਤੇ ਤਾਂ ਗਏ ਆਥਣੇ ਬਾਬਾ ਜਦ ਗੁਰਦੁਆਰਿਓਂ ਵਾਪਸ ਆਇਆ ਟਰੈਕਟ ਘਰੇ ਖੜਾ ਸੀ ਸੀਰੀ ਬਿੱਲੂ ਪਸ਼ੂਆਂ ਨੂੰ ਪੱਠੇ ਪਾ ਰਿਹਾ ਸੀ ਬਿੱਲੂ ਜੀਤਾ ਕਿੱਥੇ ਹੈ ਸ਼ਰਾਰ ਸਾਹਿਬ ਉਹਦਾ ਪਰਸੋਂ ਦਾ ਆਇਆ ਨਹੀਂ ਜੀ ਖੇਤ
ਗਿਆ ਕਿੱਥੇ ਹੈ? ਅੰਮਾ ਨੂੰ ਪਤਾ ਹੋਣਾ। ਬਾਬੇ ਨੇ ਘੜਿਆਲ ਵਰਗੀ ਆਵਾਜ਼ ਮਾਰੀ, ਸ਼ਾਮੋ। ਬੇਬੇ ਪੈਰਾਂ ਤੋਂ ਰੇਸ ਫੜ ਗਈ। ਹਾਂ ਕੀ ਹੈ? ਦਲਜੀਤਾ ਕਿੱਥੇ ਹੈ? ਪਤਾ ਨਹੀਂ, ਪਰਸੋਂ ਦਾ ਫਿਰਦਾ, ਕਹਿੰਦਾ ਪਾਸਪੋਰਟ ਬਣਾਉਣਾ। ਕਾਲਜੋਂ ਨਹੀਂ ਮੁੜਿਆ। ਬਣਾਉਣਾ ਇਹਦਾ ਮੈਂ ਪਾਸਪੋਰਟ। ਮੈਂ ਠਿੱਬੀ ਵੀ ਡਹਿ ਜੂ, 2 ਗਏ ਢੀਠ ਹੋ ਕੇ ਉੱਥੇ ਹੀ ਬਹਿ ਗਿਆ। ਜ਼ਮੀਨ ਮੇਰਾ ਪਿਓ ਸੰਭੂ, ਸਾਰੀ ਵੇਚ ਕੇ ਪਰੇ ਮਿਲਦੇ, ਤੁਰੇ ਜਾਂਦੇ ਸਿੱਧੇ ਸਾਰੇ ਟੇਢੇ ਬਲਦ ਮੁੱਤਣੀਆਂ ਕਰਦੇ ਨੇ। ਇਹਨਾਂ ਦਾ ਆ ਲੈਣ ਦੇ ਅੱਜ। ਫਿਰ ਸ਼ਾਮੋਂ ਵਿਚਾਰੀ ਖੜੀ, ਉਹ ਹੋ ਗਈ ਲਾਲ ਝਰੰਗ, ਕਹਿੰਦੀ ਮੇਰੀ ਨਹੀਂ ਕੋਈ ਸੁਣਦਾ, ਗੱਲ ਨੂੰ ਹੀ ਪੈਂਦੇ ਨੇ। ਸੁਣਦਾ ਕਿਵੇਂ ਨਹੀਂ? ਮਾਰ ਸੜ ਦੇ 4 ਸਿਰ ਚ ਆ ਲੈਣ ਦੇ। ਫਿਰ ਬਰਾਬਰ ਦੇ ਪੁੱਤ ਨੂੰ ਘੂਰਨਾ ਠੀਕ ਨਹੀਂ। ਹੌਲੀ ਦੇ ਕੇ ਵੀ ਪਿੱਛੋਂ ਆ ਕੇ ਬਿੱਲੂ ਨੇ ਕਿਹਾ 20 ਸਾਲ ਦਾ ਸੀਰੀ ਸੀ। ਕਿਉਂ? ਇਹ ਤਾਂ ਸਾਲੇ ਨਾਸੀ ਧੂਆਂ ਦੇ ਦੇਣਗੇ। ਇਹ ਬਾਬਾ ਅੱਜ ਵਾਈਲਾਰ ਸੰਗੂ ਧੁੱਕ ਕਰ ਰਿਹਾ ਸੀ। ਬਾਬੇ ਹਾਂ ਬੋਲ। ਜਦ 2 ਵਾਰ ਬਾਬਾ ਕਹਿ ਦਿੰਦਾ ਬਿੱਲੂ ਤਾਂ ਬਾਬਾ ਨਰਮ ਹੋ ਜਾਂਦਾ। ਜੇ ਬੋਤਾ ਇੱਛ ਕਰਕੇ ਨਾ ਬੈਠੇ, ਉਹਨੂੰ ਫੜ ਕੇ ਬਿਠਾਉਣੋਂ ਰਹੇ। ਫਿਰ ਡੰਡਾ ਉਹ ਪਿਆ, ਦਿਖਦੀ ਆ ਡਾਂਗ 7 ਪੂਰੀਆਂ ਦੀ, ਧਾਰ ਬੰਨ ਕੇ ਸਰੋਂ ਦਾ ਤੇਲ ਕੱਚੀ ਧਾਣੀ ਦਾ ਇਹ 'ਚ ਪਾਇਆ ਹੋਇਆ, ਥੱਲੇ ਬੜਾ ਸਾਰਾ ਕੁੱਪਾ ਰੱਖ ਕੇ ਰਚਿਆ ਵੀ ਹੈ ਇਹਦੇ 'ਚ। ਜਦ ਇਹ ਵਰਸਦੀ ਹੈ, ਇਹ ਡਾਂਗ ਤੇ ਰਾਜ ਕੀਤਾ 15 ਸਾਲ। ਐਵੇਂ ਨਹੀਂ ਸਰਪੰਚੀ ਕੀਤੀ। ਆ ਲੈਣ ਦੇ ਫਿਰ। ਅੱਜ ਆਥਣੇ ਖਾਏ ਪੀ ਤੇ ਦਲਜੀਤ ਘਰੇ ਆ ਗਿਆ। ਡਿੱਕ ਡੋਲੇ ਖਾਵੇ, ਦਾਰੂ ਪੀਤੀ ਹੋਈ। ਬਾਬੇ ਦੀਆਂ ਅੱਖਾਂ ਚੰਗਿਆੜੇ ਫੁੱਟੇ, ਇਹ ਤਾਂ ਦਾਰੂ ਪੀ ਫਿਰਦਾ ਸਾਲਾ। ਸ਼ਾਮੋ ਨੇ ਪੁੱਤ ਨੂੰ ਰੋਟੀ ਪੁੱਛੀ, ਉਹ ਚੁਬਾਰੇ ਚੜ ਗਿਆ ਬੁੜਬੁੜ ਬਾਬੇ ਤੇ। ਸ਼ਾਮੋ ਨੂੰ ਥੱਲੇ ਤੱਕ ਸੁਣਦੀ ਸੀ। ਸੁੜੇ ਭੁੱਜੇ ਸਾਰੇ। ਬਾਬੇ ਦੇ ਅੰਦਰੋਂ ਜਵਾਲਾ ਫੁੱਟੀ। ਮੁੱਕਿਆ ਨੇ ਰੈਂਕੜਾ ਫੜ ਕੇ ਪਹਿਲਾਂ ਤਾਂ ਜੀ ਕੀਤਾ ਵੀ ਚੜ੍ਹਾਂ ਚੁਬਾਰੇ। ਜਦ ਉੱਠਣ ਲੱਗਿਆ, ਬੇਬੇ ਕਹਿੰਦੀ ਨਾ ਬਰਾਬਰ ਦਾ ਮਾਰ ਲੈ ਗੰਦੀ ਲਾਦ ਨੇ। ਬੇਬੇ ਨੇ ਜਾੜ ਕੁੱਟੀ, ਬਾਗਰੂ ਕਰਦੀ ਵੀ ਰਾਤ ਲੰਘ ਜੇ। ਅੰਮ੍ਰਿਤ ਵੇਲੇ ਜਦ ਬਾਬਾ ਬੋਲਿਆ, ਉੱਠਣ ਨੂੰ ਕਿਹਾ, ਤਾਂ ਬਾਬਾ ਸਾਜਰੇ ਇਸ਼ਨਾਨ ਕਰਕੇ ਗੁਰਦੁਆਰੇ ਚਲ ਗਿਆ। ਬੇਬੇ ਨੇ ਸ਼ੁਕਰ ਕੀਤਾ। ਬਾਬੇ ਦੇ ਘਰ ਬਾਪੂ ਦਾ ਜੀ ਨਾ ਲੱਗਿਆ। ਤਾਬਿਆਂ 'ਚ ਬੈਠੇ ਦਾ ਮਨ ਭਟਕਦਾ ਸੀ। ਮੁੰਡਾ ਦਾਰੂ ਪੀ ਕੇ ਆ ਗਿਆ, ਬਾਹਲਾ ਦੁਖੀ ਸੀ। 8 ਵੱਜ ਗਏ। ਦਲਜੀਤ ਅਜੇ ਸੁੱਤਾ ਪਿਆ, ਘਰਾੜਿਆਂ ਦੀ ਚੱਕੀ। ਤਾਂ ਬਾਬਾ ਮੁੜਿਆ, ਸ਼ਾਮ ਕੁਰੇ। ਜਦ ਕਿਹਾ ਟਾਲੰਗੋਂ ਖੜਕਿਆ। ਬੇਬੇ ਫੇਰ ਭੱਜੀ। ਗੱਲ ਸੁਣ ਲਾ ਇੱਕ, ਹੁਣ ਹੋਣਾ ਕੀ ਚਾਹੀਦਾ? ਰੋਲਾ ਕਰਦਾ, ਲੋਕ ਤਮਾਸ਼ਾ ਦੇਖਣਗੇ। ਸਾਰੀ ਉਮਰ ਦੀ ਕੀਤੀ ਕਰਾਈ ਖੂਹ 'ਚ ਬਾਬੂ ਵੀ ਲੋਕਾਂ ਨੂੰ ਮੱਤਾ ਦਿੰਦਾ ਹੀ, ਆਪਣਾ ਜਵਾਕ ਵਿਗੜਿਆ ਬੈਠਾ। ਸਰਦਾਰ ਜੀ, ਸਾਰੀ ਉਮਰ ਤਾਂ ਨਹੀਂ ਤਾਂ ਸੁਣੀ ਮੇਰੀ। ਪਿਆਰ ਨਾਲ ਸਮਝਾਉਣ ਵਰਗੀ ਰੀਸ ਨਹੀਂ। ਜੇ ਕਹਿੰਦਾ ਕਨੇਡਾ ਤੋਰ ਦੇ, ਤੈਂ ਕੀ ਕਰਾਉਣਾ ਇੱਥੇ? ਤੇ ਆਹ ਕੌਣ ਸੰਭੂ? ਆ ਜਿਹੜਾ ਵਲਿਆ ਹੋਇਆ 2 ਕਿੱਲੇ ਬਲੀ ਬੈਠੀਆਂ, ਚਵਾਰੇ ਨਾਲ ਚਵਾਰਾ ਖੜਕਦਾ। ਮੈਂ ਤਾਂ ਮਰ ਜੂ, ਮੇਰਾ ਤਾਂ ਮੂਹਰੇ ਕੋਈ ਨਹੀਂ, ਮੈਂ ਤਾਂ ਉੱਥੇ ਜਾਣਾ ਨਹੀਂ। ਇਹਨੂੰ ਕੌਣ ਸੰਭੂ? ਬਿੱਲੂ ਹੁਣੀ ਸਾਂਭੀ ਜਾਣਗੇ। ਬਿੱਲੂ ਪੁੱਤ ਹੀ ਆ। ਅੱਗੇ ਵੀ ਬਿੱਲੂ ਵਾਹੀ ਕਰਦਾ, ਇਹ ਕੀ ਕਰਦਾ? ਇਹ ਤਾਂ ਬੈਲ ਬੋਟਮ ਪਾ ਕੇ ਕਾਲਜ ਨੂੰ ਤੁਰ ਜਾਂਦਾ, ਲੱਕ ਹਿਲਾਉਂਦਾ ਬੜਲਾਡੇ ਵਾਲੀ ਮੱਝ ਵਾਂਗੂ। ਬੇਬੇ ਨਾਲ ਮੁੰਡੇ ਨੂੰ ਵੀ ਕਹਿੰਦੀ ਸੀ, ਬਿੱਲੂ ਪੁੱਤ ਹੈ ਮੇਰਾ। ਚੰਗਾ ਫਿਰ ਮੈਂ ਸਕੂਲ ਤੱਕ ਜਾਇਆ। ਮੈਂ ਇੱਕ ਇਕੱਠ 'ਚ ਇਹਨੂੰ ਉਠਾ, ਇਹਦਾ ਪਾਸਪੋਰਟ ਬਣਾਉਣੇ ਆ। ਬਾਬਾ ਤੁਰ ਗਿਆ। ਬੇਬੇ ਸ਼ੁਕਰ ਧਰਤੀ ਨੂੰ ਨਮਸਕਾਰ ਕੀਤਾ। ਸ਼ੁਕਰ ਹੈ ਇੰਜਨ ਠੰਡਾ ਹੀ ਅੱਜ। ਬਾਬਾ ਸਕੂਲੋਂ ਮੁੜ ਕੇ ਦਲਜੀਤ ਬੈਠ ਕੇ ਬੈਠਾ, ਚਾਹ ਪੀਵੇ। ਹਾਂ ਵੇ ਉੱਠ ਖੜਿਆ ਸ਼ੇਰਾ। ਉਹ ਵੀ ਸਿੱਧਾ ਹੋ ਗਿਆ, ਬੋਲਿਆ ਵੀ ਆ ਗਿਆ। ਹਾਂ ਬਾਪੂ ਜੀ। ਜਾਂ ਫੌਜੀ ਨੂੰ ਆਖ ਫਿਰ ਗੱਡੀ ਲਿਆਵੇ, ਤੇਰਾ ਪਾਸਪੋਰਟ ਬਣਾਈਏ। ਪਾਸਪੋਰਟ ਤਾਂ ਬਣਨਾ, ਇਹ ਦੇ ਵੀ ਆਇਆ। ਬੇਬੇ ਕਹਿੰਦੀ ਹੌਲੀ ਦੇ ਕੇ, ਉਹਨੂੰ ਪਤਾ ਵੀ ਪਹਿਲਾਂ ਹੁਣ ਸਿੱਧੀ ਪਈ ਆ, ਹੌਲੀ ਦੇ ਕੇ ਕਹਿ ਦਈਏ। ਹਲਾ ਬਹੁਤ ਤੱਤਾ ਬਈ। ਬਾਬੇ ਨਾਲ ਸਾਰੇ ਹੀ ਹੱਸਵੇ। ਬਿੱਲੂ ਪਸ਼ੂ ਇਹਨੂੰ ਪੱਠੇ ਪਾਉਂਦਾ। ਲੈ ਗੱਲ ਸੁਣ ਸ਼ੇਰਾ, ਫਿਰ ਹੁਣ ਜਿੰਨਾ ਕੁ ਚਿਰ ਸਾਡੇ ਕੋਲ ਇੱਕੇ ਮਿਹਨਤ ਆ ਪੁੱਤ, ਦਾਰੂ ਨਾ ਪੀ ਮਿੱਤਰਾ। ਸਾਰੀ ਉਮਰ ਉਂਗਲ ਨਹੀਂ ਕਰਾਈ, ਮੇਰਾ ਪੁੱਤ ਬਣ ਕੇ ਸ਼ਰਾਬ ਨੂੰ ਕੈਨੇਡਾ ਜਾ ਕੇ ਮੱਟ ਪੀ ਨਹੀਂ ਚਾਹੇ। ਬੇਬੇ ਕੋਲ ਆ ਕੇ ਪੁੱਠੇ ਹੱਥ ਢਾਕਾਂ ਤੇ ਰੱਖੀ। ਤੇਰਾ ਬਾਪੂ ਜੀ ਸਾਰੀ ਰਾਤ ਤੇਰੀ ਦਾਰੂ ਕਰਕੇ ਸੁੱਤਾ ਨਹੀਂ ਪੁੱਤ। ਬਾਪੂ ਜੀ ਗਲਤੀ ਹੋ ਗਈ, ਸਹੁੰ ਖਾਨਾ, ਅੱਜ ਤੋਂ ਜਮਾ ਹੀ ਨਹੀਂ ਪੀਂਦਾ, ਹੱਥ ਜੜੋਲਾ। ਬਾਬਾ ਕੈਨੇਡਾ ਨੂੰ ਫੋਨ ਕਰਨ ਤੁਰ ਪਿਆ। 2 ਮਹੀਨੇ ਬਾਅਦ ਦਲਜੀਤ ਕੈਨੇਡਾ।
ਭਰਾਵਾਂ ਦੇ ਬਾਲੀ ਤੇ ਲਾਲੀ ਕੋਲ ਰਿਹਾਇਸ਼ ਹੋ ਗਈ। ਦੋਨੇ ਭਰਾ ਆਮੋ ਸਾਹਮਣੇ ਅੱਡ ਅੱਡ ਘਰਾਂ 'ਚ ਰਹਿੰਦੇ ਸੀ। ਦਲਜੀਤ ਲਈ ਨਵੀਂ ਦੁਨੀਆ, ਉਹਨੂੰ ਤਾਂ ਐਂ ਸੀ ਕੈਨੇਡਾ ਭਾਈਆਂ ਦੇ ਸਿਰ ਤੇ, ਕਰਨਾ ਹੀ ਕੱਖ ਨਹੀਂ, ਨਾ ਕੋਈ ਕਰਨ ਨੂੰ ਧਰਨ ਨੂੰ। 2 ਕੁ ਹਫ਼ਤਿਆਂ 'ਚ ਲਾਲੀ ਬਾਲੀ ਤੇ ਛੋਟੇ ਭਾਈ ਦਲਜੀਤ ਨੂੰ ਅੱਧਾ ਕੈਨੇਡਾ ਘੁਮਾਤਾ। ਜਿਉਂ ਨਿਆਗਰਾ ਤੋਂ ਤੋਰੇ ਤੇ ਵਿਕਟੋਰੀਆ ਤੱਕ, ਆਹ ਦੇਖ ਉਹ ਦੇਖ, ਪਾਣੀ ਦੇਖ, ਆਹ ਮੂਸ ਨੇ, ਆਹ ਇੱਥੇ ਵੱਡਾ ਜਾਨਵਰ ਆ, ਛੋਟਾ। ਉਹਨੂੰ ਲੱਗਿਆ ਤਾਂ ਬਹੁਤ ਸੌਖਾ ਹੈ। ਭਰਜਾਈਆਂ ਦਲਜੀਤ ਨੂੰ ਦਿਲੋਂ ਮੋਹ ਕਰਨ, ਟਿੱਚਰਾਂ ਵੀ ਕਰਨ। 15ਵੇਂ ਦਿਨ ਹੱਥ ਨੇ ਬੋਤਲ ਖੋਲ੍ਹ ਕੇ ਲਾਲੀ ਤੇ ਬਾਲੀ ਨੇ ਦਲਜੀਤ ਨੂੰ ਬਿਠਾ ਲਿਆ। ਲੈ ਵੀ ਛੋਟੇ ਭਾਈ, ਹੁਣ ਅਸਲ ਕੈਨੇਡਾ ਦੀ ਗੱਲ ਕਰੀਏ। ਪਿੰਡ ਵਾਲੀ ਐਸ਼ ਦੇ ਨਜ਼ਾਰੇ ਇੱਥੇ ਨਹੀਂ ਮਿਲਣੇ ਮਿੱਤਰਾ, ਕੰਮ ਕਰਨਾ ਪੈਣਾ। ਬਸ ਹੋ ਗਿਆ ਤੇਰਾ ਹਨੀਮੂਨ ਪੀਰੀਅਡ ਪੂਰਾ। ਵਿਆਹ ਤੋਂ ਪਹਿਲਾਂ ਇੱਥੇ ਹਨੀਮੂਨ ਦਾ ਕਿਵੇਂ ਕਹਿੰਦੇ ਹੋ ਤੁਸੀਂ? ਦਲਜੀਤ ਵੀ ਪੜ੍ਹਿਆ ਸੀ। ਨਾ ਇੱਥੇ ਹਨੀਮੂਨ ਪੀਰੀਅਡ ਹੀ ਕਹਿੰਦੇ ਨੇ। ਜਾਂ ਜਲੇਬੀਆਂ ਜਦ ਤੱਕ ਸੁੱਕਣ ਨਾ ਵਿੱਚੋਂ ਚਾਸ਼ਣੀ, ਜਲੇਬੀਆਂ ਪਈਆਂ ਹੁਣ ਪ੍ਰਾਂਤ 'ਚੋਂ 15 ਕੁ ਦਿਨ, ਮਤਲਬ ਮੁਸ਼ਕਣ ਜੇ ਤੋਂ ਪਹਿਲਾਂ ਜਿਹੜਾ ਖਾ ਲਵੇ ਉਹਨੂੰ ਹਨੀਮੂਨ ਪੀਰੀਅਡ ਕਹਿੰਦੇ ਨੇ। ਜੇ ਤਾਂ ਹੋਰ ਦੇਖਣਾ ਕੈਨੇਡਾ, ਤੁਰ ਫਿਰ ਕੇ ਉਹ ਦੇਖ ਲੈ ਤੇ 2-4 ਮਹੀਨੇ ਰਹਿ ਕੇ ਮੁੜ ਜਾ। ਜੇ ਕਿਸੇ ਤੱਤੀ ਠੰਡੀ ਚੀਜ਼ ਦਾ ਸਵਾਦ ਦੇਖਣਾ, ਉਹ ਵੀ ਦਿਖਾ ਦਿੰਦੇ ਆ, ਉਹ ਵੀ ਦੱਸ। ਗੱਲ ਕੱਟ ਕੇ ਭਰਜਾਈ ਨੇ ਪਿੱਛੋਂ ਆ ਕੇ ਕਤਿੱਤ ਕੀਤੀ। ਇਹ ਇੱਥੇ ਮਾਮੂਲੀ ਮਸਲਾ ਹੈ, ਜੇ ਗੇੜਾ ਕਢਾਉਣਾ ਕਢਾ ਦਿੰਦੇ ਆ ਤੈਨੂੰ, ਡਾਂਸ ਦਿਖਾ ਲਿਆਵਾਂਗੇ ਅੱਜ ਆਥਣੇ। ਇੱਕ ਪਿੱਛੋਂ ਆ ਕੇ ਹੋਰ ਬੋਲਿਆ ਛੋਟਾ। ਕੰਮ ਕੀ ਮਿਲੂ? ਡਿਵਟੀ ਲਾਵਾਂਗੇ ਤੈਨੂੰ, ਡਿਵਟੀ ਨਹੀਂ ਜੱਜ ਲਾ ਦਿੰਦੇ ਆ। ਪਿੱਤਰ ਐਂ ਕਰ, ਜਾਂ ਜਾਣਾ ਪਊ ਬੇਰੀ ਤੇ ਗਰਮੀ ਦੇ ਦਿਨ ਨੇ, ਤੇ ਜਾਂ ਭਾਈ 2x4 ਮੋਢੇ ਤੇ। ਜੇ ਸਵਾਦ ਬਾਹਲਾ ਦੇਖਣਾ, ਇੱਕ ਚੱਪੂ ਜਿਹਾ ਇੱਥੇ ਪਲਾਸਟਰ ਵਾਲਿਆਂ ਕੋਲ, ਜਿਵੇਂ ਹਨੂਮਾਨ ਦੇਵਤੇ ਦੇ ਮੂੰਹ ਮੋਢੇ ਤੇ ਗਦਾ ਹੁੰਦਾ ਹੈ, ਮੋਢੇ ਤੇ ਗਦਾ ਰੱਖ ਕੇ ਠੂਣਾ ਬਣਾ ਕੇ ਪੌੜੀ ਤੇ ਸਿੱਧੇ ਚੜ੍ਹਦੇ ਨੇ ਰਾਗ ਟੰਗੂ ਉੱਪਰ ਨੂੰ। ਉਹ ਦੇਖਣਾ ਤਾਂ ਉਹਦਾ ਯੁਰਕਾ ਦੇਖ ਲੈ। ਨਹੀਂ ਟਰੱਕ ਤੇ ਚੜਾ ਦਿੰਦੇ ਆ। ਪੁੱਠੀਆਂ ਇੱਕ ਵਾਰ ਬੈਲਟਾਂ ਪੈ ਗਈਆਂ ਜਾਂ ਪੁੱਠੀ ਤਰਪਾਲ ਖੁੱਲ੍ਹ ਗਈ, ਵਿੱਚ ਭੂਤ ਬਣ ਜਾਏਗਾ, ਸਿੱਧਾ ਕਰਦਾ, ਸਾਨੂੰ ਕਰੇਗਾ ਫੋਨ। ਉਹ ਦੇਖਣਾ, ਉਹ ਦੇਖ ਲੈ। ਪਿੰਡੋਂ ਪੈਰੋਂ ਕੱਢਦੇ ਦੇ ਵੀ ਮੁੜ ਜੇ। ਸਾਰੇ ਪੈਗ ਪੀ ਰਹੇ ਸੀ ਨਾਲ। ਬਾਲੀ ਦੇ ਅੱਖ ਤੇ ਦਲਜੀਤ ਨੂੰ ਆਪਣੇ ਪਿੰਡ ਵਾਲਾ ਕਾਟੂ ਮੱਝ ਵੀ ਮਾਲੀ ਦੌਲਤ ਰਾਮ ਚੇਤੇ ਆਏ ਵੀ। ਅੱਛਾ, ਝੂਠਾ ਜਿਹਾ ਹੋ ਗਿਆ। ਉੱਪਰ ਥਲੀ ਕਈ ਪੈਗ ਸਿੱਟੇ, ਗਰ ਗਰ ਗਰ। ਪੀਂਦਾ ਨਹੀਂ ਸੀ, ਡੋਲਦਾ ਸੀ ਅੰਦਰ। ਨਾਲ ਮੁਰਗੇ ਦੀ ਟੰਗ ਹੜੰਬੇ ਵਾਂਗੂ ਇੱਕ ਪਾਸੇ ਮੂੰਹ 'ਚ ਪਾਵੇ, ਦੂਜੇ ਬੰਨੇ ਹੱਡੀ ਉਹ ਦੇਖੇ ਜਰ ਦੇ ਕੇ, ਜਿਵੇਂ ਇੱਥੇ ਦਰਖਤਾਂ ਵਾਲਾ ਸੌਦਾ ਜਿਹਾ ਪਾਉਂਦੇ ਨੇ ਘਲਾੜੀ 'ਚ, ਦਰਖਤ ਜਿਹੜਾ ਸੱਕ ਬਣਦਾ ਹੈ। ਜੁੰਡੀ ਦੇ ਯਾਰ ਚੋਬਾ ਮਾਰਨਗੇ ਜੇ ਮੁੜਿਆਉਂ ਯਾਰੇ, ਤਾਂ ਬਦਨਾਮੀ ਹੋ ਜੂ। ਬਾਪੂ ਬੇਬੇ ਵੀ ਕਹੂ ਅੱਛਾ ਆ ਗਏ। ਮੈਂ ਇੱਕ ਗੱਲ ਆਖਾਂ, ਦਲਜੀਤ ਕਹਿੰਦਾ। ਬੋਲ। ਦੋਨੇ ਇਕੱਠੇ ਬੋਲੇ। ਭਾਬੀਆਂ ਵੀ ਦੇਖਣ। ਮੈਂ ਪਿੰਡ ਨਹੀਂ ਮੁੜਨਾ, ਇੱਥੇ ਚਾਹੇ ਕਿਸੇ ਨਾਲ ਸੀਰੀ ਰਲਾ ਦਿਓ। ਅੱਛਾ, ਗੱਲ ਨੇਣਤੀ ਪੂਰੀ। ਭੋਲਾ ਭਾਲਾ ਜੱਟ ਦਾਰੂ ਨਾਲ ਕਮਲਾ ਹੋਇਆ ਬੈਠਾ ਸੀ। ਸਿਰ ਤੇ ਬੰਨੇ ਪਰਨੇ ਤੋਂ ਆਲੇ ਦੁਆਲੇ ਬੰਨੇ ਦੋਨੇ ਬਾਲ, ਦੋਨੇ ਪਾਸੇ ਨੂੰ ਜਟੂਰੀਆਂ ਜਿਹੀਆਂ ਲਮਕਦੀਆਂ ਸੀ। ਪੁੱਠੇ ਹੱਥ ਨਾਲ ਪਰਨਾ ਉੱਪਰ ਨੂੰ ਚੱਕੇ ਅੱਖਾਂ ਤੇ ਪਿੱਫਣਾ ਦੇ ਫੇਰ ਆ ਜਾਵੇ। ਨਾਲੇ ਵੇਖ ਪਾ ਦੋ ਮੈਨੂੰ। ਓਏ ਇਹਦੇ ਬਸ ਨਹੀਂ। ਘਰੇ ਜੱਟ ਦਾ ਪੁੱਤ ਮੱਝ ਹੇਠੋਂ ਗੋਹਾ ਨਹੀਂ ਹਟਾਉਂਦਾ, ਆਪਦੀ ਹੱਤ ਕਮਾਉਂਦਾ ਹੈ ਕਿ ਉਹ ਜੱਟ ਜੇ ਆਉਂਦਾ ਬਾਹਰ ਆ ਕੇ ਚਾਹੇ ਇਕੱਠੇ ਚੱਕਣ ਮਰੇ ਲਾ ਦਿਓ। ਜੱਟ ਦੇ ਗੱਲੋਂ ਜੱਟਵਾਦ ਦਾ ਕਰਿੰਟਲ ਜਮਾ ਹੀ ਨਹੀਂ ਲੈਂਦਾ। ਤੇਰਾ ਫਿਰ ਆਖਰੀ ਫੈਸਲਾ ਦਿਓ ਰਾ। ਭਾਬੀ ਕਹਿ ਕੇ ਬੈਠੀ। ਭਾਬੀ ਜੀ ਬਿਲਕੁਲ ਇਹੀ ਆਖਰੀ ਫੈਸਲਾ, ਬਸ। ਦਿਓਰ ਤੇਰਾ ਲਾਡਲਾ ਤੁਹਾਡੇ ਦੋਨੇ ਭਾਬੀਆਂ ਕੋਲ ਰਹੂ, ਇੱਥੇ ਹੀ ਕੰਮ ਕਰਨਾ ਬਸ। ਮੈਂ ਤੇਰੇ ਕੋਲ ਹੀ ਰਹਿਣਾ ਭਾਬੀ ਜੀ। ਭਾਬੀ ਜੀ ਬਹਿ ਜਾ ਇੱਥੇ ਆ ਕੇ। ਭਾਬੀ ਸ਼ਮਕ ਛੱਲੋਂ ਨੂੰ ਤੁਰੇ ਫਿਰੇ। ਭਾਬੀ ਆਪਣੀ ਮਾਰ 'ਤੇ ਸੀ, ਉਹਦੀ ਭੈਣ ਬੈਠੀ ਸੀ ਪੰਜਾਬ 'ਚ ਇੱਕ। ਉਹ ਕਹਿੰਦੀ ਲਿਆਉਂ ਡੁੱਕ ਕੇ ਇਹਦੇ ਨਾਲ ਇਹਨੂੰ ਖਿਲਾਉਣ ਦੇ ਚੂਰੀਆਂ ਮੈਨੂੰ 5-4 ਦਿਨ। ਕੁਛ ਖਾ ਕੇ ਮਰ ਜਾ, ਪਰ ਪਿੰਡ ਪੈਰ ਨਹੀਂ ਪਾਉਣਾ। ਦੁਬਾਰਾ ਫੇਰ ਕਹਿੰਦਾ ਇਹ ਤੁਸੀਂ ਮੇਰੀ ਬਾਂਹ ਨਹੀਂ ਫੜਨੀ। ਹੁਣੇ ਦੱਸ ਦਿਓ, ਮੈਂ ਮਾਈ ਟਿਕਾਣਾ ਕਰਦਾ ਭਾਈ ਸਾਹਿਬ। ਟਿਕਾਣਾ ਕਰਾਂਗੇ, ਕੋਈ ਟਿਕਾਣਾ। ਬਾਂਹ ਬਾਦਲ ਲੰਗੋਚੀ ਚੱਕੇ ਥੱਲੇ ਸਿੱਟੇ। ਮੈਂ ਕਾਲਜ ਜਨਰਲ ਸਕੱਤਰ ਹਾਂ, ਝੰਡੀ CDM ਕਾਲਜ ਮੋਗੇ ਬਾਈ। ਮੇਰੀ ਗੋਡੀ ਹੱਥ ਲਾਉਂਦੇ ਮੈਂ ਕੱਖੋਂ ਹੋ ਗਿਆ। ਪ੍ਰੋਫੈਸਰ ਬਾਠ ਕਹਿੰਦਾ ਹੁੰਦਾ ਸੀ, ਕਲਯੁਗ 'ਚ ਕੋਈ ਕਿਸੇ ਦਾ ਨਹੀਂ, ਕਲਯੁਗ ਆ ਇਹ ਬਸ। ਨਾਲੇ ਪੀ ਜਾਵੇ ਨਾਲੇ ਖੜਾਈ ਜਾਵੇ। ਓਏ ਅਸੀਂ ਸਾਰੇ ਹੀ ਤੇਰੇ ਆ। ਬੜੀ ਭਰਜਾਈ ਨੇ ਜਵਾਕਾਂ ਵਾਂਗੂ ਗੋਦੀ 'ਚ ਲੈ ਲਿਆ। ਹੱਥ ਨਾ ਲਾ ਭਾਬੀ ਮੈਨੂੰ, ਉਹਨੇ ਦੁਬਾਰਾ ਫੇਰ ਕਿਹਾ। ਕੋਈ ਨਾ, ਕੋਈ ਨਹੀਂ ਭਾਬੀ, ਕਿਸੇ ਨੂੰ ਉੱਚੇ ਉੱਠਦੇ ਨੂੰ ਦੇਖ ਕੇ ਖੁਸ਼। ਮੇਰੀ ਕਾਲਜ ਸਰਕਾਰੀ ਪੂਰੀ ਸੀ, ਘੈਂਟ ਸਟੂਡੈਂਟ ਸਲਾਹਾਂ ਲੈਣੋਂ ਸਰਾੜ
ਪੂਰੇ DM ਕਾਲਜ ਆ, ਜੀਪ ਲੈ ਕੇ ਜਾਂਦਾ, ਮੋਟਰਸਾਈਕਲ ਲੈ ਕੇ ਜਾਂਦਾ। ਬਾਪੂ ਨੇ ਨਾਗ ਦਾ ਬੱਚਾ ਲੈ ਕੇ ਦਿੱਤਾ ਹੋਇਆ ਸੀ 32 ਬੋਰ ਦਾ, ਸਮਿਥ ਵੈਸਨ ਦਾ 4 ਲੱਖ ਦਾ। ਤੁਸੀਂ ਤਾਂ ਮੈਨੂੰ ਲੰਡੂ ਸਮਝਦੇ ਹੋ ਚਾਰੇ ਹੀ ਓਏ। ਗੇੜਾ ਦਵੇ ਭਾਈ ਤੇ ਗੇੜਾ ਕੋਈ ਨਾ ਪੁੱਤ। ਜਦ ਖੁਰੀਆਂ ਲਾਈ ਦੀਆਂ ਨੇ ਬੌਲਦ ਪੁੱਠੇ ਪੈਰ ਜੇ ਮਾਰ ਦੋ, ਜਦ ਨੈਬ ਲਿਆ ਨਾ ਪੂਰਾ ਬਰੰਜੀਆਂ ਲਾਵਾਂਗੇ। ਜਿੱਦਣ ਤੇਰੇ ਪਾ ਕੇ ਗਲ ਨਾ ਭੇਜਿਆ ਲੰਚ ਕਿੱਟ, ਦੇਖੀ ਨਚਾਰ ਵਾਂਗੂ ਤੁਰਦਾ ਜਦ ਬਾਹਰੇ ਬੈਨ ਆਈ। ਬੜੇ ਨੂੰ ਪਤਾ ਸੀ। ਲਾਲੀ ਨੇ ਕਿੱਡਾ ਦੇਖੋ ਕਿੱਡਾ ਪੁੱਠੀਆਂ ਗੱਲਾਂ ਕਰਦਾ, ਸਿੱਧੀ ਗੱਲ ਪੁੱਠੀ ਪਾਉਂਦਾ। ਉਹ ਤੇਰੀ ਉੱਥੇ ਸਰਦਾਰੀ ਆ, ਫਿਰ ਤੈਨੂੰ ਇੱਥੇ ਬਾਬੇ ਭਾਨ ਸਿਓ ਨੇ ਕਹਿਣ ਨੂੰ ਕਿਹਾ ਜਾਂ ਮੁੜ ਜਾ, ਹਲੇ ਵੀ 40 ਖੇਤ ਨੇ, ਕਿੱਲਾ ਵਗੜਿਆ ਹੋਇਆ, ਅਸੀਂ ਬੈਠੇ ਹਾਂ ਹੱਥ ਝਾੜ ਨੂੰ। 10,000 ਵੀ ਭੇਜ ਦਈਏ 5 ਲੱਖ ਬਣਦਾ, ਤੈਨੂੰ ਸੜਿਆ ਖਰਚਾ ਅਸੀਂ ਭੇਜਦਾ, ਮੁੜ ਜਾ ਹਲੇ ਵੀ। ਗਧੇ ਨੂੰ ਦਿੰਦੇ ਨੂਣ, ਕਹਿੰਦਾ ਮੇਰਾ ਕੰਨ ਪੜ ਦੇ, ਪਿੰਡ ਰਹਿ ਕੇ ਵਧੀਆ ਦੱਸੇ ਕੀ ਕਰਦਾ ਇੱਥੇ। ਚਲੋ ਜੇ ਕਹਿੰਦਾ ਫਿਰ ਕੰਮ ਤੇ ਲਵਾ ਦਿਓ, 20 ਬੰਦੇ ਤੁਹਾਨੂੰ ਜਾਣਦੇ ਨੇ, ਕਰੀ ਜਾਓ, ਬਾਕੀ ਇਹਦੀ ਸਾਹਿਬ ਦੀ ਮਰਜ਼ੀ। ਭਾਬੀ ਨੂੰ ਆਇਆ ਸੀ ਵੀ ਜਾਣ ਨਹੀਂ ਦੇਣਾ, ਬੜੀ ਗੇੜੇ ਨਾਲ ਆਉਂਦੀ। ਕਰੂ ਕੀ ਇਹ? ਮੰਝ ਤਾਂ ਇਹਨੇ ਧੁੱਪਿਓਂ ਖੋਲ ਕੇ ਕਦੇ ਬੰਨੀ ਨਹੀਂ ਪਿੰਡ। ਇਉਂ ਕਰੋ, ਕੰਸਟਰਕਸ਼ਨ ਕੰਪਨੀ 'ਚ ਲਵਾ ਦਿਓ ਕਿਤੇ। ਅੰਗਰੇਜ਼ੀ 'ਚ ਨਾਂ ਬਹੁਤ ਸੋਹਣਾ, ਪੰਜਾਬੀ ਕਹਿੰਦੇ ਕੰਸਟਰਕਸ਼ਨ ਕੰਪਨੀ 'ਚ ਲਵਾ ਦਿਓ। ਅੱਛਾ, ਬਾਲੇ ਚੱਕੂਗਾ 2x4 ਵਾਲੇ ਇਹ। ਚੱਲ ਠੀਕ ਹੈ, ਲੋਕ ਕੀ ਕਹਿਣਗੇ? ਬੜੇ ਭਾਈ ਐਸ਼ ਕਰਦਾ, ਛੋਟੇ ਨੂੰ ਸਾਲੇ ਨੂੰ ਇੱਟਾਂ ਫੜਾਉਣ ਲਾਤਾ। ਜੱਟਾਂ ਵਾਲਾ ਰਗੜਾਊਪਣਾ ਤੇਰੇ 'ਚੋਂ ਵੀ ਨਹੀਂ ਜਾਂਦਾ। ਲਾਲੀ ਨੇ ਬਾਲੀ ਨੂੰ ਕਿਹਾ ਜਦੋਂ ਨੱਚਣੇ ਲੱਗ ਪਈ, ਘੁੰਡ ਕਾਹਦਾ? ਹੁਣ ਤੇਰੇ ਹੀ ਖਾਨਦਾਨੀ ਖੁਰ ਕੁੱਟ ਖੜੀ, ਤੈਂ ਵੀ ਆਹੀ ਕੁਛ ਕੀਤਾ। ਹੁਣ ਜੱਜ ਵਸਦਿਆਂ 'ਚ ਹੋ ਗਏ, ਬਾਸਕਟ ਪਾਈ ਖੜਾ, ਢਿੱਡ ਤੇਰੇ 'ਚ ਸਮਾਉਂਦਾ ਨਹੀਂ। ਹੁਣ ਵੱਡਾ ਬਿਲਡਰ ਬਣਦਾ, ਇੱਥੇ ਮਿੱਟੀ ਪੜਦਾ ਹੀ 20 ਸਾਲ ਪਹਿਲਾਂ। ਔਕਾਤ 'ਚ ਰਿਹਾ ਕਰੋ। ਖੈਰ, ਘੈਂਸ ਹੋਈ ਦਲਜੀਤ ਨੂੰ ਦੁੱਧ ਦੀਆਂ ਬੋਤਲਾਂ ਢੋਣ ਵਾਲੀ ਬੈਨ ਨਾਲ ਨਰ ਰਿਹਾ। ਸਵੇਰੇ 2 ਤੋਂ 8 ਵਜੇ ਤੱਕ ਦੁੱਧ ਦੀਆਂ ਬੋਤਲਾਂ ਘਰੇ ਮਰੇ ਰੱਖਦਾ, 5 ਤੋਂ 7 ਵਜੇ ਤੱਕ ਖਾਲੀ ਬੋਤਲਾਂ ਚੱਕਦਾ। ਰੇੜਾ ਰੜਪਿਆ, ਖਰਚਾ ਕੋਈ ਨਹੀਂ ਸੀ। ਗੱਡੀ ਦਾ ਤੇਲ ਫਰਮ ਦਾ ਸੀ। ਰਿਹਾਇਸ਼ ਭਰਾਵਾਂ ਕੋਲ ਪੱਕੀ ਪਕਾਈ ਰੋਟੀ। ਕੋੜ ਕਿੱਲਿਆਂ ਵਰਗਾ ਦਲਜੀਤ ਕੁਝ ਮਹੀਨਿਆਂ 'ਚ ਬਾਗੜ ਬਿੱਲਿਆਂ ਵਰਗਾ ਹੋ ਗਿਆ। ਖਾਣ ਪੀਣ ਨੂੰ ਖੁੱਲ੍ਹਾ, ਰਾਤ ਨੂੰ ਪੇਕ ਮੁਰਗਾ, ਸਾਰਾ ਦਿਨ ਤਰਾਰੇ 'ਚ ਰਹਿੰਦਾ। ਮੂਲੀ ਵਰਗੀ ਧੌਣ ਬੋੜ ਦੇ ਮੁੱਛ ਵਰਗੀ ਹੋ ਗਈ। ਬੇਬੇ ਬਾਪੂ ਨੇ ਦਲਜੀਤ ਦੇ ਵਿਆਹ ਬਾਰੇ ਜ਼ੋਰ ਦੇਣਾ ਸ਼ੁਰੂ ਕਰਤਾ। ਜਿੰਮ ਜਾਣ ਲੱਗ ਗਿਆ, ਬਾਹਰ ਐਤਵਾਰ ਨੂੰ ਮਾਲਿਸ਼ ਕਰਾਉਂਦਾ ਜਾ ਕੇ। ਸਾਰਾ ਕੁਝ ਸਮਝਾਤਾ ਬੜਿਆਂ ਨੇ। ਛੋਟੀ ਭਾਬੀ ਨੇ ਹੋਰ ਸਮਝਾਤਾ, ਦਿਓਰਾ ਕੱਪੜਾ ਲੱਤਾ ਲੈਣ ਲਈ ਆਹ ਸਟੋਰਾਂ ਚਾਹੀਦਾ, ਇੱਥੋਂ ਮੁਸ਼ਕਣ ਬੂਟੀ ਲਈ ਦੀ ਹੈ, ਇਹੋ ਜਿਹੇ ਪਾਈਦੇ ਨੇ, ਇਹੋ ਜਿਹੇ ਕੱਪੜੇ ਪਾਈਦੇ ਨੇ, ਰੰਗ ਬੰਨ ਇਹੋ ਜਿਹਾ ਪਾਈਦਾ। 7 ਰੰਗ ਪਾ ਕੇ ਨਾ ਬੰਨ੍ਹਿਆ ਕਰ, ਸਿਰ 'ਤੇ ਪੱਗ ਹੋਰ, ਪੈਂਟ ਹੋਰ, ਨਾਲੇ ਆ ਗਿੱਟਿਆਂ ਤੋਂ ਉੱਚੀ ਪੈਂਟ ਨੌਜਵਾਨ ਮੁੰਡਿਆਂ ਦੇ ਚੰਗੀ ਲੱਗਦੀ ਆ, ਤੇਰੀ ਉਮਰ ਦੇ ਨਹੀਂ, ਇਹ ਨਾ ਪਾਇਆ ਕਰ, ਕੁਛ ਅਕਲ ਕਰਿਆ ਕਰ। ਸਮਝਾਤਾ। ਰੇਤ ਤਾਂ ਪੂਰਾ। ਛੋਟੀ ਨਾਲ ਛੇਤੀ ਜਾਂਦਾ, ਉਹ ਸਮਾਨ ਲੈਣ ਜਾਂਦੀ। ਦੋਨੇ ਪੈ ਗਈਆਂ ਭੈਣਾਂ ਇੰਡੀਆ ਤੋਂ, ਦੋਨੇ ਲਿਆਉਣ ਨੂੰ ਫਿਰਦੀਆਂ। ਮੁੰਡਿਆਂ ਦੇ ਸਹੁਰਿਆਂ ਨੇ ਬਾਪੂ ਮਲ ਸਿੰਘ ਕੋਲ ਗੇੜੇ ਮਾਰਨੇ ਜਾਂਦੇ। ਹੋ ਮਾਛੜ ਜੀ ਸਤਿ ਸ੍ਰੀ ਅਕਾਲ। ਬਾਲੀ ਦਾ ਸਹੁਰਾ ਸਾਲਾ ਆ ਗਿਆ। ਮੈਂ ਕਿਹਾ ਮਾਛੜ ਨੂੰ ਮਿਲ ਆਈਏ, ਬਹਿ ਜਾਓ ਭਾਈ। ਪੈਗ ਉਹ ਲਾ ਕੇ ਆਇਆ ਸੀ, ਉਹਨੂੰ ਪਤਾ ਵੀ ਇੱਥੋਂ ਕੁਛ ਨਹੀਂ ਮਿਲਣਾ, ਇਹ ਤਾਂ ਹੱਥ ਨੇ ਖੀਰ ਤੇ ਕੜਾਹ ਵਾਲੇ ਹੀ ਨੇ। ਕੰਮ ਕਰਕੇ ਆਇਆ ਸੀ ਸਾਰਾ। ਹੋਰ ਫਿਰ ਦਲਜੀਤਾ ਕਿਵੇਂ ਆ ਆਪਣਾ ਛੋਟਾ? ਵਧੀਆ, ਭਾਈਆਂ ਦੇ ਕੋਲ ਆ, ਬੱਲੇ ਬੱਲੇ ਆ। ਜਾਨੂ ਛੋਟੀ ਵਾਲਾ ਹੀ ਗਿਆ, ਬੜੇ ਵਾਲਾ ਆ ਗਿਆ। ਮੈਂ ਕਿਹਾ ਨੰਗੇ ਜਾਂਦੇ ਮਾਛੜ ਨੂੰ ਮਿਲ ਚਲੀਏ। ਮਾਛੜਾ ਸਤਿ ਸ੍ਰੀ ਅਕਾਲ। ਮਾਛੀ ਜੀ ਸਤਿ ਸ੍ਰੀ ਅਕਾਲ। ਉਹ ਬੱਗ ਵੀ ਮਾਰੇ। ਬਹਿ ਜਾਓ ਭਾਈ, ਖਾ ਲਓ ਪੀ ਲਓ, ਗੱਲਾਂ ਬਾਤਾਂ ਕਰਦੇ। ਦਲਜੀਤੇ ਦੀ ਉਹ ਗੱਲ। ਸਾਰਿਆਂ ਤੋਂ ਦੁਖੀ ਜਾ ਬਲਦ ਲਾਲੀ ਸੀ ਬੜਾ। ਉਹਨਾਂ ਨੇ ਦੋਨੇ ਲੜਨ ਲੱਗ ਗਈਆਂ, ਮੈਂ ਲਿਆਉਣਾ। ਇੱਕ ਦਿਨ ਲਾਲੀ ਨੇ ਡਾਂਗ ਕੱਢ ਲਈ, ਕਹਿੰਦਾ ਤੁਸੀਂ ਇਉਂ ਦੱਸੋ ਵੀ ਤੁਸੀਂ ਵਸਣਾ ਕਿ ਤੁਸੀਂ ਵੀ ਜਾਣਾ ਪੰਜਾਬ ਨੂੰ? ਕਿਤੇ ਭੈਣਾਂ ਨੂੰ ਵਸਾਉਂਦੀਆਂ ਆਪ ਨਾ ਘਰੇ ਬਹਿ ਜਾਓ। ਕਿਉਂਕਿ ਲਾਲੀ ਕਰੜਾ ਬਹੁਤ ਹੀ ਸੁਣੀ ਜਾਂਦਾ। ਜਿੱਦਣ ਲਾਈਨ ਖਿੱਚ ਲੈਂਦਾ ਫਿਰ ਉਹ ਖੜ ਜਾਂਦਾ। ਗੇੜਾ ਦਿੰਦੀਆਂ ਨੇ ਮੋਰਨੀ ਨੂੰ, ਪਹਿਲਾਂ ਪਾਉਂਦੀਆਂ ਬੇਦਲਜੀਤਿਆ ਵਿਆਹੀਆਂ ਸਾਨੂੰ ਆ ਕਿ ਦਲਜੀਤੇ ਨੂੰ? ਜਿਹੋ ਜਿਹਾ ਤੁਸੀਂ ਲੱਲਰ ਲਾ ਲਏ, ਉਹ ਆ ਕੇ ਲੱਲਰ ਲਾ ਦੇਣੀਆਂ। ਭੈਣੀਆਂ ਵਿੱਚ ਵੜਦੀਆਂ ਫਿਰਦੀਆਂ। ਖਬਰਦਾਰ ਜੇ ਗੱਲ ਕੀਤੀ ਹੁਣ ਤੋਂ। ਲਾਲੀ ਨੇ ਖਿੱਚਤੀ। ਠਰ ਗਿਆ ਮਸੀਰ। ਅਜੀਬ ਤਣਾਓ, ਕੋਈ ਬੋਲੇ ਨਾ। ਦਲਜੀਤ ਬਾਹਰਿਆਂ ਤੋਂ ਦੁਖੀ, ਉਹਦੇ ਯਾਰ ਕਰਕੇ ਤੂੰ ਭੈਣ। ਦੋਨੇ ਭਾਈ ਆਸ ਵਿੱਚ ਔਖੀ ਹੋ ਗਏ। ਹੁਣ ਉਹਨੂੰ ਉਹ ਕਹਿੰਦਾ ਭਾਈ ਮੈਂ ਤਾਂ ਫਿਰ ਅੱਡੇ ਹੋਣਾ, ਮੈਨੂੰ ਤਾਂ ਬਾਹਰ ਕਮਰਾ ਲੈ ਦਿਓ, ਬੇਸਮੈਂਟ ਦੇ ਵਿੱਚ ਕਮਰਾ ਲੈ ਲਿਆ। ਫਾਰਮ 'ਚ ਕੰਮ ਕਰਦੀ ਇੱਕ ਕੁੜੀ ਬਿੱਲੀ, ਜਿਹੜੀ ਉਹ ਨੇੜੇ ਘਰਾਂ 'ਚ ਸੀ, ਉਹਨਾਂ ਨਾਲ ਨੇੜਤਾ ਹੋ ਗਈ। ਬਲਵਿੰਦਰ ਸੀ ਨਾਂ, ਤਾਂ ਬਿੱਲੀ ਖੁੱਲੀ ਡੁੱਲੀ ਸਾਊ ਪੰਜਾਬਣ ਕੁੜੀ ਸੀ। ਫਾਰਮ 'ਚ ਸੈਕਟਰੀ ਸੀ। ਦਲਜੀਤ ਤੇ ਬਿੱਲੀ ਦੀ ਨੇੜਤਾ ਵੱਡਾ ਕਾਰਨ ਇਹ ਸੀ
ਕਿ ਉਹ ਵੀ MD ਕਾਲਜ ਮੋਗੇ ਹੀ ਪੜ੍ਹੀ ਸੀ, ਦੋਨੇ ਜਾਣਦੇ ਸੀ ਇੱਕ ਦੂਜੇ। ਭਰਾਵਾਂ ਦੇ ਘਰੇ ਆਉਣੋਂ ਹਟ ਗਿਆ, ਭਰਾਵਾਂ ਦਾ ਮੋਹ ਨਹੀਂ ਸੀ ਆਉਂਦਾ, ਮੋਹ ਤਾਂ ਆਉਂਦਾ ਸੀ ਬਹੁਤ। ਭਰਜਾਈਆਂ ਲੜਦੀਆਂ, ਜਦੋਂ ਦੇ ਅੱਕੇ ਆਉਂਦਾ ਤਾਂ ਉਹਨੂੰ ਐਂ ਲੱਗਦਾ ਜਿਵੇਂ ਕੇਕ ਆਉਂਦਾ ਨਾ ਮੂੰਹ 'ਚ ਪਾ ਲਓ। ਦੋਨੇ ਭਰਜਾਈਆਂ ਨੂੰ ਆਪਣੀਆਂ ਭੈਣਾਂ ਦਿਖਦੀਆਂ ਦਲਜੀਤ 'ਚੋਂ। ਤੇ ਜਦ ਦੋਨੇ ਘਰ ਗੇੜਾ ਮਾਰਨੋਂ ਹਟ ਗਿਆ, ਲਾਲੀ ਨੇ ਬੇਬੇ ਬਾਪੂ ਨੂੰ ਦੱਸ ਕੇ ਦੁਖੀ ਕਰਨ ਦੀ ਬਜਾਏ ਰਾਹਦਾਰੀ ਭੇਜ ਕੇ ਦੋਨੇ ਬੇਬੇ ਬਾਪੂ ਮੰਗਾ ਲਏ। ਦੋਹਾਂ ਨੂੰਹਾਂ ਨੇ ਸੱਸ ਸਹੁਰੇ ਦੇ ਗੋਡੇ ਬਾਬੇ ਹੋਣੀ ਪਾ ਕੇ ਕੁੜਤਾ ਪਜਾਮਾ ਬਾਸਕਟ ਪਾ ਕੇ ਉਤਰਿਆ ਏਅਰ ਇੰਡੀਆ ਸਿੱਧਾ ਹੀ। ਬੇਬੇ ਬਾਪੂ ਦੋਨੇ ਖੜੇ ਲੈ ਆਏ, ਕਾਰ 'ਚ ਲੈ ਆਏ। ਜਦ ਲੰਘੇ ਕੋਲ ਦੀ ਤਾਂ ਦੇਖਿਆ ਵੀ ਬੜੇ ਗੁਰਦੁਆਰਾ ਸਾਹਿਬ ਦੇ ਗੁੰਬਦ ਸੱਚਿਆ ਪਾਤਸ਼ਾਹ ਦਾਤਿਆ, ਪ੍ਰਦੇਸਾਂ 'ਚ ਵੀ ਤੇਰੇ ਤਾਂ ਝੰਡੇ ਝੂਲਦੇ ਨੇ ਦਾਤਿਆ, ਕਿਰਪਾ ਰੱਖੀ ਕੌਮ ਤੇ। ਬਾਬੇ ਨੇ ਢਕਾਰ ਮਾਰ ਕੇ ਕਿਹਾ। ਕਈ ਦਿਨ ਜਦ ਦਿਖਿਆ ਨਾ ਦਲਜੀਤਾ, ਆਥਣੇ ਬਾਬਾ ਕੈੜਾ ਹੋ ਕੇ ਬੈਠਾ, ਕਹਿੰਦਾ ਉਰੇ ਆਓ ਓਏ, ਆਹ ਘਰ ਵਾਲੀਆਂ ਨੂੰ ਵੀ ਲਿਆਓ। ਇੱਕ ਬੰਨੇ ਬੈਠਾ ਸੀ, ਦੋਨੇ ਆ ਗਈਆਂ ਸਿੱਧੇ ਖੜੇ, ਜਿਵੇਂ ਸਵੇਰੇ PT 'ਚ ਵਿਸ਼ਰਾਮ ਸਾਵਧਾਨ ਕਰਦੇ ਨੇ। ਮੁੰਡੇ ਕਿੱਥੇ ਬੋਲਦੇ ਨੇ ਨੂੰਹਾਂ ਮੁੰਡਿਆਂ ਦੇ ਪਿੱਛੇ, ਉਹ ਜੀਤਾ ਕਿੱਥੇ ਆ ਓਏ, ਉਹ ਨਹੀਂ ਆਉਂਦਾ। ਬੇਬੇ ਪਿੱਛੇ ਖੜੀ, ਬੇਬੇ ਵੱਲ ਨੂੰਹਾਂ ਚੱਕਣ। ਬੇਬੇ ਜਿਵੇਂ ਜਵਾਕ ਨੂੰ ਪੀਪੀ ਕਰਾਉਣੀ ਹੁੰਦੀ ਆ, ਮੂੰਹ ਤੇ ਹੱਥ ਰੱਖ ਕੇ ਨਾਲ ਐ ਬੇਬੇ ਕਰੇ, ਓਏ ਮਲ ਸੇ ਉਹਨੂੰ ਚੇਹ ਚੜ੍ਹ ਗਈ। ਉਹਦੀ ਆਵਾਜ਼ ਨਗਾਰੇ ਨੂੰ ਖੜ ਕੇ ਗਵਾੜ 'ਚ ਗੁਆਂਢੀ ਸਮਿਥ ਨੇ ਦੇਖਿਆ ਬਾਹਰ ਘਾਹ ਕੱਢਦਾ ਹੀ। ਬਾਬਾ ਕਹਿੰਦਾ ਬੋਲਦਾ ਕਿਉਂ ਨਹੀਂ? ਸਮਿਥ ਕਹਿੰਦਾ ਵਾਟ ਇਜ਼ ਗੋਇੰਗ ਔਨ, ਸਮਥਿੰਗ ਰੋਂਗ ਦੇਅਰ। ਉਹਨੇ ਆ ਕੇ ਕੁੰਡਾ ਖੜਕਾਇਆ। ਹੇ ਬੈਲ, yes Smith, everything all right? Yes, I heard very loud voice. my father came from Punjab. He speaks like that. Take care, Smith. Thank you. ਉਹ ਤਾਂ ਮੁੜ ਗਿਆ। ਬੇਬੇ ਕਹਿੰਦੀ ਕਿਉਂ ਡੰਡ ਪਾਈ ਆ? ਨਹੀਂ ਤੂੰ ਚੁੱਪ ਕਰਕੇ ਬਹਿ ਜਾ, ਪਹਿਲਾਂ ਤੂੰ ਆਟੇ ਨਾਲ ਤੂੰ ਨਾ ਨੂਣ ਲੈਣੀ। ਬਾਬੂ ਸੰਖ ਵਾਂਗੂ ਬੋਲਿਆ ਘੜਿਆਲੋਂ। ਬਾਪੂ ਜੀ ਤੁਸੀਂ ਸਾਰੀ ਗੱਲ ਲਾਲੀ ਨੂੰ ਹੀ ਪੁੱਛ ਲਓ। ਬਾਲੀ ਪਰਾਂ ਹੋ ਗਿਆ, ਬੁਲਾ ਉਹਨੂੰ। ਪਰਲੇ ਬੰਨੇ ਬੈਠਾ ਲਾਲੀ ਆ ਗਿਆ। ਸਾਲੇ ਗੱਲੇ ਨਹੀਂ ਗੋਲਦੇ, ਮਾਨ ਨਹੀਂ ਮਾਨਦਿਆ ਲਾ ਕੇ ਕੰਨ ਨੂੰ ਚੱਕੀ ਜਿਹਾ ਰਾਹ ਜਾੜਾ ਜਿਹੀਆਂ ਕੱਢੀ ਜਾਂਦੇ। ਬਾਬਾ ਸੈੱਲਫੋਨ ਤੇ ਬਹੁਤ ਔਖਾ ਸੀ। ਲਾਲੀ ਆ ਗਿਆ। ਹਾਂ ਦੱਸ ਓਏ। ਉਹਨਾਂ ਨੇ ਦੱਸ ਦਿੱਤਾ, ਗੱਲ ਸੁਣ ਲਓ, ਕਿਸੇ ਮਜ਼੍ਹਬੀ ਦੇ ਘਰੇ ਵਿਆਹ ਨੂੰ ਤੁਹਾਡੇ ਸਾਲਿਓ ਦੋਨਾਂ ਦੇ ਨਹੀਂ ਵਿਆਹੁੰਦਾ। ਤੁਸੀਂ ਤਾਂ ਇਹਨਾਂ ਦੇ ਪਿੱਛੇ ਲੱਗ ਕੇ ਮੁੜ ਕੇ ਨਹੀਂ ਆਏ। ਇੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਆਈਆਂ ਨੂੰ, ਕਦੇ ਤੁਹਾਡੇ 'ਚ ਕਿਸੇ ਦੇ ਪਿਓ ਨੇ ਆ ਕੇ ਸਾਡੀ ਬਾਤ ਨਹੀਂ ਪੁੱਛੀ। ਜਿਆਦਾ ਦਲਜੀਤਾ ਆਇਆ, ਤੁਹਾਡੇ ਦੋਨਾਂ ਦੇ ਭਾਈ ਗੇੜਾ ਦਿੰਦੇ ਆ ਗੰਜੀ ਮਾਸੀ ਸਲਾਮ ਵਾਂਗੂ ਪਿੰਡਾ ਵਰਦਾ। ਮਾਛੜ ਜੀ ਸਤਿ ਸ੍ਰੀ ਅਕਾਲ, ਮਾਛੜ ਜੀ ਸਤਿ ਸ੍ਰੀ ਅਕਾਲ। ਸਾਡੇ ਕੋਲੋਂ ਆਪਦੀ ਖਾਧੀ ਨਹੀਂ ਮੁੱਕਦੀ। ਮੈਂ ਵੀ ਕਹਿਣਾ ਕਦੇ ਬੱਤੀ ਨਹੀਂ ਸੀ ਬਾਈ, ਹੁਣ ਇੱਕ ਦਿਨ ਸਾਹ ਵਾਂਗੂ ਗੇੜੇ ਕਰਨ ਲੱਗ ਪਏ। ਚੰਗਾ, ਇਹੋ ਜਿਹੇ ਰਿਸ਼ਤਿਆਂ ਦੇ ਮੈਂ ਸਾਰਿਆਂ ਦੇ ਗੋਲੀ ਮਾਰੂ। ਇਹੋ ਜਿਹੇ ਮਤਲਬੀ ਰਿਸ਼ਤੇਦਾਰਾਂ ਨੂੰ ਨੇੜੇ ਨਹੀਂ ਲੱਗਣ ਦਿੰਦਾ। ਜੇ ਦੋਨਾਂ 'ਚੋਂ ਜਾਂ ਤੁਸੀਂ ਦੋਨੇ ਖੜੀਆਂ ਨਾ ਪਾ ਕੇ ਨਥਨੀਆਂ ਜੀਆਂ, ਜੇ ਦਲਜੀਤੇ ਬਾਰੇ ਕੋਈ ਬੋਲਿਆ ਚੱਕ ਕੇ ਭਗਾ ਕੇ ਸੜਕ ਤੇ ਮਾਰੂ ਸਾਲਿਆਂ ਨੂੰ। ਬਾਬਾ ਗੱਬੇ ਬੈਠਾ, ਬਾਬਾ ਟੇਕ ਓਵਰ ਕਰ। ਲਾਲੀ ਬੋਲੇ ਨਾ ਬਾਲੀ ਬੋਲੇ। ਉਹਨੇ ਕਿੱਥੋਂ ਨੇ ਕਹਿਣਾ ਪਿੰਡ ਦੀ ਫਿਰਨੀ ਨਹੀਂ ਬਣ ਦੇਣਾ। ਪਿੰਡ ਦੀ ਫਿਰਨੀ ਇਹਨੇ ਪਿੰਡ ਦੇ ਇਲਾਕੇ ਦੇ ਵਿੱਚ, ਇਹਨੇ ਨੇੜੇ ਦੇ ਪਿੰਡਾਂ 'ਚ ਖੜ ਕੇ ਸਾਨੂੰ ਕਾਰ 'ਚੋਂ ਨਿਕਲ ਕੇ ਪਿਸ਼ਾਬ ਨਹੀਂ ਕਰਨ ਦੇਣਾ। ਇਹ ਪਿੰਡ ਕਿੱਥੇ ਬਣਦੇ ਇਹਨੂੰ ਲਾਲੀ ਨੂੰ ਪਤਾ ਸੀ। ਦਲਜੀਤ ਦੇ ਘਰ ਲੈ ਕੇ ਚਲੋ, ਉਹਦੇ ਘਰੇ ਸਾਨੂੰ। ਦੋਨੇ ਭਾਈ ਵਿੱਚ ਲੱਗਦੇ ਫਿਰ ਚਲੋ ਬਾਪੂ ਜੀ ਚਲੋ। ਆਥਣੇ ਦਲਜੀਤ ਯਾਰ ਘਰ ਪਹੁੰਚੇ ਕੰਮ ਤੋਂ ਵਿਹਲਾ। ਦਲਜੀਤ ਦਾਰੂ ਨਾਲ ਰੱਜਿਆ ਬੈਠਾ ਸੀ। ਜਦ ਬਾਪੂ ਨੇ ਮੋਹ ਦੇ ਦਰੇਖ ਨਾਲ ਉਹ ਕਿਵੇਂ ਆ ਜੀਤਿਆ ਪੁੱਤ ਆਖਿਆ, ਦਲਜੀਤ ਦੀ ਧਾਂ ਨਿਕਲ ਗਈ। ਜਿਵੇਂ ਨਰਮ ਬੈਠ ਕੇ ਇਹਨੂੰ ਰੇਤੇ ਜੋੜ ਦੀ ਆਰ ਮਾਰੀ ਹੈ ਨਾ, ਧਾਂ ਮਾਰਦਾ ਉਹ ਮਾਰਿਆ ਰੰਭਿਆ। ਬਾਪੂ ਦੀ ਬੁੱਕ ਨੂੰ ਹਾਬੜਿਆ, ਮਲ ਸਿਉਂ ਦੇ ਪੈਰੀ ਡਿੱਪਿਆ। ਨਿੱਕਾ ਹੁੰਦਾ ਬਾਪੂ ਦੇ ਘਨੇੜ ਚੜਾ ਅੱਜ ਭਰ ਜਵਾਨ ਕੁਆਂਟਲ ਦੀ ਦੇ। ਦਲਜੀਤ ਹਾਲਤ ਦਾ ਝੰਬਿਆ, ਮਨ ਹੌਲੀ ਕਰੀ ਜਾਏ। ਬਾਪੂ ਦੀਆਂ ਅੱਖਾਂ 'ਚੋਂ ਪਾਣੀ, ਪੁੱਤ ਦੀਆਂ ਅੱਖਾਂ 'ਚ ਪਾਣੀ। ਜੱਫੀ ਪਾ ਕੇ ਦੋਨਾਂ ਦੇ ਢਿੱਡ ਰਾਗ ਦੇ ਵਿੱਚ ਧੱਕ ਦੋਨੇ ਢਿੱਡਾਂ ਦੇ ਵਿੱਚ ਜਾਂ ਸਾਹ ਲੈ ਕੇ ਰੋਣ, ਦੋਨੇ ਹੀ ਰੋਣ। ਕੀ ਹਾਲ ਕਰੀ ਫਿਰਦਾ ਸਾਲਾ। ਬਾਪੂ ਨੇ ਉਹਦਾ ਮੂੰਹ ਪੂੰਝਿਆ। ਸ਼ਰਾਬੀ ਪੁੱਤ ਪਿਆਰਾ ਨੇ ਬਾਪੂ ਇਹ ਵੈਸ ਉਹਨੂੰ ਬਹੁਤ ਦੁੱਖ ਦਿੱਤਾ। ਸਾਲਾ ਰਾਗ 'ਚ ਗਾਵੇ, ਅੱਜ ਰਾਗ 'ਚ ਰੋਵੇ। ਕਮਲ ਨਹੀਂ ਮਾਰੀ ਆਉਂਦਾ। ਕਰੋ ਆਪਣਾ ਛੱਤ ਪੱਤ ਜਾਂ ਇਕੱਠਾ ਚੱਲੀਏ ਪਿੰਡ। ਇਹ ਸਾਲੇ ਪਿੰਡ ਮੁਲਕ ਦਾ ਪਾਣੀ ਉਹ ਮਾੜਾ ਹੈ। ਚਲੋ
ਆਪਣੇ ਘਰ ਘਾਟਾ ਕੋਈ ਨਹੀਂ, ਇੱਥੇ ਆਵੇ ਸਾਲਾ ਬਿਰ ਕਰਦਾ ਫਿਰਾ, ਕਰਾ ਟਿਕਟ ਸਾਡੀਆਂ, ਟਿਕਟਾਂ ਕਰਾ ਸਾਡੀਆਂ। ਲਾਲੀ ਵੱਲ ਝਾਕਿਆ, ਲਾਲੀ ਬਾਲੀ ਵੱਲ ਝਾਕਿਆ, ਦੋਨਾਂ ਨੇ ਹਾਂ ਕਰ ਦਿੱਤੀ। ਬਾਪੂ ਜੀ ਆ ਭਾਈ ਜਿਹੜੇ ਨੇ ਇਹਨਾਂ ਵੱਲੋਂ ਕੋਈ ਅਚਾ ਨਹੀਂ, ਭਰਜਾਈਆਂ ਨੇ ਵੰਡ ਲਿਆ। ਮੈਂ ਬਹੁਤ ਬਾਪੂ ਤੈਨੂੰ ਸਤਾਇਆ, ਹੁਣ ਮੈਂ ਭੱਠੀ 'ਚ ਡਾਹਿਆ ਪਿਆ। ਦਲਜੀਤ ਦਾ ਹੜ ਹਿੱਲ ਗਿਆ। ਤੂੰ ਫਿਕਰ ਕਾਹਦਾ ਕਰਦਾ ਹੈ, ਤੁਰ ਮੇਰੇ ਨਾਲ, ਅਸੀਂ ਰਾਤ ਨਾ ਕੱਟੀਏ ਇਹੋ ਜਿਹੇ ਦੇਸ਼ 'ਚ ਜਿੱਥੇ ਤੀਵੀਆਂ ਬੰਦੇ ਵੰਡਦੀਆਂ ਫਿਰਨ। ਬਾਪੂ ਨੇ ਪੈਰ ਧਰਤੀ ਤੇ ਮਾਰਿਆ, ਧੰਮ ਧੰਮ ਕਰੇ ਲੱਕੜ ਦਾ ਫਲੋਰ। ਬਾਪੂ ਲੱਗਦੀ ਤਾਂ ਗੱਲ ਸ਼ਰਮ ਦੀ ਆ, ਪਰ ਹੁਣੇ ਆਖਾਂ ਇੱਕ ਗੱਲ ਤੁਰੀ ਵੀ ਹੈ। ਕਹਿੰਦੇ ਵੀ ਹੁਣ ਨੇਬੂ 100 ਆਖ ਪੁੱਤ ਤੇਰੀਆਂ ਸੁਣਨਾ ਆ। ਹੋਰ ਮੈਂ ਲੰਡਰਾਂ ਨੂੰ ਮੁੜਨਾ ਆ, ਮਿਲਣਾ ਆ। ਸਾਲੇ 20 ਸਾਲ ਹੋ ਗਏ ਮੁੜੇ ਨਹੀਂ ਪਿੱਛੇ। ਮੈਥੋਂ ਬਿੱਲੀ ਬਿਨਾਂ ਜੂਆ ਨਹੀਂ ਜਾਣਾ। ਉਹਨੂੰ ਨਾਲੇ ਲੈ ਚੱਲ, ਬਹੁਤ ਤੰਗ ਆ ਵਿਚਾਰੀ ਇੱਥੇ। ਬਿੱਲੀ? ਇਹ ਬਿੱਲੀ ਕੌਣ ਹੈ? ਲਿਆਓ ਪਾਓ ਪਿੰਜਰੇ 'ਚ ਲੈ ਕੇ ਚਲੋ ਨਾਲ ਹੀ, ਜਿਹੜੀ ਬਿੱਲੀ ਤੰਗ ਕਰਦੀ ਆ। ਨਹੀਂ ਬਾਪੂ ਜੀ, ਇਹ ਨੱਥੂ ਵਾਲੇ ਦੀ ਕੁੜੀ ਹੈ। ਅੱਛਾ ਅੱਛਾ ਅੱਛਾ, ਇਹਦੀ ਸੁਣਾ ਲਾ ਨਾਲ ਹੀ, ਬਸ ਇਹਦੇ ਨਾਲ ਹੀ ਮੈਂ ਵਿਆਹ ਕਰਨਾ ਬਾਪੂ ਜੀ, ਨਾਲ ਹੀ ਲੈ ਕੇ ਜਾਣੀ ਆਪਣਾ। ਚਲੋ ਕਿੱਥੇ ਰਹਿੰਦੀ ਹੈ? ਆ 2 ਘਰ ਛੱਡ ਕੇ ਲੈ ਚੱਲ, ਫਿਰ ਤੂੰ ਉਹਦੇ ਵੀ ਘਰ ਚੱਲ। ਸਣਿਆ ਬਣਿਆ ਬਣਾਇਆ ਲਾਣਾ, ਗੱਬੇ ਬਾਪੂ ਮੂਹਰੇ, ਬੇਬੇ ਪਿੱਛੇ, ਦੋਨੇ ਭਾਈ। ਦਲਜੀਤ ਭਲਵਾਨ ਵਾਂਗੂ ਫਿਰੇ, ਰੌਣੀ ਵਾਂਗੂ ਤੁਰਿਆ, ਦੋਨੇ ਬਾਹਾਂ ਖੋਲੀਆਂ ਹੋਈਆਂ। ਹਾਂ ਭਾਈ, ਬਿੱਲੀ ਆ ਜਾ। ਬਾਪੂ ਜੀ ਬਾਪੂ ਜੀ ਬਾਪੂ ਜੀ। ਉਹਨੇ ਆ ਕੇ ਸਿਰ ਤੇ ਚੁੰਨੀ ਲੈ ਕੇ ਦੋਨੇ ਹੱਥਾਂ ਨਾਲ ਬਾਪੂ ਦੇ ਪੈਰੀ ਲਾ ਗਿਆ। ਜਿਉਂਦੀ ਰਹਿ ਭਾਈ, ਚੱਲ ਚੱਕ ਛੱਤ ਪੱਤਰ, ਤੂੰ ਵੀ ਚੱਲੀਏ ਪਿੰਡ ਨੂੰ। ਹੈ ਜੀ, ਬਸ ਤੂੰ ਛੱਡ ਦੇ ਗੱਲ। ਬਾਪੂ ਜੀ 2-4 ਲੈ ਲਓ ਦਿਨ, 2-4 ਦਿਨ ਕੀ, ਮੈਂ ਤਾਂ 2 ਘੜੀਆਂ ਕੱਟਣ ਨੂੰ ਤਿਆਰ ਨਹੀਂ ਹੈ ਦੇਸ਼ 'ਚ। ਕਰ ਲਾ ਇਕੱਠਾ ਸਮਾਨ ਭਾਈ। ਆ ਕੇ ਦਲਜੀਤ ਦੇ ਘਰੇ, ਚੰਗਾ ਜਾਓ ਤੁਸੀਂ ਦੋਨੇ ਹੀ, ਅਸੀਂ ਤਾਂ ਇੱਧਰ ਹੀ ਪਵਾਂਗੇ ਅੱਜ। ਬੇਬੇ ਬਾਪੂ ਇੱਧਰ, ਬਾਪੂ ਬੇਬੇ ਦਲਜੀਤ ਬਿੱਲੀ ਦੀਆਂ ਟਿਕਟਾਂ ਫੇਰ ਲੈ ਲਈਆਂ ਜਹਾਜ਼ ਦੀਆਂ। ਹਲੇ ਆਏ ਨੂੰ 4 ਦਿਨ ਹੋਏ ਸੀ ਬਾਪੂ ਨੂੰ। ਦੁਬਾਰਾ ਟੈਚੀ ਹਲੇ ਖੁੱਲ੍ਹੇ ਨਹੀਂ ਸੀ। ਆ ਕੱਢ ਲਓ ਖੋਆ ਖਾ, ਇਹਦੇ 'ਚੋਂ ਦੇਸੀ। ਆਹ ਤੁਹਾਡੀ ਮਾਂ 10 ਦਿਨ ਫੇਰੀ ਗਈ ਖੁਰਚਣਾ, ਘਿਓ ਲਿਜਾਣਾ, ਦੇਸੀ ਲਿਜਾਣਾ, ਖੋਆ ਲਿਜਾਣਾ। ਆ ਕੱਢੋ ਇਹ ਸਾਰਾ ਕੁਛ, ਕੱਢੋ ਆਪਣਾ ਕੁੜਤੀ ਝੋਨਾ ਜਾਂ ਦਿਓ ਟੈਚੀ ਸਾਡੇ। ਦੁਬਾਰਾ ਜਦ ਬੈਠੇ ਪਵਨ ਪੁੱਤਰ ਤੇ ਚੜ੍ਹਿਆ 40,000 ਦੇ ਫੁੱਟ ਤੇ ਜਗਾੜ ਖੜਕੇ ਤੇ ਏਅਰ ਹੋਸਟਸਾਂ ਤੁਰਦੀਆਂ ਫਿਰਨ। ਆ ਕੇ ਏਅਰ ਹੋਸਟਸ ਨੇ ਅੰਗਰੇਜ਼ੀ ਬਾਪੂ ਨੂੰ ਪੁੱਛਿਆ ਵੀ ਕੀ ਖਾਣਾ ਹੈ ਭਾਈ, ਕੀ ਕਹਿਣੀ ਹੈ? ਬਾਪੂ ਜੀ ਇਹ ਪੁੱਛਦੀ ਆ ਕੀ ਖਾਣਾ ਹੈ, ਜਿਹੜਾ ਕੋਈ ਮਰਜ਼ੀ ਲਿਆਓ ਡਲਿਆਂ ਤੋਂ ਬਿਨਾਂ। ਦਲਜੀਤ ਨੇ ਦੱਸਿਆ ਹੀ ਡੋਂਟ ਈਟ ਮੀਟ ਐਨੀਥਿੰਗ ਵੈਜੀਟੇਬਲ। ਉੜੀ ਜਾਵੇ ਗੋਰੀ, ਲਿਆ ਕੇ ਥਾਲੀ ਮੋਢੇ ਤੇ ਮੂਹਰੇ ਰੱਖਤੀ। ਬੇਬੇ ਬਾਪੂ ਨੇ ਦੋਨੇ ਖੋਲ ਲੀਆਂ। ਬਾਪੂ ਖੰਗੂਰੇ ਮਾਰੇ, ਦਲਜੀਤੇ ਨੇ ਪਿੱਛੋਂ ਫੇਰ ਬੈਠੇ ਨਾਲ ਬਿੱਲੀ ਦੇ 2 ਪੈਗ ਲਾ ਕੇ ਉਹ ਫੇਰ ਹੋ ਗਿਆ। ਬਾਪੂ ਨੂੰ ਮੁਸ਼ਕ ਜਾਇਆ, ਸੂੰ ਕਰਦਾ ਪਿੱਛੇ ਨੂੰ ਝਾਕਿਆ। ਉਹ ਦੁਪਹਿਰੇ ਹੀ ਬਾਪੂ ਜੀ ਹੁਣ ਫਿਰ ਆਪਾਂ ਜਾਣਾ ਪਿੰਡ ਨੂੰ। ਨਾਲੇ ਬਾਪੂ ਹੁਣ ਤੇਰੇ ਨਾਲ ਮੇਰੀ ਬੁੱਕਲ ਖੁੱਲ੍ਹ ਗਈ, ਤੂੰ ਬਾਪੂ ਆ ਮੇਰਾ, ਨਾਲ ਬਿੱਲੀ ਬੈਠੀ ਆ। ਮੈਂ ਕਿਹਾ ਚੱਲ ਮਾੜਾ ਜਿਹਾ ਤਰਾਰੇ 'ਚ ਤਾਂ ਹੋ ਜਾਈਏ ਬਾਪੂ, ਚੱਲਦੇ ਆ ਆਪਾਂ। ਸ਼ਾਮੋਂ ਦੇਖ ਲਾ ਰੱਬ ਦੇ ਰੰਗ ਨਿਆਰੇ, ਪੁੱਤ ਦੇ ਨਾਲ ਨੂੰਹ ਮਿਲ ਗਈ। ਸੰਯੋਗਾਂ ਕਰਕੇ ਆ ਕਨੇਡਾ ਦਾਣਾ ਪਾਣੀ ਹੈ, ਤਾਂ ਹੀ ਆਇਆ ਸੀ ਲੰਡਨ 4 ਮਹੀਨੇ। ਕੁੜੀ ਜਾਣੀ ਸੀ ਸਾਡੇ ਨਾਲ। ਬੜਾ ਬੇਅੰਤ ਹੈ ਮੇਰਾ ਦਾਤਾ। ਸਾਧੂ ਸੰਤ ਐਵੇਂ ਨਹੀਂ ਗਾਉਂਦੇ ਫਿਰਦੇ ਹੁੰਦੇ, ਤੂੰ ਸੁੱਤਾ ਰੱਬ ਜਾਗਦਾ, ਤੇਰੀ ਡਾਢੇ ਨਾਲ ਪ੍ਰੀਤ। ਆਪਾਂ ਨਹੀਂ ਕਿਸੇ ਲੈਣ ਦੇ, ਪੁੱਤ ਲੈਣ ਆਏ ਸੀ, ਨੂੰਹ ਵੀ ਨਾਲ ਹੀ ਚੱਲੀ ਆ। ਬੜਾ ਬਾਬਾ ਮੱਲ ਸਿਓ ਨੇ ਵਾਹਿਗੁਰੂ ਕਹਿ ਕੇ ਜਦ ਢਖਾਰ ਮਾਰਿਆ। ਆਲੇ ਦੁਆਲੇ ਵਾਲੇ ਝਾਕਦੇ ਸੀ ਵੀ ਆਹ ਕੀ ਹੋਇਆ। ਐਂ ਮਾਰਦੇ ਹੁੰਦੇ ਆ ਅਸੀਂ, ਵਾਹਿਗੁਰੂ ਕਹਿ ਦੇ। ਜਹਾਜ਼ ਦਿੱਲੀ ਨੂੰ ਉੱਡ ਰਿਹਾ ਸੀ। ਇਹ ਬਾਈ ਜੱਗੀ ਕੁੱਸੇ ਦੀਆਂ ਕਹਾਣੀਆਂ ਦੀ ਜਿਹੜੀ ਕਿਤਾਬ ਹੈ ਨਾ, ਉਹਦੇ ਵਿੱਚੋਂ ਕਹਾਣੀਆਂ, ਅਸਲ ਕਹਾਣੀਆਂ ਨੇ ਜਿਹੜੀਆਂ, ਤਾਂ ਉਹਨਾਂ ਦੇ ਨਾਵਲ 'ਚ ਮੈਂ ਬਣਾ ਕੇ ਤੁਹਾਨੂੰ ਸੁਣਾਉਣਾ। ਊਠਾਂ ਵਾਲੇ ਬਲੋਚ ਤੇ ਬੁੱਢੇ ਦਰਿਆ ਦੀ ਜੂਹ, ਇਹ ਕਹਾਣੀਆਂ ਦੀਆਂ ਕਿਤਾਬਾਂ 2। ਕੁੱਲੀ ਨੀ ਫਕੀਰ ਦੀ ਵਿੱਚੋਂ ਵੀ 3ਜੀ, ਤੇ ਇਹਦੇ ਵਿੱਚ ਕਹਾਣੀਆਂ ਨੇ ਇਹ। ਹੁਣ ਇੱਕ ਇਹੀ ਕਹਾਣੀਆਂ ਤੁਹਾਨੂੰ ਸੁਣਾਉਣੀਆਂ ਸ਼ੁਰੂ ਕਰਨੀਆਂ ਨੇ, ਅਸਲ ਕਹਾਣੀਆਂ। ਬਾਕੀ ਤਾਂ ਬਣਾਈ ਦੀਆਂ, ਇਹ ਵੀ ਬਣਾਈ ਦੀ ਹੈ।
ਅੱਜ ਖੁਸ਼ ਹੋਏ ਹੋ ਬਈ ਅੱਜ ਗੱਲ ਬਣੀ ਆ। ਬਸ ਜਦ ਤੱਕ ਮੇਰੀਆਂ ਰਗਾਂ ਨਹੀਂ ਬਹਿਦੀਆਂ ਖੁਸ਼ ਤੁਸੀਂ ਵੀ ਨਹੀਂ ਹੁੰਦੇ। ਤੇ ਲਾਣੇਦਾਰ ਇਹੋ ਜਿਹੇ ਕਰੈਕਟਰ ਹੁੰਦੇ ਸੀ, ਐਡੇ ਹੀ ਵੱਡੇ ਹੁੰਦੇ ਸੀ, ਇਉਂ ਹੀ ਗੱਲਾਂ ਕਰਦੇ ਸੀ, ਇਉਂ ਹੀ ਡਿਸੀਜ਼ਨ ਲੈਂਦੇ ਹੁੰਦੇ ਸੀ। ਉਹਨਾਂ ਨੇ BBA MBA ਤੇ PhDਆਂ ਨਹੀਂ ਸੀ ਕੀਤੀਆਂ ਹੁੰਦੀਆਂ, ਉਹਨਾਂ ਨੂੰ ਮੁਸ਼ਕ ਆ ਜਾਂਦਾ ਸੀ ਵੀ ਗੱਲ ਹੁਣ ਕਿੱਥੇ ਖੜੀ ਆ ਤੇ ਕਿੱਧਰ ਨੂੰ ਜਾਂਦੀ ਹੈ।